अस्सलामुअलैकुम। मैनू हुण पोस्टर नजर आ गया। वालेकुम जी सलाम। जी अच्छा लिखा है जे उम्मुल मोमिनीन का गुस्ताख हरामी है और इसका इस अमल में साथ देने वाला हरामी है। ਹੁਣ ਅਹਿਮਦ ਜੱਟ ਸਾਹਿਬ ਮੈਨੂੰ ਨਜ਼ਰ ਨਹੀਂ ਆਉਂਦੇ ਆਵਾਜ਼ ਆ ਰਹੀ ਹੈ चलो चलो वाद ना गजारा कर लो, तुहां केड़ा फैर जी मारना उन्होंने। हम ਹੁਣ माँ ਆਏ के गुस्ताख को हरामी मानते हैं। जी जी बिल्कुल सही हो गया। बहुत अच्छा ਤੁਹਾਡਾ ਪੋਸਟਰ ਹੈ। ਪੋਸਟਰ ਬੜਾ ਮੈਨੂੰ ਪਸੰਦ ਆਇਆ ਤੇ ਬਾਕੀ ਤੁਸੀਂ ਜਿਹੜੀ ਇੱਕ ਜਮਸ਼ੇਦ ਬੱਟ ਵਾਲੀ ਪਹਿਲਾਂ ਆਉਂਦੇ ਹੀ ਤੁਸੀਂ ਇੱਕ ਵਾਰ ਕੀਤਾ ਤੇ जी ਉਹ ਕੋਈ ਗੱਲ ਨਹੀਂ। ਅਗਰ ਉਹ ਅਲੀ ਅਕਬਰ ਸਾਹਿਬ ਨੇ ਕਿਹਾ ਹੋਵੇ ਨਾ ਤੇ ਉਹ ਹੋਰ ਵੀ ਬੜੇ ਬੰਦਿਆਂ ਨੂੰ ਕਿਹਾ ਗਿਆ ਔਰ ਮੈਨੂੰ ਵੀ ਕਿਹਾ ਗਿਆ ਔਰ ਹੋਰ ਵੀ ਕਈਆਂ ਨੇ ਕਿਹਾ। ਉਹ ਮਾਮਲਾ ਨੂੰ ਛੱਡੋ, ਫਿਰ ਪਿੱਛੇ ਪੋਸਟਰ ਤੁਰ ਗਿਆ ਯਾਰ। ਪਤਾ ਨਹੀਂ ਮੈਂ ਜਦੋਂ ਕਿਸੇ ਨੂੰ ਚੁੱਕਣ ਜਾਂਦਾ ਉਦੋਂ ਅੱਛਾ ਹੁਣ ਮੇਰਾ ਸਵਾਲ ਇਹ ਵੇ ਕਿ ਤੁਸੀਂ ਜਿਹੜਾ ਲਿਖਿਆ ਹੋਵੇ ਉਹ ਕਿਹਨੇ ਕਿਹਾ ਹੋਵੇ ਕਿ ਅਲੀ ਅਕਬਰ ਨੇ ਅੱਛਾ ਕੰਮ ਕੀਤਾ ਹੈ? ਨਹੀਂ ਉਹ ਤੇ ਹਰ ਬੰਦੇ ਦੀ ਆਪਣੀ ਰਾਏ ਹੈ ਨਾ, ਤੁਸੀਂ ਆਪਣੀ ਰਾਏ ਦੇ ਸਕਦੇ ਜੇ ਅਹਿਮਦ ਜੱਟ ਭਾਈ। ਨਹੀਂ, ਇਹ ਪੋਸਟਰ ਲਾਉਣ ਦਾ ਕੋਈ ਮਕਸਦ ਹੁੰਦਾ ਨਾ, ਤੁਹਾਨੂੰ ਕੋਈ ਕੁਛ ਚੰਦ ਬੰਦੇ ਲੱਗੇ ਔਰ ਤੁਹਾਨੂੰ ਇਹ ਪੋਸਟਰ ਬਣਾਉਣਾ ਪਿਆ। ਉਹ ਕਿਹੜਾ ਸ਼ਖਸ ਹੈ ਕਿ ਜਿਹਨੇ ਇਹ ਗੱਲ ਉਹਨਾਂ ਦੇ ਨਾਲ ਬਰਾਬਰ ਕਿਹਾ ਕਿ ਅਲੀ ਅਕਬਰ ਨੇ ਬੜਾ ਅੱਛਾ ਕੰਮ ਕੀਤਾ ਹੈ ਨਾ। ਮੈਂ ਸਿਰਫ ਇਹ ਜਦੋਂ ਅਹਿਮਦ ਜੱਟ ਭਾਈ ਅਖੀਰ ਹੋ ਗਈ, ਜਦੋਂ ਅੱਜ ਮੈਨੂੰ ਗਾਲਾਂ ਦਿੱਤੀਆਂ ਗਈਆਂ ਨੇ ਮੈਂ ਤਾਂ ਬਣਾ ਕੇ ਲਾਇਆ, ਤੇ ਮੈਨੂੰ ਕੋਈ ਖੁਸ਼ੀ ਨਹੀਂ ਸੀ ਬਣਾ ਕੇ ਲਾਉਣ ਦੀ। ਅੱਛਾ ਤੁਸੀਂ ਮਤਲਬ ਵੈਸੇ ਲਾਤਾ ਵੇ? ਵੈਸੇ ਤੁਹਾਨੂੰ ਕੋਈ ਹਜੇ ਤੱਕ ਕੋਈ ਐਸਾ ਬੰਦਾ ਨਹੀਂ ਲੱਭਾ ਕਿ ਜਿਹਨੇ ਬਹੁਤ ਜ਼ਿਆਦਾ ਰਿਕਾਰਡਿੰਗਾਂ ਅਲੀ ਅਕਬਰ ਦੀਆਂ ਮੇਰੇ ਕੋਲ ਮਹਿਫੂਜ਼ ਨੇ। ਜ਼ਾਹਿਰ ਹੈ ਜੋ ਇਕੱਠੇ ਬਈਏ ਸਭ ਕੁਝ ਹੁੰਦਾ ਮਵਾਦ ਕੋਲ। ਉਹ ਠੀਕ ਹੈ, ਉਹ ਅੱਛੀ ਗੱਲ ਹੈ ਤੁਹਾਡੇ ਕੋਲ ਉਹਨਾਂ ਤੇ ਰਿਕਾਰਡ। ਬਕੌਲ ਉਹਨਾਂ ਹੀ ਮੈਨੂੰ ਕਿਹਾ ਸੀ ਕਿ ਜਮਸ਼ੇਦ ਗੂੰਗਾ ਓਏ ਉਹ ਅਹਿਮਦ ਠੀਕ ਜੱਟ ਹੈ, ਮੈਂ ਤੇ ਐਗਰੀ ਮੈਂ ਕਰਨਾ। ਅਲੀ ਅਕਬਰ ਅੱਜ ਵੀ ਮੇਰੇ ਮੂੰਹ ਤੇ ਕਵੇਗਾ ਤੇ ਉਹਦੇ ਚ ਕੋਈ ਨਹੀਂ, ਹਰ ਇਨਸਾਨ ਜੋ ਜਮਸ਼ੇਦ ਸਮਝੇ ਗੂੰਗੇ ਦਾ ਸਮਝ ਮੂੰਹ ਵੀ ਸਕਦਾ ਨਾ। ਚੁੰਮਿਆ, ਉਹਦੀ ਚੁੰਨੀ ਵੀ ਲਈ ਹੈ ਤੇ ਮੈਂ ਇਹ ਅਹਿਮਦ ਕਹਿ ਜੱਟ ਰਿਹਾ ਦੀ ਤਾਹਿਰ ਭਾਈ, ਇਸ ਗੱਲ ਤੇ ਆਉਂਦੇ ਆ ਨਾ, ਉਹ ਤੇ ਮੈਂ ਤੁਹਾਡੇ ਨਾਲ ਗੱਲ ਕਰ ਲਈਏ ਕਿ ਅਲੀ ਅਕਬਰ ਅੱਜ ਵੀ ਮੈਨੂੰ ਕਵੇ ਤੇ ਕੋਈ ਮਸਲਾ ਨਹੀਂ ਨਾ, ਠੀਕ ਹੋ ਗਿਆ। ਉਹਨੂੰ ਮੈਂ ਇਹ ਗੱਲ ਦੀ ਕਲੈਰਿਟੀ ਦੇਤੀ ਹੈ, ਉਮੀਦ ਹੈ ਕਿ ਦੁਬਾਰਾ ਉਹ ਮੈਨੂੰ ਇਹ ਨਹੀਂ ਕਹੇਗਾ ਨਾ। अच्छा चलो मैनू भी गल करन दी इजाजत दिओ। ये ਇੱਕ दसो ਮਿੰਟ अहमद ਉਕਾਬ जट ਭਾਈ, साहब, ਉਕਾਬ ਭਾਈ ਮਾਜ਼ਰਤ ਨਾਲ ਸਿਰਫ ਇੱਕ ਮਿੰਟ ਗੱਲ ਕਰ ਲੈਂਦੇ ਜੇ ਮੈਨੂੰ। ਮੈਂ ਹੁਣ ਇਹ ਸਮਝਣ ਆਇਆ ਕਿ ਜਿਹੜਾ ਤੁਸੀਂ ਇਹ ਬਰਾੜ ਦਾ ਟੌਪਿਕ ਲਾਇਆ ਹੋਇਆ ਹੈ, ਉਹ ਮੈਨੂੰ ਨਹੀਂ ਸਮਝ ਆ ਰਿਹਾ ਕਿ ਕਿਹੜਾ ਬੰਦਾ ਵੇ, ਉਹ ਕਿਹੜਾ ਬੰਦਾ ਆਪਣੇ ਆਪ ਨੂੰ ਹਰਾਮੀ ਜਿਹੜਾ ਨਾ ਉਹ ਸਮਝ ਰਿਹਾ ਵੇ ਇਸ ਗੱਲ ਨੂੰ ਸਪੋਰਟ ਕਰਕੇ ਕਿ ਅਲੀ ਅਕਬਰ ਨੇ ਜਿਹੜੀ ਹਰਕਤ ਕੀਤੀ ਏ ਉਹ ਠੀਕ ਕੀਤੀ ਏ। ਅਗਰ ਤੂੰ ਇਹ ਕਹਿ ਰਿਹਾ ਤੇ ਫਿਰ ਤਾਂ ਚਲੋ ਤੁਹਾਡਾ ਪੋਸਟਰ ਠੀਕ ਹੈ, ਠੀਕ ਹੈ। ਹੁਣ ਕੋਈ ਬੰਦਾ ਤਾਂ ਕੋਈ ਦੱਸੋ ਕਿਹੜਾ ਕਿਹੜਾ ਇਸ ਸ਼ਾਇਰ ਨੂੰ ਸਪੋਰਟ ਕਰ ਰਿਹਾ ਹੈ। ਹਾਂ ਦੂਜੀ ਗੱਲ ਤੁਸੀਂ ਇਹ ਕੀਤੀ ਹੈ ਤਾਹਿਰ ਇਕਬਾਲ ਸਾਹਿਬ ਕਿ ਜੀ ਅਲੀ ਅਕਬਰ ਨੇ ਮੈਨੂੰ ਬੜਾ ਕੁਝ ਕਿਹਾ ਹੋਵੇ ਤੇ ਲਿਹਾਜ਼ਾ ਮੈਂ ਇਸ ਵਾਸਤੇ ਲਾਇਆ। ਤੇ ਹਾਂ ਇਹ ਵੀ ਗੱਲ ਠੀਕ ਹੈ ਤੁਹਾਡੀ। इन्होंने ये लिखना चाहिए ही कि इनके साथ बैठने वाले भी हरामी हैं। ਹਾਂ ये लिखना चाहिए ਹਾਂ था। ਹਾਂ ਇਹ ਲਿਖਦੇ ਤਾਂ गल ਫਿਰ करनी ਠੀਕ सी। ਸੀ, ਬਿਲਕੁਲ ਤੁਸੀਂ ਅੱਛੀ। ਇਹ ਤੇ ਤਾਂ ਹੋਰ ਕੋਈ ਗਲਤ ਕੀ ਪੋਸਟਰ ਦਾ ਲਿਖਿਆ? ਜਰਾ ਕੁਝ ਚੇਂਜਿੰਗ ਕਰ ਦੇਣਾ ਕਿ ਹਾਂ ਅਗਰ ਜਿਹੜਾ ਉਮਲ ਮੋਮਿਨੀਨ ਦੀ ਗੁਸਤਾਖੀ ਕਰਦਾ ਹਰਾਮੀ, ਉਹਦੇ ਨਾਲ ਜਿਹੜੇ ਲੋਕ ਬਹਿੰਦੇ ਨੇ ਹਾਂ ਉਹਦੀ ਬੈਠਕ ਦੇ ਇਹ ਵਿੱਚ, ਲਿਖੋ ਤਾਂ ਕਿ ਉਹ ਬਹਿਣ ਵਾਜ਼ੇ ਵਾਲੇ ਹੋਵੇ ਲੋਕ ਨਾ। ਵੀ ਇੰਜ ਹੀ ਹਰਾਮੀ ਨੇ ਜਿੰਜ ਉਹ ਹਰਾਮੀ ਹੈ। ਇੰਜ ਹਾਂ ਦੀ ਗੱਲ ਲਿਖੋ ਨਾ ਤੇ ਫੇਰ ਤੇ ਬਣਦੀ ਫਿਰ ਹੈ। ਹਾਂ ਫਿਰ ਤੇ ਵਾਜ਼ੇ ਲੱਗਦਾ ਨਾ। ਉਕਾਬ ਸਾਹਿਬ ਬੜਾ ਸੋਹਣਾ ਤੁਸੀਂ ਦੱਸਿਆ ਨਾ ਕਿ ਦੇਖੋ ਨਾ ਕਰੇ ਐਸੀ ਗੱਲਾਂ। ਯਾਰ ਜਿਗਰ ਭਾਈ ਇੱਕ ਮਿੰਟ ਮਿਊਟ ਲਾਇਓ, ਫਿਰ ਤੇ ਚਲੋ ਸਮਝ ਚ ਆਉਂਦਾ ਹੈ ਨਾ ਕਿ ਬਈ ਵਾਕਈ ਵੀ ਕੋਈ ਪੋਸਟਰ ਲੱਗਾ ਹੋਵੇ। ਤੇ ਸਾਥ ਜਿਹੜਾ ਉਹਦਾ ਤੇ ਕਿਸੇ ਨੇ ਵੀ ਨਹੀਂ ਨਾ ਦੇਣਾ ਇਸ ਕੰਮ ਦੇ ਵਿੱਚ। ਜਿਹੜਾ ਹਾਂ ਅਹਿਮਦ ਸਾਹਿਬ ਸਵਾਲ ਹਾਂ ਕਰਦੇ ਨੇ ਪਏ, ਇਹਦਾ ਜਵਾਬ ਹੀ ਨਹੀਂ ਆਇਆ ਕੋਈ ਵੀ। ਹਾਂਜੀ ਨਹੀਂ ਅਹਿਮਦ ਸਾਹਿਬ ਤੇ ਖੁਦ ਉੱਥੇ ਇਨਵੋਲਵ ਨੇ ਨਾ, ਤੇ ਖੁਦ ਮੈਂ ਸਾਥ ਇਹ ਦੇ ਰਹੇ। ਕਹਿ ਰਿਹਾ ਨਾ ਕਿ ਅगर लिखा जाए कि गुस्ताख हरामी इसके पास बैठने वाले लोग जो हैं वो भी हरामी हैं, तो ਹਾਂ ये ठीक है ना। ਨਾ ਕਰੋ ਇੰਜ ਗੱਲਾਂ ਨਾ ਕਰੋ। ਯਾਰ ਜਿਗਰ ਨਹੀਂ ਸਾਹਿਬ ਉਹ ਤੁਸੀਂ ਤਾਂ ਜ਼ਰਾ ਉਹਨਾਂ ਥੋੜਾ ਨੂੰ ਮਿਊਟ ਲਾਓ, ਮੇਰੇ ਭਰਾ ਥੋੜੀ ਜਿਹੀ ਗੱਲ ਕਰ ਲੈਣ ਦਿਓ ਤੇ ਜੇ ਮਿਹਰਬਾਨੀ। ਤੁਸੀਂ ਕਹੋ ਕਿ ਸਾਥ ਦੇ ਰਹੇ ਨੇ ਤੇ ਸਾਥ ਤੇ ਉਹਦਾ ਕੋਈ ਵੀ ਨਹੀਂ ਦੇ ਰਿਹਾ। ਹਾਂ ਫਿਰ ਗੱਲ ਫਿਰ ਤੇ ਵੇਖੋ ਉਹ ਪੋਸਟਰ ਵੀ ਲੱਗ ਚੁੱਕਿਆ, ਉਹ ਪੋਸਟਰ ਵੀ ਲੱਗ ਚੁੱਕਿਆ ਕਾਬ ਭਾਈ, ਲੋਟਾ ਬਣਾ ਕੇ ਨਾ ਉੱਤੇ ਯਾਰ ਇੱਕ ਬੰਦੇ ਦਾ ਨਾਮ ਵੇਖੋ ਲਿਖ ਕੇ ਤਾਹਿਰ ਭਾਈ ਮੈਂ ਤੇ ਗੱਲ ਨੂੰ ਕਿਹਾ ਸਮਝਣ ਗਿਆ ਕਿ ਆਇਆ ਆਹ ਨਾ। ਫਲਾਣੇ ਫਲਾਣੇ ਹਰਾਮੀ ਨੇ। ਤੇ ਜਦੋਂ ਅਹਿਮਦ ਜੱਟ ਸਾਹਿਬ ਅਸੀਂ ਆਪਣੇ ਮਤਲਬ ਕਿ ਲਾ ਲਈ ਆਪਣੇ ਨਹੀਂ ਮੈਂ ਨਾ ਲਵਾਣ ਆਇਆ ਅਠਵਾਲ ਭਾਈ, ਤੁਸੀਂ ਆਪਣੀ ਬਿਲਕੁਲ ਸ਼ਰਮ ਅਸੀਂ ਲਾ ਲਈਏ ਤੇ ਅਸੀਂ ਤੇ ਫਿਰ ਨਾ। ਅਲੀ ਅਕਬਰ ਤੋਂ ਕੋਈ ਮਾਫੀ ਨਹੀਂ ਉਹਨੂੰ ਮਿਲ ਨਹੀਂ ਸਕਦੀ ਨਹੀਂ ਨਾ ਨਹੀਂ ਕਿਸੇ ਨੂੰ। ਮੈਂ ਇਹ ਕਹਿਣਾ ਕਿ ਤੁਸੀਂ ਇਹ ਪੋਸਟਰ ਲਾ ਕੇ ਰੱਖੋ, ਬਸ ਤੁਸੀਂ ਕਰਨਾ ਆ ਤੁਹਾਡੀ।
ਦੂਜੀ ਗੱਲ ਇੱਕ ਹੋਰ ਏ ਕਿ ਇੱਕ ਗੱਲ ਏ ਕਿ ਅਹਿਮਦ ਸਾਹਿਬ ਮੈਂ ਤਾਹਰ ਸਾਹਿਬ ਵੱਲੋਂ ਇਹਨਾਂ ਦਾ ਛੋਟਾ ਜਿਹਾ ਵਕੀਲ ਬਣ ਕੇ ਸੈਸ਼ਨ ਕੋਰਟ ਦਾ ਨਹੀਂ ਤੁਸੀਂ ਵਕੀਲ ਮੈਂ ਛੋਟੀ ਅਦਾਲਤ ਦਾ ਤੁਹਾਨੂੰ ਕਹਾਂਗਾ ਤੁਸੀਂ ਵਕੀਲ ਨਾ ਬਣੋ ਮੈਂ ਨਾ ਕਿਉਂਕਿ ਇਹਨਾਂ ਨੂੰ ਗਾਲਾਂ ਕਿਉਂ ਕੱਢਦੇ ਨੇ ਅਲੀ ਅਕਬਰ ਸਾਹਿਬ ਹਾਫਜ਼ੇ ਕੁਰਾਨ ਲੂਲਾ ਹੋਣ ਦੇ ਲੰਗੜਾ ਕਿਉਂ ਬਾਵਜੂਦ ਕਹਿੰਦੇ ਨੇ? ਇਹ ਨਹੀਂ ਤਾਂ ਉਹ ਪੁੱਛ ਲਓ। ਭਾਣ ਦਾ ਇਹਦੇ ਸਿੱਧਾ ਕਿਤਾਬ ਮਿਲਣ ਨੇ ਦੇ ਸਾਨੂੰ ਚਾਰ ਕੁ ਦਿਨ ਜਿਹੜਾ ਭਾਇਆ ਉਹਦਾ ਬੱਲੋ ਸਿੱਧਾ ਉਹਨਾਂ ਨੂੰ ਕੋਈ ਮਿਲਣ ਬਿਮਾਰੀ ਆਈ ਏ ਉਹ ਵੇਖੋ ਜੀ ਉਹਨੇ ਅਹਿਮਦ ਜੱਟ ਦੀ ਬਰਾੜ ਖਰਾਬ ਕੀਤੀ ਅਹਿਮਦ ਜੱਟ ਦੀ ਨਹੀਂ ਉਹ ਬਰਾੜ ਮੈਂ ਜੋ ਹੁਣ ਗੱਲ ਕਰਨ ਡਿਆ ਵਾਂ ਤੇ ਹੁਣ ਤੁਸੀਂ ਚੁੱਪ ਕਰੋ ਨਾ ਗੱਲ ਤੇ ਅਸਲ ਇਹ ਵੇ ਆਹੋ ਅੱਛਾ ਤੁਸੀਂ ਜਿਹੜਾ ਲੂਲੇ ਲੰਗੜੇ ਵਾਲੀ ਗੱਲ ਦੇ ਉੱਤੇ ਪਹਿਲਾਂ ਗੱਲ ਕਰ ਲੈਨੇ ਆ ਯਾਰ ਇੱਕ ਤਾਂ ਮਿਊਟ ਲਾਓਗੇ ਨਾ ਤੇ ਫੇਰ ਗੱਲ ਹੋਣੀ ਹੈ ਨਾ। ਜੱਗਾ ਸਾਹਿਬ ਮਿਊਟ ਲਾਓ ਥੱਲਿਓ ਮਾਜਾ ਸਾਹਿਬ ਥੱਲੇ ਲਵਾ ਮੇਰਾ ਤਾਂ ਕੋਈ ਰੋਲਾ ਹੀ ਲਾ ਨਹੀਂ। ਲਿਆ ਜੀ ਅਹਿਮਦ ਸਾਹਿਬ ਅੱਛਾ ਗੱਲ ਇਹ ਵੇ ਕਿ ਜਿਹੜੀ ਉਹ ਗੱਲ ਹੋ ਰਹੀ ਸੀ ਨਾ ਉੱਥੇ ਜ਼ਾਹਰੀ ਗੱਲ ਹੈ ਕਿ ਸਾਰੇ ਦੋਸਤਾਂ ਨੇ ਮਨਾ ਕੀਤਾ ਕਿ ਗੱਲ ਨਾ ਕਰੋ ਨਾ। ਜੀ ਜੀ ਨਹੀਂ ਕਿਹਾ ਤੇ ਫਿਰ ਤਾਰ ਸਾਹਿਬ ਤੁਸੀਂ ਦੱਸੋ। ਜੀ ਕਿਹਾ ਠੀਕ ਹੈ ਪਰ ਹਾਂ, ਮਤਲਬ ਕਿ ਹੁਣ ਜਿਹੜੀ ਬੰਦਾ ਦੂਜੀ ਗੱਲ ਏ- ਅਹਿਮਦ ਜੱਟ ਇੱਕ ਬੰਦੇ ਦਾ ਭਰਾ ਹੋਏ ਕਵੇ ਤੇ ਉਹ ਬੰਦਾ ਗੱਲ ਨਾ ਮੰਨੇ ਤੇ ਇਹ ਕੀ ਫਿਰ ਬੰਦਾ ਮਤਲਬ ਕਹਿ ਤੁਸੀਂ ਸਕਦਾ? ਸਾਡੀ ਮੰਨ ਲੈਂਦੇ ਹੋ ਜਿਹੜਾ ਤੁਸੀਂ ਸਾਨੂੰ ਕਹਿਣ ਡਏ ਹੋ। ਜੀ ਹੁਕਮ ਕਰੋ ਅਹਿਮਦ ਜੱਟ ਸਾਹਿਬ ਜੋ ਕਹੋਗੇ ਅਸੀਂ ਮੰਨਾਂਗੇ ਨਹੀਂ ਮੈਂ ਤਾਂ ਕੋਈ ਹੁਕਮ ਨਹੀਂ ਕਰਨਾ ਮੈਂ ਤਾਂ ਜੀ, ਇੱਕ ਵਾਰੀ ਕਹਿਣਾ ਹੁਕਮ ਤੇ ਕਰੋ ਅਹਿਮਦ ਜੱਟ ਨਾ ਸਾਹਿਬ। ਮੈਂ ਅਠਵਾਲ ਸਾਹਿਬ ਮੈਂ ਕੌਣ ਆ ਹੁਕਮ ਮੈਂ ਤੇ ਕਰਨਾ? ਵੇਖ ਲਓ ਮੈਨੂੰ ਉਹਨੇ ਉੱਤੇ ਚੁੱਕਿਆ ਮੈਂ ਆਪਣੇ ਤਾਂ ਸਿਰਫ ਰੋਨਾਲਡੋ ਨੇ। ਮੈਂ ਤਾਂ ਸਿਰਫ ਆਇਆ ਸਾਂ ਮੇਰੀ ਕਿ ਮੈਨੂੰ ID ਸਮਝ ਉੱਤੇ ਨਹੀਂ ਆ ਬਲਾਕ ਰਹੀ ਕੀਤੀ ਨਾ। ਉਹਨੇ ਸੀਸੀਟੀ ਨੇ। ਵੇਖੋ ਅਠਵਾਲ ਭਾਈ ਗੱਲ ਭਲਾ ਕੀ ਹੈ ਕਿ ਤੁਸੀਂ ਬਿਲਕੁਲ ਰਾਈਟ ਹੈ ਤੁਹਾਡੇ ਕੋਲ। ਮੈਂ ਤੇ ਗੱਲ ਸਮਝਣ ਤੁਹਾਡੇ ਕੋਲ ਆਇਆ ਸਾਂ ਨਾ। ਬਾਕੀ ਹੁਣ ਤੁਸੀਂ ਮੈਨੂੰ ਕਦੀ ਉਹ ਜਮਸ਼ੇਦ ਬੱਟ ਵਾਲੇ ਖਾਤੇ ਚ ਪਾਵੋ ਤੇ ਕਦੀ ਕਿਤੇ ਪਾਵੋ, ਮੈਨੂੰ ਉਹਦਾ ਕੋਈ ਨਹੀਂ, ਇਹ ਮਸਲਾ ਤੇ ਅਲੀ ਇੱਕ ਬੰਦੇ ਬਕੌਲ ਉਹਨੇ ਮੈਨੂੰ ਦੱਸਿਆ ਯਾਰ ਨਾ ਉਹਨੇ ਕਿ ਕਿਹਾ ਵੇ ਮੈਂ ਆਪ ਸੁਣਿਆ ਵੇ ਜਦੋਂ ਉਹਨੇ ਮੈਂ ਇੱਕ ਚੀਜ਼ ਕਲੀਅਰ ਕਰ ਦਿੱਤੀ ਹੈ ਨਾ ਠੀਕ ਹੈ। ਅਗਰ ਇਸ ਤੋਂ ਬਾਅਦ ਵੀ ਕਹਿੰਦਾ ਤਾਂ ਕਹਿੰਦਾ ਰਵੇ ਯਾਰ ਉਹਦਾ ਮੂੰਹ ਫੜ ਲੈਣਾ। ਪਰ ਏਦਾਂ ਝੂਠਾ ਇਲਜ਼ਾਮ ਨਾ ਹੁਣ ਕੀ ਪਤਾ ਗੱਲ ਕੌਣ ਹੈ ਕਿ ਸੀ ਮੈਂ ਬੰਦੇ। ਆਪਣੇ ਖੁਦਾ ਦੇ ਹਜ਼ੂਰ ਗੱਲ ਹੈ ਕਿ ਮੈਂ ਆਪਣੇ ਜਮਸ਼ੇਦ ਮੇਰਾ ਬੰਦਾ ਖੁਦਾ ਸਾਨੂੰ ਜਾਣਦਾ ਗਾਲਾਂ ਹੈ। ਵੀ ਕੱਢਦਾ ਰਿਹਾ ਬਹਿ ਕੇ ਮਤਲਬ ਕਿ ਯਾਰ ਆਪਣੀ ਅਹਿਮਦ ਜੱਟ ਮੈਂ ਹੁਣ ਉਰਾਂ ਪਰਾਂ ਨਾ ਜਾਓ ਅਠਵਾਲ ਭਾਈ। ਗੱਲ ਜਿਹੜੇ ਅਸੀਂ ਟੌਪਿਕ ਤੇ ਗੱਲ ਕਰਨਾ ਚਾਹ ਰਹੇ ਹਾਂ ਹੁਣ ਤੁਸੀਂ ਜਿਹੜੀ ਗੱਲ ਕਰਨ ਡਏ ਹੋ ਫੋਨ ਦੇ ਉੱਤੇ ਇੱਕ ਦੂਜੇ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਲੈਣੀਆਂ ਔਰ ਉਸ ਤੋਂ ਬਾਅਦ ਆ ਕੇ ਬਰਾੜ ਲਾ ਲੈਣੀ, ਇਹ ਵੀ ਚੀਜ਼ ਮਨਾਸਬ ਨਹੀਂ ਹੈ। ਜਿਹਦੀ ਫੋਨ ਦੀ ਗੱਲ ਇਹ ਵੇ ਕਿ ਮੈਂ ਉਹਦੇ ਨਾਲ ਗੱਲ ਕੀਤੀ ਵੀ ਗੱਲ ਕਰ ਲੈ ਜਿਹੜੀ ਕਰਨੀ ਹੈ, ਮੈਂ ਮੇਰੇ ਤੋਂ ਤੈਨੂੰ ਕੀ ਮਸਲਾ ਨਾ। ਉਹਨੇ ਫੋਨ ਬੰਦ ਕਰਤਾ ਤੋਂ ਅੱਗੋਂ ਮੇਰਾ ਅਟੈਂਡ ਨਹੀਂ ਕੀਤਾ ਤੇ ਮੈਂ ਵਾਇਸ ਮੇਲ ਭਰ ਕੇ ਘੱਲਿਆ ਬਿਲਕੁਲ ਮੈਂ ਕੱਢੀਆਂ ਨੇ ਉਹਨੂੰ। ਹਾਂਜੀ ਹੋਰ ਅਹਿਮਦ ਜੱਟ ਭਾਈ ਨਹੀਂ ਤੇ ਕੀ ਫਾਇਦਾ ਹੋਇਆ ਦੱਸੋ ਮੈਨੂੰ। ਤੇ ਕੀ ਫਾਇਦਾ ਹੋਇਆ ਲਾਈਵ ਤੇ ਬਹਿ ਕੇ ਉਹਨੇ ਕੱਢ ਲਈਆਂ ਤੇ ਠੀਕ ਹੈ ਕੋਈ ਫਾਇਦਾ ਅਲੀ ਨਹੀਂ ਅਕਬਰ ਨੇ ਹੋਇਆ। ਤੁਹਾਨੂੰ ਗਾਲਾਂ ਕੱਢੀਆਂ ਨੇ ਹਾਂਜੀ ਤਾਂ ਸੁਣਾਓ ਹਾਂ video ਰਿਕਾਰਡਿੰਗ ਮੈਂ recording ਵੀ ਸੁਣਾ। ਕਿੰਨੇ ਗੱਡੀਆਂ ਨੇ ਇਹ ਦੱਸੋ। ਤੁਹਾਨੂੰ ਫੋਨ ਤੇ ਘੱਲ ਦੇਣਾ ਆਪਣੇ ਅਹਿਮਦ ਜੱਟ ਭਾਈ। ਮੈਂ ਕਿਹਾ ਪਹਿਲਾਂ ਕਿੰਨੇ ਗੱਡੀਆਂ ਨੇ ਤਾਹਰ ਸਾਹਿਬ ਤੁਸਾਂ ਗੱਡੀਆਂ ਨੇ ਫੋਨ ਦੇ ਉੱਤੇ? ਪਹਿਲਾਂ ਅਲੀ ਅਕਬਰ ਨੇ ਕੱਢੀਆਂ ਜੀ ਇਹ 5-7 ਦਿਨ ਹੋ ਗਏ ਨੇ ਕੱਢਣ ਡਿਆ। ਅੱਛਾ 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 ਯਾਰ ਅਹਿਮਦ ਸਾਹਿਬ ਮੈਨੂੰ ਸਮਝ ਨਹੀਂ ਅਲੀ ਆਉਂਦੀ ਅਕਬਰ ਕਿ ਨੂੰ- ਤੁਹਾਡੀ ਬਰਾੜ ਤੇ ਬਾਰ-ਬਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਸਵੇਰ ਤੋਂ ਸ਼ਾਮ ਤੱਕ ਗਾਲਾਂ ਕੱਢੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਰਿਕਾਰਡਿੰਗਾਂ ਤੇ ਚਲਾਓ ਯਾਰ ਪਤਾ ਲੱਗੇ ਕਿ ਰਿਕਾਰਡਿੰਗ ਕੋਈ ਗਾਲਾਂ ਕਮਾਓ ਭੈਣਾਂ ਦੇ ਕੱਢਣ ਡਿਆ ਹੋਵੇ ਨਾ। ਅਹਿਮਦ ਜੱਟ ਸਾਹਿਬ ਰਾਤੀ ਅਜੇ ਉਹ ਰਿਕਾਰਡਿੰਗ ਚਲਾਉਣ ਲੱਗਾ ਸੀ ਉਹਨੂੰ ਨਹੀਂ ਚਲਾਉਣ ਦਿੱਤੀ। ਦੀਨ ਅਮਾਨ ਦੀ ਗੱਲ ਹੈ ਤੇ ਫਿਰ ਵੀ ਉੱਥੇ ਕਿਹਾ ਗਿਆ ਜੀ ਰਿਕਾਰਡਿੰਗ ਚਲਾਈ ਹੈ। ਉਹ ਬੜੀ ਨਹੀਂ। ਪੁਰਾਣੀ ਇਰਫਾਨ ਜੱਟ ਗਵਾਹ ਹੈ ਕਿ ਰਿਕਾਰਡਿੰਗ ਚਲਾਉਣ ਦਿੱਤੀ ਇਰਫਾਨ ਜੱਟ ਅਸੀਂ ਕਿਸੇ ਨੂੰ। ਅਹਿਮਦ ਜੱਟ ਸਾਹਿਬ ਇਹ ਦੱਸੋ ਕਿ ਉਹ ਬੰਦਾ ਜੀ ਉੱਥੇ ਇੱਕ ਮਿੰਟ ਖਲੋਇਓ ਇੱਕ ਮਿੰਟ ਖਲੋਇਓ ਕੱਲ੍ਹ ਇਰਫਾਨ ਜੱਟ ਨੇ ਇੱਕ ਮਿੰਟ ਖਲੋਇਆ ਆ 10 ਮਿੰਟ ਪਹਿਲਾਂ ਤੇ ਉਹ ਲੂਲਾ ਲੰਗਣਾ ਦਾ ਕਿੰਨੇ ਉਹਨੂੰ ਮਨਾ ਕੀਤਾ ਬਾਈ? ਮੈਂ ਵੀ ਉੱਥੇ ਸੁਣਨਾ ਵੇ ਕਿਸੇ ਬੰਦੇ ਨੇ ਉਹਨੂੰ ਮਨਾ ਕੀਤਾ। ਉਹਨੇ ਇਰਫਾਨ ਪੂਰੀ ਗੱਲ ਜੱਟ ਸਾਹਿਬ ਸੁਣਾਈ ਇਹਦੀ ਯਾਰ। ਅਗਰ ਅਠਵਾਲ ਸਾਹਿਬ ਗਵਾਹੀ ਦੇ ਦੇਣ ਇਹਦੀ ਮੈਂ ਉੱਥੇ ਆ ਬੈਠਾ ਭਾਈ ਸਾਹਿਬ ਇਹ ਤੇ ਸਾਹਮਣੇ ਤੁਸੀਂ ਨਹੀਂ ਕਰੋ। ਜਿਨ੍ਹਾਂ ਨੂੰ ਕਹਿ ਰਹੇ ਨੇ ਉਹ ਬੰਦਾ ਗਵਾਹੀ ਦੇ ਦੇ ਕਿ ਰੋਕਿਆ ਤੇ ਫੇਰ ਕਿੰਨੇ ਰੋਕਿਆ? ਕਿਸੇ ਮੈਂ ਕਹਿ ਨਹੀਂ ਰੋਕਿਆ ਰੋਕਿਆ। ਇੱਕ ਹੋਰ ਬੰਦੇ ਨੇ ਅਹਿਮਦ ਰੋਕਿਆ। ਸਾਹਿਬ ਤੁਸੀਂ ਉਹ ਤਾਂ ਬੋਲੇ ਵੀ ਨਹੀਂ ਜਦੋਂ ਪੂਰੀ ਗੱਲ ਉਹ 15 ਵਾਰਾਂ ਤੋਂ ਲੂਲਾ ਲੱਗਣਾ ਆਖਿਆ ਯਾਰ ਕੋਈ ਆਪਾਂ ਜਿੰਨੀ ਮਰਜ਼ੀ ਲੜਾਈ ਨਾ ਬਾਰ-ਬਾਰ ਕਰੀਏ ਲੱਗਾ ਰਿਹਾ, ਬਾਰ-ਬਾਰ। ਉਹਨੇ 1.5 ਘੰਟਾ ਇੱਕ ਮਿੰਟ ਖਲੋਇਆ ਅਹਿਮਦ ਜੱਟ ਨੇ ਇਹ ਕਿਹਾ ਕਿ ਅਲੀ ਅਕਬਰ ਦਾ ਤੈਨੂੰ ਥੱਲੇ 1.5 ਘੰਟਾ ਉਹ ਲਾਦਾਂ ਲੱਗਾ ਦਾ ਗਾਲ ਨਾ ਦੇਈਂ ਤੇ ਉਹ ਫਿਰ ਵੀ ਝਗੜੇ ਲੱਗਾ ਆਪਣੀ ਰਿਹਾ। ਜਗ੍ਹਾ ਇੱਕ ਬੰਦੇ ਦੇ ਜ਼ਾਂ ਕੱਟੇ ਗਏ ਨੇ ਅੱਲਾ ਵੱਲੋਂ ਲੇਕਿਨ ਤੁਸੀਂ ਖੁਦਾ ਦਾ ਖੌਫ ਖਾਓ। ਇੱਕ ਬੰਦਾ ਲੂਲਾ ਲੰਗੜਾ ਕਾਣਾ ਫਲਾਣਾ ਟਮਕਾਣਾ ਅੱਲਾ ਮਾਫ ਕਰੇ ਇਸ ਦੁਨੀਆ ਤੋਂ ਭਾਈ। ਯਾਰ ਇਹ ਗੈਰ ਇਰਫਾਨ ਜੱਟ ਇੱਕ ਸਾਹਿਬ ਦੂਜੇ ਉਹ ਬਾਰੇ ਤੁਹਾਡੀ ਗੱਲ ਆਉਂਦੇ ਨੇ, ਬਜਾਵੇ ਆਪ ਤਾਹਿਰ ਕਹਿੰਦੇ ਸਾਹਿਬ ਇਹ ਕਹਿ ਦੇਣਗੇ ਇਸ ਗੱਲ ਦੇ ਉੱਤੇ ਮੈਂ ਨਹੀਂ ਰੋਕਿਆ ਤੇ ਫਿਰ ਦੱਸੋ। ਕਿਹਾ ਕਿ ਨਹੀਂ ਕਿਹਾ? ਉਹ ਯਾਰ ਕਿਆ ਵੇ ਮੈਂ ਇਹ ਕਹਿੰਦੇ ਨਹੀਂ ਕਿਹਾ ਯਾਰ ਕਿਆ ਤੂੰ ਰੋਕਿਆ ਨਾ ਇਰਫਾਨ ਜੱਟ ਸਾਹਿਬ ਸੁਣ ਲਓ ਮੇਰੀ ਗੱਲ। ਆਮਦ ਸਾਹਿਬ 15 ਵਾਰਾਂ ਨੂੰ ਰੋਕਿਆ ਤੂੰ ਯਾਰ ਉਹ ਤੇ ਗੱਲ ਹੀ ਇਹੀ ਕਰਦਾ ਯਾਰ ਜਦੋਂ ਵੀ ਮੈਂ ਸੁਣਿਆ ਨਾ ਉਦੋਂ ਕਿਹਾ ਤੇ ਵਿੱਚ ਬੰਦੇ ਦਾ ਫੋਨ ਵੀ ਆ ਜਾਂਦਾ ਹੈ ਠੀਕ ਹੈ। ਮੈਂ ਇਹ ਕਹਿਣ ਡਿਆ ਕਿ ਜੋ ਉਹਨੇ ਕਿਹਾ ਨਾ ਉਹਦੇ ਉੱਤੇ ਉਹਨੂੰ ਰੋਕਿਆ ਇੱਕ ਹੋਰ ਬੰਦੇ ਨੇ ਵੀ ਰੋਕਿਆ ਇਹ ਤਾਹਿਰ ਸਾਹਿਬ ਨੇ ਸੁਣਿਆ ਉਸ ਤੋਂ ਬਾਅਦ ਤਾਹਿਰ ਸਾਹਿਬ ਉੱਤੇ ਗਏ ਨੇ ਠੀਕ ਹੈ।
ਜਦੋਂ ਉਹਨੇ ਗਾਲ ਕੱਢੀ ਉਦੋਂ ਵੀ ਰੋਕਿਆ ਕਿ ਯਾਰ ਗਾਲ ਨਹੀਂ ਕੱਢਣੀ ਇੱਥੇ, ਅਗਰ ਤੂੰ ਵੀ ਗਾਲ ਕੱਢੇਗਾ ਤੇ ਚੁੱਕ ਕੇ ਤੈਨੂੰ ਥੱਲੇ ਮੈਂ ਸੁੱਟਾਂਗਾ। ਠੀਕ ਮੈਂ ਹੈ, ਤੁਹਾਨੂੰ ਕਿਹਾ ਵੀ ਇਹ ਮਤਲਬ ਕਿ ਭੈਣ ਦਾ ਰਿਸ਼ਤਾ ਦੇਣਾ ਹੀ ਤੇ ਗੱਲ ਕਰ ਸਿੱਧੀ। ਨਹੀਂ ਇਹ ਗੱਲ ਜਵਾਈ ਗਲਤ ਹੈ ਨਾ। ਵੇਖੋ ਉਹ ਤੋਂ ਉਹ ਬਾਅਦ ਤੁਸੀਂ ਮੈਨੂੰ ਤੁਹਾਨੂੰ ਥੱਲੇ ਰਾਈਟਸ ਲਾਤਾ ਨੇ ਯਾਰ, ਤੁਸੀਂ ਵੀ ਬਹਿ ਕੇ ਤੇ ਨਾਲ ਗਾਲਾਂ ਹੀ ਕੱਢ ਉਹਨੂੰ ਬਲਾਕ ਸਕਦੇ ਹੋ, ਕਰਤਾ। ਕੋਈ ਮਸਲਾ ਨਹੀਂ। अस्सलाम वालेकुम। ਤੁਹਾਨੂੰ ਉੱਥੇ ਕੰਡੈਮਟ ਕਰਨਾ, ਸੈਫੀ ਨੂੰ ਗਾਲਾਂ ਪਈਆਂ ਨੇ ਉੱਥੇ, अस्सलाम वालेकुम। ਰਜਨੀ ਨੂੰ ਪਈਆਂ ਨੇ। ਯਾਰ ਕੰਡੈਮ ਮੈਂ ਤੁਹਾਡੀ ਬਰਾੜ ਤੇ ਆ, ਮੈਂ ਉਹ ਤੁਹਾਡੇ ਨਾਲ ਗੱਲ ਤਾਰ ਕਰਨ ਸਾਹਿਬ, ਡਿਆ। ਤੁਹਾਡੇ ਤਾਰ ਬਾਰੇ- ਸਾਹਿਬ, ਹਾਂਜੀ, ਜਿਹੜਾ ਉਸ ਸਾਡਾ ਅਮਲ ਬੰਦੇ ਤੁਹਾਨੂੰ ਨੇ- ਬੁਰਾ ਲੱਗਣ ਡਿਆ ਮੈਂ ਜੱਟ ਭਾਈ ਖੁੱਲ ਖਲਾ ਕੇ ਕਹੋ, ਕੋਈ ਮਸਲਾ ਨਹੀਂ ਆ। ਤਾਹਿਰ ਸਾਹਿਬ, ਉਸ ਬੰਦੇ ਅਸੀਂ ਨੇ ਕੋਈ ਤੁਹਾਡੇ ਚੀਚੀ ਨਹੀਂ ਨਾਲ ਪਿੱਛੇ ਨਹੀਂ ਜਾ ਕੇ ਬਹਿ ਜਾਣਾ ਕਿ ਗੱਲ ਮਤਲਬ ਕਿ ਜੋ ਮਰਜ਼ੀ ਕਰੀ ਜਾਓ। ਤਾਰ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨ ਆਇਆ, ਗੱਲ ਸੁਣ ਲਓ ਯਾਰ। ਉਸ ਬੰਦੇ ਨੇ ਵਾਅਦਾ ਕੀਤਾ ਹੈ, ਇੱਕ ਕਿਸੇ ਬੰਦੇ ਦੇ ਅੰਦਰ ਵੀ ਕੋਈ ਵੀ ਡਿਸੇਬਿਲਿਟੀ ਹੁੰਦੀ ਹੈ ਨਾ, ਉਹਨੂੰ ਇਸ ਤਰ੍ਹਾਂ ਨਹੀਂ ਉਜਾਗਰ ਕਰੀਦਾ ਹੁੰਦਾ। ਤੇ ਉਹਨੇ ਬਾਰ-ਬਾਰ ਇਹ ਗੱਲ ਕੀਤੀ ਹੈ, ਤੇ ਫਿਰ ਤੁਸੀਂ ਉੱਤੇ ਗਏ ਹੋ ਤੇ ਉਹਨੇ ਉਦੋਂ ਵੀ ਤੁਹਾਨੂੰ ਮਾਂ ਦੀ ਜਾਂ ਭੈਣ ਦੀ ਗਾਲ ਕੱਢੀ ਹੈ। ਠੀਕ ਕੱਢੀਆਂ ਹੈ, ਨੇ ਜੀ, ਕੱਢੀਆਂ ਬਿਲਕੁਲ ਹਾਂ ਕੱਢੀਆਂ ਨੇ ਉਹਨੇ ਗਾਲਾਂ। ਮੈਂ ਹੁਣ ਰਿਕਾਰਡਿੰਗ, ਹਾਂ, ਤੇ ਉਹ ਇੱਕ ਇੰਤਹਾਈ ਗਾਂਡੂ ਬੰਦਾ ਹੈ, ਗਾਂਡੂ ਵਾਲਦਾ ਦਾ ਬੱਚਾ ਹੈ, ਉਹ ਗਾਂਡੂ ਹਾਫਜ਼ ਹੈ ਉਹ। ਠੀਕ ਹੈ, ਤੇ ਉਹ ਇਹੀ ਕਰ ਸਕਦਾ ਹੈ ਕਿ ਕੱਲਾ ਬਹਿ ਕੇ ਗਾਲਾਂ ਕੱਢ ਸਕਦਾ ਹੈ। ਬੰਦਾ ਮੇਰੀ ਐਸ ਬਰਾੜ ਤੋਂ 2 ਆਈਡੀਆਂ ਤੋਂ ਮੋਡੀਏਟਰ ਦੇ ਹਜੇ ਹਾਂ, ਵੀ ਹਾਂ। ਹੈ, ਉਹਨੇ ਮੇਰੀ ਆਈਡੀ ਬਲਾਕ ਕਰਤੀ ਹੈ। ਉਹ ਬਹੁਤ ਵੱਡਾ ਹਰਾਮੀ ਹੈ, ਉਹ ਬਹੁਤ ਵੱਡਾ ਜਿਹੜਾ ਗਾਂਡੂ ਹੈ, ਤੇ ਉਹ ਮਾਦਰ ਚੋਦ ਹੈ, ਉਹ ਗਾਂਡੂ ਹੈ। ਉਹਦੀ ਮਾਂ ਨੂੰ ਚੋਦੋ, ਉਹਦੀ ਮਾਂ ਨੂੰ। ਉਹਨੇ ਫੇਰ ਹੀ ਬਾਜ਼ ਆਣਾ ਜੇ ਉਹਦੀ ਮਾਂ ਨੂੰ ਚੋਦਣਾ ਹੈ ਤੁਸੀਂ। ਯਾਰ ਤਾਹਿਰ ਸਾਹਿਬ ਇਹਨਾਂ ਦੋਵਾਂ ਨੂੰ ਥੱਲੇ ਠੀਕ ਲਾਓ ਹੈ, ਨਾ, ਇਹਨਾਂ ਦੋਵਾਂ ਨੂੰ ਥੱਲੇ ਲਾਓ। ਉਹਦੀ ਮਾਂ ਇਹਨੂੰ ਵੀ ਨੂੰ ਲਾਓ, ਸੈਫੀ ਨੂੰ ਵੀ ਚੋਦੋਗੇ, ਲਾਓ, ਉਹਦੀ ਧੀ ਨੂੰ ਸੈਫੀ ਨੂੰ ਵੀ ਥੱਲੇ ਚੋਦੋਗੇ, ਲਾਓ ਤੇ ਨਾ। ਫੇਰ ਹੀ ਉਹਨੇ ਬਾਜ਼ ਆਣਾ ਹੈ। ਨਹੀਂ ਅਹਿਮਦ ਜੱਟ ਸਾਹਿਬ, ਨਹੀਂ ਮੇਰੀ ਗੱਲ ਸੁਣੋ ਨਾ। ਤੇ ਇਹ ਜਿਵੇਂ ਦੇਖੋ, ਅਹਿਮਦ ਅਸੂਲ ਜੱਟ ਇਹ ਨੇ ਵੇ ਕਿ ਗਾਲਾਂ ਦੋਨਾਂ ਨੂੰ ਕੱਢੀਆਂ ਥੱਲੇ ਸਨ ਨਾ, ਲਾਓ। ਇਹ ਗਰੁੱਪ ਇਹਨਾਂ ਦਾ ਇੱਕ ਹੀ ਹੈ। ਅਹਿਮਦ ਵੀ ਗਾਲੀਬਾਜ਼ ਹੈ, ਜੱਟ ਵੀ, ਇਹਨੇ ਵੀ ਬਹੁਤ ਗਾਲਾਂ ਕੱਢੀਆਂ ਨੇ ਪਿੱਛੇ। ਇਹ ਸਾਰੇ ਮਿਲ ਕੇ ਗਾਲਾਂ ਹੀ ਕੱਢਣੀਆਂ ਨੇ। ਉਹ ਯਾਰ ਦੇਖੋ, ਪ੍ਰਾਪੋਗੰਡਾ ਤੁਸੀਂ ਕਰ ਹੀ ਜਾਓ, ਜਿੰਨਾ ਮਰਜ਼ੀ ਕਰੀ ਜਾਓ। ਤੂੰ ਗਾਲਾਂ ਕੱਢੀਆਂ ਨਹੀਂ, ਤੂੰ ਨਹੀਂ ਗਾਲਾਂ ਕੱਢੀਆਂ, ਨਹੀਂ ਤੂੰ ਕੱਢੀਆਂ ਨਹੀਂ ਗਾਲਾਂ। ਨਹੀਂ ਨਹੀਂ, ਉਹ ਬਰਾਡ ਲਾ ਕੇ ਗਾਲਾਂ ਕੱਢਦਾ ਨਹੀਂ ਰਿਹਾ ਤੂੰ, ਰਿਕਾਰਡਿੰਗ ਕੱਢਦਾ ਨਹੀਂ ਰਿਹਾ ਤੂੰ ਗਾਲਾਂ। ਰਿਕਾਰਡਿੰਗ ਗਾਲਾਂ ਕੱਢ ਨਹੀਂ ਰਿਹਾ, ਰਿਕਾਰਡਿੰਗ ਲਾ ਇੱਥੇ। ਓਏ ਤੇ ਤੂੰ ਰਿਕਾਰਡਿੰਗ ਰਿਕਾਰਡਿੰਗ ਲਾਈ ਹੈ ਤੇਰੀ। ਰਿਕਾਰਡਿੰਗ ਲਾ ਨਾ। ਤੂੰ ਆਪਣੀ ਮਾਂ ਦਾ ਮੂੰਹ ਤੋਂ ਪੁੱਤਰ ਕਹੀ ਜਾ ਰਿਹਾ ਮੈਂ, ਤੂੰ ਦੱਸ ਆਪਣੀ ਮਾਂ ਦਾ ਪੁੱਤਰ ਬਕਵਾਸ ਹੈ। ਤੇ ਬਹਿ ਕੇ ਮੈਂ ਸੁਣਨਾ ਵਾ, ਲਾ ਤੇ ਰਿਕਾਰਡਿੰਗ। ਉਹ ਗਾਂਡੂ ਆ, ਗਾਂਡੂ ਨਾ ਬਣ, ਗਾਂਡੂ ਨਾ ਬਣ, ਗਾਂਡੂ ਤੂੰ ਗਾਂਡੂ ਨਾ ਬਣ, ਤੂੰ ਗਾਂਡੂ ਮੈਂ। ਭੈਣ ਚੋਦਾ ਉਸ ਦਿਨ ਗਾਲਾਂ ਕੱਢਦਾ ਰਿਹਾ, ਹੁਣ ਕਹਿੰਦਾ ਮੈਂ ਗਾਲਾਂ ਨਹੀਂ ਕੱਢੀਆਂ। ਅੱਛਾ ਰਿਕਾਰਡਿੰਗ ਲਾ, ਮੇਰੀ ਗੱਲ ਸੁਣ, ਹੈਂ? ਤੂੰ ਗਾਲ ਕੱਢੇਗਾ, ਭੈਣ ਚੋਦਾ ਉਸ ਦਿਨ ਤੂੰ ਗਾਲਾਂ ਕੱਢਦਾ ਰਿਹਾ, ਹੁਣ ਕਹਿੰਦਾ ਮੈਂ ਗਾਲ ਨਹੀਂ ਕੱਢੀ। ਹੈਲੋ ਹੈਲੋ ਤਾਰ ਸਾਹਿਬ ਥੱਲੇ ਤੇ ਨਹੀਂ ਲਾਓਗੇ। ਤੂੰ ਗਾਂਡੂ ਆ, ਹੁਣ ਕਹਿੰਦਾ ਮੈਂ ਗਾਲ ਨਹੀਂ ਕੱਢੀ। ਨਹੀਂ ਗਾਲਾਂ ਨਹੀਂ ਅਹਿਮਦ ਜੱਟ ਸਾਹਿਬ ਸਾਡਾ ਗੁੱਡੂ ਤੂੰ ਹੁਣ ਤੂੰ ਗੁੱਡੂ ਬਹਿ ਕੇ ਗਾਲਾਂ ਕੱਢ ਰਿਹਾ। ਉਹ ਸੈਫੀ ਭਾਈ, ਸੈਫੀ ਕਿਉਂ ਕਹਾ ਕਿੰਨੇ ਪਹਿਲਾਂ ਗਾਲਾਂ ਕੱਢੀਆਂ ਨੇ? ਇਹਨੇ ਗਾਲਾਂ ਨਹੀਂ ਕੱਢੀਆਂ, ਇਹਨੇ ਉਸ ਦਿਨ ਪੁੱਛੋ, ਕਹਿੰਦਾ ਰਿਕਾਰਡਿੰਗ ਗਲਤ ਕੰਮ ਹੈ ਯਾਰ, ਰੋਜ਼ੇ ਨੇ, ਅਕਲ ਕਰੋ। ਹੈ ਰੋਜ਼ੇ, ਇਹਨਾਂ ਦੇ ਰੋਜ਼ੇ ਨਹੀਂ ਹੈਗੇ। ਓਏ ਅਕਲ ਕਰੋ ਸਾਰੇ ਨਹੀਂ, ਜਣੇ। ਇਹਨਾਂ ਦੀਆਂ ਗੱਲ ਮਾਵਾਂ ਮੈਂ ਭੈਣਾਂ ਗੱਲ ਜਿਹੜੀਆਂ ਨੇ ਉਹ ਬਾਹਰ ਬੈਠੀਆਂ ਹੋਈਆਂ ਨੇ, ਗਾਲਾਂ ਕੱਢਦੇ ਉੱਤੇ ਬਹਿ ਕੇ, ਕੀ ਕਰਦੇ ਪਏ ਹੋ ਯਾਰ, ਥੋੜਾ ਜਿਹਾ ਗਾਲਾਂ ਕੱਢਦੇ ਓਏ ਹੋ। ਅਕਲ ਕਰੋ, ਅਕਲ ਕਰੋ, ਅਕਲ ਕਰੋ। ਕਿਉਂ ਇਹਦੇ ਪੁੱਤਰ ਬਣੋ, ਐਵੇਂ ਕਿਉਂ ਕਰਨ ਡਏ ਜੇ? ਓਏ ਰੋਜ਼ ਗਾਲਾਂ ਕੱਢਦੇ ਨੇ, ਇਹ ਅਹਿਮਦ ਜੱਟ ਗਾਲਾਂ ਕਢਵਾਉਂਦਾ ਉੱਥੇ ਬਹਿ ਕੇ। ਗੱਲ ਇਹ ਵੇ ਕਿ ਇੱਥੇ ਜਿੰਨਾ ਮਰਜ਼ੀ ਪ੍ਰਾਪੋਗੰਡਾ ਕਰੋ, ਕੋਈ ਸਾਬਤ ਕਰੋ ਕਿ ਗਾਲਾਂ ਕੱਢਦੇ ਨੇ, ਕੋਈ ਸਾਬਤ ਅਹਿਮਦ ਕਰੋ। ਜੱਟ ਤੂੰ ਆਪਣੀ ਮਾਂ ਦੀ ਕਸਮ ਝੂਠ ਕੇ ਤੂੰ ਗਾਲਾਂ ਨਹੀਂ ਕੱਢੀਆਂ। ਯਾਰ ਮਾਂ ਦੀ ਕਸਮ ਕੀ ਹੈ, ਤੁਹਾਡੇ ਕੋਲ ਰਿਕਾਰਡਿੰਗਾਂ ਨਹੀਂ? ਤੂੰ ਕੱਢੀਆਂ ਨਹੀਂ ਅਹਿਮਦ ਗਾਲਾਂ, ਜੱਟ ਤੂੰ ਇੱਥੋਂ ਤੁਰ ਜਾ। ਮੈਂ ਝੂਠ ਹੁਣ ਬੋਲਦਾ ਤੈਨੂੰ ਗਾਲ ਨਹੀਂ ਕੱਢੀ। ਮੂੰਹ ਦੇ ਉੱਤੇ ਬਹਿ ਕੇ ਕਹਿ ਰਿਹਾ ਕਿ ਮੈਂ ਗਾਲਾਂ ਨਹੀਂ ਅਹਿਮਦ ਕੱਢੀਆਂ। ਜੱਟ ਮੈਂ ਤੈਨੂੰ ਆਖਣ ਡਿਆ ਇੱਥੋਂ ਤੁਰ ਜਾ। ਤੂੰ ਹੁਣ ਝੂਠ ਬੋਲਦਾ ਹੈ, ਝੂਠੇ ਵੱਡਾ ਜੱਟ ਬਣਿਆ ਫਿਰਦਾ ਹੈ ਤੂੰ। ਡੇਢ ਘੰਟੇ ਤੂੰ ਗਾਲਾਂ ਕੱਢਦਾ ਰਿਹਾ ਉਸ ਮੈਂ ਦਿਨ। ਤੈਨੂੰ ਇਸ ਗੱਲ ਦਾ ਜਵਾਬ ਤੂੰ ਹੁਣ ਦਾਂਗਾ। ਜੱਟ ਬਣਿਆ ਫਿਰਦਾ, ਮੈਂ ਜੱਟ ਆ, ਮੈਂ ਜੱਟ ਆ। ਸਭ ਨੂੰ ਉੱਥੇ ਬਹਿ ਕੇ ਕਿਹੜਾ ਗਾਲਾਂ ਕੱਢਾਂਗੇ ਇੱਥੇ ਬੈਠੇ। ਕਹਿੰਦਾ ਰਿਕਾਰਡਿੰਗ ਸੁਣਾਓ, ਰਿਕਾਰਡਿੰਗ ਅਹਿਮਦ ਸੁਣਾਓ। ਜੱਟ ਬੰਦਾ ਚੱਲ ਤੂੰ ਬਦਮਾਸ਼ ਦਾ ਬੱਚਾ ਹੈ, ਗਾਲਾਂ ਕੱਢ ਕੇ ਕਹਿ ਰਿਹਾ ਗਾਲਾਂ ਨਹੀਂ ਕੱਢੀਆਂ ਮੈਂ। ਕਰ ਓਏ ਅਕਲ ਕਰ, ਸੈਫੀ ਅਕਲ ਕਰ, ਓ ਅਕਲ ਯਾਰ ਉੱਥੇ ਬਹਿ ਕੇ ਗਾਲਾਂ ਕਢਵਾਉਂਦਾ ਰਿਹਾ, ਕਹਿੰਦਾ ਉਹਨੇ ਉਹਦੀ ਰਿਕਾਰਡਿੰਗ ਚਲਾਓ ਗਾਲਾਂ ਦੀ। ਉਹ ਕਿਹਦੇ ਨਾਲ ਗੱਲ ਕਰਨ ਡਿਆ? ਕਮ ਸੇ ਕਮ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਹੀਂ ਗੱਲ ਕਹੀ ਤੂੰ ਮੈਂ। ਗਾਲਾਂ ਨਹੀਂ ਕੱਢਦਾ ਰਿਹਾ ਮੈਂ ਤੂੰ। ਤੈਨੂੰ ਕਿਹਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਨਹੀਂ ਕਿਹਾ ਕਿ 6 ਸਾਲ ਦੀ ਬੱਚੀ ਜਿਹੜੀ ਉਹ ਨਿਕਾਹ ਨਹੀਂ ਜ਼ਨਾ ਹੁੰਦਾ। ਤੇ ਜ਼ਨਾ ਕੀ ਹੁੰਦਾ ਹੈ ਫਿਰ? ਕੀ ਹੁੰਦਾ ਹੈ ਫਿਰ ਉਹ? ਕੀ ਹੁੰਦਾ ਹੈ ਫਿਰ ਉਹ? ਹੈਲੋ ਕੀ ਹੁੰਦਾ ਹੈ? ਗੁਸਾਖੀ ਨਹੀਂ ਉਹ ਨਿਕਾਹ, ਉਹ ਕੀ ਤੂੰ ਗਾਲਾਂ ਨਹੀਂ ਕੱਢੀਆਂ? ਨਬੀ ਕਰੀਮ ਸੱਲੱਲਾਹੁ ਅਲੈਹਿ ਤੇ ਵਸੱਲਮ ਨੂੰ ਉਹ ਕਿਹੜਾ ਨਬੀ ਪਾਕ ਸੱਲਮ ਦੀ ਕਬਰ ਦੇ ਉੱਤੇ ਮੂਤਰਨਾ, ਉਹ ਕੀ ਹੁੰਦਾ ਹੈ? ਉਹ ਨਬੀ ਪਾਕ ਦੀ ਕਬਰ ਦੇ ਉੱਤੇ ਮੂਤਰਨਾ ਕੀ ਹੁੰਦਾ ਹੈ? ਠੀਕ ਹੈ, ਗੁਸਤਾਖੀ ਨਹੀਂ। ਉਹ ਜਿਹੜਾ ਤੇਰਾ ਪਿਓ ਉੱਥੇ ਬੈਠਾ ਕਹਿੰਦਾ ਏ ਰੋਜ਼ਾ ਰਸੂਲ ਦੇ ਉੱਤੇ ਮੂਤਰਨਾ ਕੀ ਹੁੰਦਾ ਹੈ? ਇਹ ਜਿਹੜਾ ਤੁਸੀਂ ਹਰਾਮੀ ਦਾ ਪੋਸਟਰ ਹੈ ਲਾਇਆ ਗਾਲਾਂ ਕੱਢਦਾ ਹੈ ਬਗੈਰ ਦਾ, ਜਿਹੜਾ ਨਬੀ ਪਾਕ ਨੂੰ ਜਿਹੜਾ ਕਹਿੰਦਾ ਹੈ ਕਿ 6 ਸਾਲ ਦੀ ਬੱਚੀ ਉਹਨਾਂ ਦਾ ਦੀ ਕਬਰ ਦੇ ਉੱਤੇ ਮੂਤਰਨਾ ਕੀ ਹੁੰਦਾ ਹੈ? ਹੈ ਜੱਟ ਬਣਿਆ ਫਿਰਦਾ ਇੱਥੇ ਆ ਕੇ, ਜੱਟ ਆ, ਮੈਂ ਜੱਟ ਆ। ਵੇਖੋ
ਲਾਂਤੀਆਂ ਗਾਲਾਂ ਕੱਢਦਾ ਅਹਿਮਦੀਆਂ ਨੂੰ ਗਾਲਾਂ ਕਢਾਉਂਦਾ ਹੈ। ਆ ਜਾਣਾ ਨੂੰ ਗਾਲਾਂ ਕਢਾਉਂਦਾ ਹੈ। ਲਾਓ ਨਾ ਉੱਥੇ ਬਹਿ ਕੇ ਬਗੈਰ ਤਲਕ ਦੀ ਲਾਈਵ ਦੇ ਉੱਤੇ ਉਹਦੀ ਵਜ੍ਹਾ 2 ਮੈਂ ਘੰਟੇ ਬਕਵਾਸ ਹੁੰਦਾ ਰਿਹਾ ਤੂੰ ਉੱਥੇ ਲਾਂਤੀਆ ਜੱਟ ਬਣੇ ਫਿਰਦੇ ਨਾ ਦਾਂਗਾ ਤੂੰ ਜੱਟ ਹੈ ਤੂੰ ਮੋੜ ਜੋ ਤੂੰ ਜੱਟ ਮੈਂ ਹੈ ਕਹਿੰਦਾ ਤੂੰ ਹਰਾਮੀ ਸਾਬਤ ਹੋਇਆ ਕਿ ਲਾਂਤੀਆ ਤੂੰ ਜੱਟ ਹੈ ਇਲਜ਼ਾਮ ਲਾ ਰਿਹਾ ਤੂੰ ਲਾਂਤੀ ਹੈ ਤੂੰ ਹਰਾਮੀ ਸਾਬਤ ਹਰਾਮਜ਼ਾਦਾ ਹੋ ਗਿਆ ਹੈ ਤੂੰ ਨਬੀ ਪਾਕ ਨੂੰ ਤੂੰ ਗਾਲਾਂ ਹੈ ਕੱਢੀਆਂ ਨੇ ਹਰਾਮੀ ਹੈਗਾ ਹਰਾਮਜ਼ਾਦਾ ਹਰਾਮੀ ਤੂੰ ਸਾਬਤ ਤੂੰ ਨਬੀ ਪਾਕ ਨੂੰ ਗਾਲਾਂ ਕੱਢੀਆਂ ਨੇ ਹਰਾਮਜ਼ਾਦਾ ਤੂੰ ਹਰਾਮਜ਼ਾਦਾ ਹੈ ਤੂੰ ਲਾਂਤੀ ਮਾਂ ਦਾ ਬੱਚਾ ਲਾਂਤੀ ਹੋ ਗਿਆ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਉੱਤੇ ਤੂੰ ਇਲਜ਼ਾਮ ਲਾ ਕੇ ਹੁਣੇ ਕੋਲ ਬੈਠਾ ਹੈ ਗਾਂਡੂ ਹਾਫਿਜ਼ ਕੋਲ ਬੈਠਾ ਹੈ ਤੂੰ ਗਾਂਡੂ ਹਾਫਿਜ਼ ਕੋਲ ਜੋ ਮਰਜ਼ੀ ਬਗੈਰ ਤਾਂ ਗਾਲਾਂ ਕੱਢੇਗਾ ਮੈਂ ਤੈਨੂੰ ਗੱਲ ਨਹੀਂ ਗਾਲਾਂ ਕੱਢਦੇ ਲਾਂਤੀਆਂ ਗਾਲਾਂ ਨਹੀਂ ਜੱਟ ਬਣਿਆ ਫਿਰਦਾ ਹੈ ਇਹਨੂੰ ਮੈਂ ਨਹੀਂ ਗੱਲ ਵੱਡਾ ਜੱਟ ਹੈ ਲਾਂਤੀਆ ਉਹ ਜੱਟ ਦੇ ਪਤਾ ਲੱਗ ਜਾਂਦਾ ਨਾ ਉੱਥੇ ਬੈਠ ਕੇ ਤੂੰ ਬੜਾ ਕਲਾਨਾ ਤੂੰ ਜੱਟ ਦਾ ਪੁੱਤਰ ਨਹੀਂ ਹੈ ਤੂੰ ਲਾਂਤੀ ਹੈ ਲਾਂਤੀ ਮਾਂ ਦੇ ਅੰਦਰ ਕੋਈ ਤੂੰ ਲਾਂਤੀ ਹੈ ਤੂੰ ਲਾਂਤੀ ਮਾਂ ਦਾ ਬੱਚਾ ਹੈ ਲਾਂਤੀ ਮਾਂ ਦਾ ਬੱਚਾ ਤੂੰ ਲਾਂਤੀ ਮਾਂ ਦਾ ਬੱਚਾ ਹੈ 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 ਉਹ ਲਾਂਤੀ ਮਾਂ ਦੇ ਬੱਚੇ ਗਾਲਾਂ ਕੱਢਦੇ ਉਹ ਬਗੈਰ ਮਾਂ ਦੇ ਬੱਚੇ ਗਾਲਾਂ ਕੱਢਦੇ ਗੱਲ ਸੁਣਿਆ ਨਹੀਂ ਯਾਰ ਗਾਲਾਂ ਨਾ ਕੱਢੋ ਯਾਰ ਕਿਉਂ ਗਾਲਾਂ ਕੱਢਦੇ ਬਗੈਰ ਦੇ ਬੱਚੇ ਪਾਗਲਾਂ ਨੂੰ ਕੀ ਹੋ ਗਿਆ ਤੁਹਾਨੂੰ ਮੈਂ ਤੈਨੂੰ ਗਾਲ ਕੋਈ ਨਹੀਂ ਕੱਢਣੀ ਨਾ ਮੈਂ ਤੇਰੀ ਕਿਉਂ ਕੱਢੀਆਂ ਨੇ ਗਾਲਾਂ ਮੈਨੂੰ 1.5 ਘੰਟੇ ਤੂੰ ਗਾਲਾਂ ਕੱਢਦਾ ਰਿਹਾ ਦੋਸਤ ਦੇ ਵਿੱਚ ਤੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਰਿਹਾ ਬਗੈਰ ਮੈਂ ਕਹਿੰਦਾ ਕਿ ਤੂੰ ਵੀ ਕੱਢਦਾ ਰਿਹਾ ਤੂੰ ਜੱਟ ਬਣਿਆ ਰਿਹਾ ਤੂੰ गाली देना बहुत बुरी बात है एंटी मेरे बात गाली देना बहुत बुरी बात है तेरे भाइयों गाली ना दो ऐसे ना करो ਥੱਲੇ ਲੈ ਜਾਓ ਜ਼ਬਾਨਿਆ ਫਿਰਦਾ ਤੂੰ ਵੱਡਾ ਮੁਅੱਜ਼ਜ਼ ਗਾਲਾਂ ਕੱਢ ਕੇ ਮਾਵਾਂ ਭੈਣਾਂ ਦੀਆਂ ਅਹਿਮਦੀਆਂ ਨੂੰ ਇੱਥੇ ਆ ਕੇ ਬਹਿ ਗਏ ਤੂੰ ਉਹ ਮੈਂ ਹੁਣ ਵੀ ਤੂੰ ਗਾਲਾਂ ਕੱਢਾ ਰਿਹਾ ਤੂੰ ਗਾਲਾਂ ਕੱਢੀਆਂ ਤੂੰ ਗਾਲਾਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਤੂੰ ਲਾਂਤੀਆ ਉਹ ਲਾਂਤੀਆ ਤੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਲਾਂਤੀ ਮੈਂ ਕਹਿੰਦਾ ਤੇਰੇ ਕਹਿੰਦੇ ਹੋ ਕੱਢੀਆਂ ਨੇ ਤੁਹਾਡੇ ਕਹਿੰਦੇ ਤੁਹਾਡੇ ਤੂੰ ਲਾਂਤੀਆ ਗਾਲਾਂ ਕੱਢੀਆਂ ਰੋਲਾ ਪਾਇਆ ਬੰਦ ਕਰੋ ਬਰਾ ਇਹ ਸਰਕਾਰ ਨੇ ਬਿਨ ਮਰੀਮ ਜਿਹੜਾ ਜ਼ਮਾਨਾ ਦੇ ਉੱਤੋਂ ਦਾ ਮੈਂ ਕਹਿੰਦਾ ਕਿ ਲਾਂਤੀ ਤੁਹਾਡੀਆਂ ਮਾਂ ਦੀ ਕੀ ਅਹਿਮੀਅਤ ਪਤਾ ਲਾਂਤੀ ਓਏ ਲਾਂਤੀ ਬਦਮਾਸ਼ੀ ਤੇ ਬੈਠ ਕੇ ਲਾਂਤੀ ਅਹਿਮਦ ਜੱਟ ਗਾਲਾਂ ਕਢਵਾਉਂਦਾ ਹੈ ਤੇਰੀ ਮਾਂ ਦੇ ਅੰਦਰ ਲਾਂਤੀ ਨੇ ਗਾਲਾਂ ਕਢਵਾਈਆਂ ਲਾਂਤੀ ਨੇ ਕਿਹਾ ਕਿ ਜਰਮਨੀ ਦੇ ਵਿੱਚ ਬੰਦਾ ਗਾਂਡੂ ਨੇ ਗਾਲਾਂ ਕਢਵਾਈਆਂ ਨੇ ਗਾਂਡੂ ਅਹਿਮਦ ਜੱਟ ਦੇ ਇੱਕ ਸਾਹਮਣੇ ਕੱਢ ਸਿਰਫ ਇਹ ਗਾਂਡੂ ਅਹਿਮਦ ਜੱਟ ਨੇ ਗਾਲਾਂ ਕਢਵਾਈਆਂ ਨੇ ਮੇਰਾ ਰੋਜ਼ਾ ਮੈਂ ਨਹੀਂ ਗੱਲ ਇਹ ਗਾਂਡੂ ਅਹਿਮਦ ਜੱਟ ਨੇ ਗਾਲਾਂ ਕਢਵਾਈਆਂ ਨੇ ਇਸ ਗੱਲ ਦਾ ਜਵਾਬ ਇਹ ਗਾਂਡੂ ਨੇ 1.5 ਘੰਟੇ ਗਾਲਾਂ ਕੱਢੀਆਂ ਨੇ ਇਹਨੇ ਗਾਲਾਂ ਕਢਵਾਈਆਂ ਨੇ ਰੋਜ਼ੇ ਤੋਂ ਬਾਅਦ ਜਮਸ਼ੇਦ ਬੱਟ ਗਾਂਡੂ ਨੇ ਗਾਲਾਂ ਕਢਵਾਈਆਂ ਨੇ ਜਮਸ਼ੇਦ ਬੱਟ ਗਾਂਡੂ ਨੇ ਮੈਨੂੰ ਗਾਲਾਂ ਕੱਢੀਆਂ ਨੇ ਰੋਜ਼ੇ ਤੋਂ ਬਾਅਦ ਤੈਨੂੰ ਜਵਾਬ ਦਾਂਗਾ ਲਾਂਤੀ ਦੇ ਬੱਚਿਆਂ ਗਾਲਾਂ ਕਿਉਂ ਕਢਵਾਈਆਂ ਸਨ ਲਾਂਤੀਆ ਇਹ ਕਹਿਣਾ ਵੇਂ ਕਿਉਂ ਗਾਲਾਂ ਕਢਵਾਉਣਾ ਲੋਕਾਂ ਨੂੰ ਲਾਂਤੀਆ ਤੂੰ ਇਹ ਕਹਿਣਾ ਵੇਂ ਕਿ ਨਾ ਕਿਉਂ ਗਾਲਾਂ ਕਢਵਾਉਣਾ ਕਿਉਂ ਗਾਲਾਂ ਕੱਢੀਆਂ ਨੇ ਤੂੰ ਐਮ ਦੀਆਂ ਉਹ ਹਰਾਮੀ ਲਾਂਤੀਆ ਹਰਾਮੀਆਂ ਕਿਉਂ ਗਾਲਾਂ ਕਢਵਾਈਆਂ ਨੇ ਤੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਹੁਣੇ ਤੂੰ ਫਿਰ ਦੁਬਾਰਾ ਕੱਢ ਲਾਂਤੀਆ ਹਰਾਮੀਆਂ ਕੋਈ ਸਾਬਤ ਕਰਨਾ ਤੋਬਾ ਨਾਉਜ਼ ਬਿਲਲਾਹ ਸਾਬਤ ਕਰਨਾ ਗਾਲਾਂ ਕੱਢੀ ਜਾਂਦੇ ਹਰਾਮੀ ਹੈ ਔਰ ਨਬੀ ਪਾਕ ਨੂੰ ਗਾਲਾਂ ਕੱਢਦੇ ਲਾਂਤੀਆ ਹਰਾਮੀਆਂ ਹਰਾਮੀ ਬੱਚਾ ਪੈਦਾ ਕੀਤਾ ਕੁੱਤੀ ਦੇ ਬੱਚਿਆਂ ਗਾਲਾਂ ਕੱਢੀ ਜਾਂਦੇ ਕੁੱਤੀ ਦੇ ਬੱਚਿਆਂ ਗਾਲਾਂ ਕੱਢੀ ਜਾਂਦੇ ਨਬੀ ਪਾਕ ਨੂੰ ਤੂੰ ਜਿੰਨੀ ਮਰਜ਼ੀ ਮੈਨੂੰ ਗਾਲ ਕੱਢ ਔਰ ਮੈਂ ਨਬੀ ਪਾਕ ਨੂੰ ਗਾਲਾਂ ਕੱਢੀ ਜਾਂਦੇ ਹਰਾਮੀਆਂ ਨਬੀ ਪਾਕ ਨੂੰ ਗਾਲਾਂ ਕੱਢੀ ਜਾਂਦੇ ਔਰ ਨਬੀ ਪਾਕ ਨੂੰ ਗਾਲਾਂ ਕੱਢਵਾਈ ਜਾਂਦੇ ਲਾਂਤੀਆ ਕਿ ਤੁਸੀਂ ਹਰਾਮੀ ਹੋ ਔਰ ਨਬੀ ਪਾਕ ਨੂੰ ਗਾਲਾਂ ਕੱਢਵਾਈ ਜਾਂਦੇ ਕੁੱਤੀ ਦੇ ਬੱਚਿਆਂ ਛੱਡ ਦੇ ਜੱਤੀ ਦੇ ਬੱਚਿਆਂ ਨਬੀ ਪਾਕ ਨੂੰ ਗਾਲਾਂ ਕੱਢੀ ਜਾਂਦੇ ਨਬੀ ਪਾਕ ਨੂੰ ਗਾਲਾਂ ਕੱਢੀ ਜਾ ਰਹੇ ਹਨ ਜਿਨੇ ਤੈਨੂੰ ਨਬੀ ਪਾਕ ਨੂੰ ਗਾਲਾਂ ਕੱਢੀ ਜਾ ਰਹੇ ਹਨ ਨਬੀ ਪਾਕ ਨੂੰ ਗਾਲਾਂ ਕੱਢੀ ਜਾ ਰਹੇ ਹਨ ਨਬੀ ਪਾਕ ਨੂੰ ਹੁਣ ਤੂੰ ਨਬੀ ਪਾਕ ਨੂੰ ਗਾਲਾਂ ਕੱਢੀ ਜਾ ਰਹੇ ਹਨ ਨਬੀ ਪਾਕ ਨੂੰ ਗਾਲਾਂ ਕੱਢੀ ਜਾ ਰਹੇ ਹਨ ਨਬੀ ਪਾਕ ਨੂੰ ਗਾਲਾਂ ਕੱਢੀ ਜਾ ਰਹੇ ਲਾਂਤੀਆ ਉਹ ਅਹਿਮਦੀਆਂ ਨੂੰ ਗਾਲਾਂ ਕੱਢਦੇ ਨਬੀ ਪਾਕ ਨੂੰ ਗਾਲਾਂ ਕੱਢਦੇ ਕਾਰਡ ਖੇਡਣ ਵਾਲਿਓ ਉਹ ਲਾਂਤੀਆ ਨਬੀ ਪਾਕ ਨੂੰ ਗਾਲਾਂ ਕੱਢਦੇ ਉਹਨਾਂ ਦੀ ਅਜ਼ਵਾਜ ਨੂੰ ਗਾਲਾਂ ਕੱਢਦੇ ਲਾਂਤੀਆ ਠੀਕ ਹੈ ਉਹ ਲਾਂਤੀਆ 10 ਗਾਲਾਂ ਕਿਉਂ ਕੱਢੀਆਂ ਸਨ 10 ਕਿਉਂ ਗਾਲਾਂ ਕੱਢੀਆਂ ਤੂੰ ਸਨ ਜਿੰਨੀ ਮਰਜ਼ੀ ਗਾਲ ਤੇਰੀ ਭੈਣ ਨੇ ਠਾਲੀ ਸੀ ਮੈਂ ਤੇਰੀ ਭੈਣ ਨੂੰ ਛੇੜਿਆ ਸੀ ਮੈਂ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ ਸਨ ਮੈਂ ਜਵਾਬ ਕੋਈ ਨਹੀਂ ਦੇਣਾ ਤੇਰੀ ਮਾਂ ਨੂੰ ਛੇੜਿਆ ਸੀ ਮੈਂ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ ਸਨ ਲਾਂਤੀਏ ਠੀਕ ਹੈ ਤੁਹਾਡੇ ਫਤਵੇ ਮੈਨੂੰ ਦੇ ਕਿਉਂ ਗਾਲਾਂ ਮੁਤਾਬਕ ਕੱਢੀਆਂ ਸਨ ਲਾਂਤੀਆ ਤੁਹਾਡੇ ਫਤਵੇ ਦੇ ਮੁਤਾਬਕ ਮੈਂ ਤੇਰੀ ਮਾਂ ਨੂੰ ਛੇੜਿਆ ਸੀ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਮੈਂ ਤੇਰੀ ਮਾਂ ਨੂੰ ਮਾਂ ਕਹਿੰਦਾ ਸੀਗਾ ਤੇਰੇ ਜੰਮਣ ਤੇ ਤੇਰੀ ਮੈਂ ਭੈਣ ਨੂੰ ਭੈਣ ਕਹਿੰਦਾ ਸੀਗਾ ਉਹ ਤੂੰ ਕੱਢ ਮੈਨੂੰ ਕਿਉਂ ਗਾਲਾਂ ਕੱਢੀਆਂ ਸਨ ਮਾਵਾਂ ਭੈਣਾਂ ਦੀਆਂ ਲਾਂਤੀਆ
ਰੋਜ਼ਾ ਨਬੀ ਪਾਕ ਨੂੰ ਗਾਲਾਂ ਕਢਵਾਉਂਦਾ ਹੈ ਉੱਥੇ ਬੈਠ ਕੇ। ਨਬੀ ਪਾਕ ਨੂੰ ਗਾਲਾਂ ਕਢਵਾਉਂਦਾ ਹੈ ਕੁੱਤਿਆ। ਜ਼ਰੂਰ ਦਾਂਗਾ ਉਹ ਲਾਂਤੇ ਨਬੀ ਪਾਕ ਨੂੰ ਗਾਲਾਂ ਕਢਵਾਉਂਦਾ ਹੈ ਅਲੀ ਅਕਬਰ ਤੋਂ। ਫਿਰ ਗੱਲ ਕਰੀਏ। ਨਬੀ ਪਾਕ ਨੂੰ ਗਾਲਾਂ ਕਢਵਾਉਂਦਾ ਹੈ ਅਲੀ ਅਕਬਰ ਤੋਂ। ਕਿੰਨੇ ਨਬੀ ਪਾਕ ਨੂੰ ਤੂੰ ਕਢਵਾਉਂਦਾ ਹੈ ਨਬੀ ਪਾਕ ਨੂੰ ਗਾਲਾਂ ਅਲੀ ਅਕਬਰ ਤੋਂ। ਗਾਲਾਂ ਕਢਵਾਉਂਦਾ ਹੈ ਤੂੰ ਅਲੀ ਅਕਬਰ ਤੋਂ। ਖੁਦਾਵੰਦੀ ਜਾਇਜ਼ਾ ਕਰੋ ਨਾ। ਹਰਾਮਜ਼ਾਦੇ ਹਰ ਰੋਜ਼ ਗਾਲਾਂ ਕਢਵਾਉਂਦਾ ਹੈ ਤੂੰ। ਮੁਬਸ਼ਰ ਰਜ਼ਾ ਦੀ ਤੇ ਅਲੀ ਅਕਬਰ ਦੋਵਾਂ ਤੂੰ ਇਹ ਲੈ ਕੇ ਆਇਆ, ਤੂੰ ਇਹ ਲਾਂਤੀਆ, ਤੂੰ ਇਹ ਤੁਹਾਡੀ ਸਿਸਟਮ ਲੈ ਕੇ ਆਇਆ, ਹਲਾਲੀ ਤੁਖਮ ਰੱਖਿਆ ਗਿਆ ਤੇ ਤੂੰ ਦੋਵੇਂ ਹਰਾਮੀ ਹੈ, ਤੂੰ ਉਹ ਹਰਾਮੀ ਨੁਤਫਾ ਹੈ, ਤੇ ਅਲੀ ਅਕਬਰ ਦੀ ਤੂੰ ਅਗਰ ਉਹ ਤੁਹਾਡੇ ਹਰਾਮੀ ਅੰਦਰ ਨੁਤਫਾ ਸਾਬਿਤ ਹੈ, ਤੇਰੇ ਅੰਦਰ ਤੂੰ ਉਹ ਹਲਾਲੀ ਹਰਾਮੀ ਤੁਖਮ ਹੈ ਨੁਤਫਾ ਤੇਰੇ ਪਿਓ ਹੈ, ਦਾ ਤੇ ਉਹ ਤੂੰ ਹਰਾਮੀ ਨੁਤਫਾ ਹੈ, ਤੁਖਮ ਹੈ ਵੇ ਤੇ ਫਿਰ ਉਹ ਤੂੰ ਉਹ ਹਰਾਮੀ ਨੁਤਫਾ ਹੈ ਜਿਹੜੇ ਗਾਲਾਂ ਕੱਢੀਆਂ ਨੇ, ਤੁਖਮ ਰੱਖਿਆ ਗਿਆ ਜਿਹੜੇ ਗਾਲਾਂ ਕਢਵਾਉਂਦਾ ਹੈ ਨਾ, ਤੂੰ ਉਹ ਹਰਾਮੀ ਨੁਤਫਾ ਹੈ ਅਹਿਮਦ ਜੱਟ। ਅਲੀ ਅਕਬਰ ਦੀ ਜਿਹੜੀ ਉਹ ਜੱਟ ਸਾਹਿਬ, ਜੱਟ ਸਾਹਿਬ, ਤੂੰ ਉਹ ਹਰਾਮੀ ਨੁਤਫਾ ਹੈ, ਤੂੰ ਉਹ ਹਰਾਮੀ ਨੁਤਫਾ ਹੈ। ਠੀਕ ਹੈ ਤੂੰ ਤਾਂ ਹਰਾਮੀ ਨੁਤਫਾ ਹੈ ਨਾ। ਗੱਲ ਕੀਤੀ ਤੂੰ ਹਰ ਰੋਜ਼ ਗਾਲਾਂ ਕਢਵਾਉਂਦਾ ਹੈ ਉੱਥੇ ਬਹਿ ਕੇ ਅਲੀ ਅਕਬਰ ਤੋਂ। ਤੂੰ ਹਰ ਰੋਜ਼ ਨਬੀ ਪਾਕ ਨੂੰ ਗਾਲਾਂ ਕਢਵਾਉਂਦਾ ਹੈ, ਰਸੂਲ ਅੱਲਾਹ ਨੂੰ ਹਰ ਰੋਜ਼ ਨਬੀ ਪਾਕ ਨੂੰ ਗਾਲਾਂ ਕਢਵਾਉਂਦਾ ਹੈ ਤੂੰ ਸਪੋਰਟ ਦਿੰਦਾ ਹੈ। ਅਕਬਰ ਦਾ ਕਦ ਕਿਹੜੇ ਮੂੰਹ ਨਾਲ ਲੈ ਤੂੰ ਸਪੋਰਟ ਦਿੰਦਾ ਹੈ ਅਲੀ ਅਕਬਰ ਨੂੰ। ਤੂੰ ਕਿਹੜੇ ਮੂੰਹ ਦੇ ਨਾਲ ਲੈ ਰਿਹਾ ਤੂੰ ਐਸਾ ਹਰਾਮੀ ਹੈ, ਤੂੰ ਏਡਾ ਵੱਡਾ ਇਲਜ਼ਾਮ ਲਾਇਆ। ਗਾਲਾਂ ਕੱਢੀਆਂ ਨੇ ਲਾਂਤੀਆ। ਮੈਂ ਕਹਿੰਦਾ ਤੁਹਾਡੇ ਫਤਵੇ ਦੇ ਮੁਤਾਬਕ ਤੂੰ ਗਾਲਾਂ ਕੱਢੀਆਂ ਨੇ ਨਬੀ ਪਾਕ ਨੂੰ। ਤੁਸੀਂ ਲਾਂਤੀ ਹੋ। ਠੀਕ ਹੈ ਤੂੰ ਲਾਂਤੀਆ, ਤੂੰ ਗਾਲਾਂ ਕੱਢੀਆਂ ਨੇ ਨਬੀ ਪਾਕ ਨੂੰ। ਅਸੀਂ ਕੁੱਤੇ ਕਿਸੇ ਦੇ ਨੂੰ ਹਰਾਮੀ ਨਹੀਂ ਪੁੱਤਰਾ, ਕਹਿਣ ਦੇ ਤੁਹਾਡੇ ਉਹ ਕੁੱਤੇ ਦੇ ਆ ਪੁੱਤਰਾ, ਤੂੰ ਗਾਲਾਂ ਕੱਢੀਆਂ ਨੇ। ਆਇਆ ਅਲੀ ਅਕਬਰ ਦਾ ਉਹਦਾ ਹਮਦਰਦ ਆ ਸਾਫੀ ਨੂੰ ਤੇ ਅਹਿਮਦ ਜੱਟ ਨੂੰ ਕਿਹਨੇ ਥੱਲੇ ਲਾਇਆ? ਖੈਰ ਸਾਹਿਬ ਬਰਾੜ ਨੂੰ ਬੰਦ ਕਰੋ, ਇਹਨਾਂ ਨੂੰ ਤੇ ਸ਼ਰਮ ਹੀ ਨਹੀਂ ਆਉਂਦੀ। ਇਹਨਾਂ ਦੇ ਕਿਉਂ ਆਪਣੇ ਜੱਟ ਸਾਹਿਬ ਬੰਦ ਕਰੀਏ? ਉਹ ਸਾਨੂੰ ਗਾਲਾਂ ਕੱਢਣ ਦੇ ਨੇ, ਅਸੀਂ ਬੰਦ ਕਰ ਦਈਏ? ਲਾਈਨ ਕ੍ਰਾਸ ਕੀਤੀ, ਸਾਰੇ ਦੇ ਸਾਰੇ ਬੇਗੈਰਤ ਬਣੇ ਹੋਏ ਨੇ। ਉਹ ਉੱਥੇ ਜਾ ਕੇ ਉਹਨਾਂ ਨੂੰ ਪੁੱਛੋ ਨਾ, ਸੀਸੀਟੀ ਜਿਹੜਾ ਭੈਣ ਚੋਦ ਬਕਵਾਸ ਕਰਾਉਣ ਡਿਆ, ਗੰਦ ਫਲਾਉਣ ਡਿਆ, ਸਾਫੀ ਨੂੰ ਕਿਹਨੇ ਥੱਲੇ ਲਾਇਆ? ਚਲੋ ਇੱਕ ਜਣੇ ਨੂੰ ਲੈ ਲਓ। 2 ਘੰਟੇ ਸਾਨੂੰ ਗਾਲਾਂ ਕੱਢੀਆਂ ਨੇ ਆਪਣੀ ਲਾਈਵ ਦੇ ਉੱਤੇ। ਇਹਨੇ 2 ਘੰਟੇ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਇਸ ਬੰਦੇ ਨੇ। ਅਲੀ ਕਰ ਦਈਏ? ਲਾਈਨ ਕ੍ਰਾਸ ਕੀਤੀ, ਸਾਰੇ ਦੇ ਸਾਰੇ ਬੇਗੈਰਤ ਬਣੇ ਹੋਏ ਨੇ। ਉਹ ਉੱਥੇ ਜਾ ਕੇ ਉਹਨਾਂ ਨੂੰ ਪੁੱਛੋ ਨਾ, ਸੀਸੀਟੀ ਜਿਹੜਾ ਭੈਣ ਚੋਦ ਬਕਵਾਸ ਕਰਾਉਣ ਡਿਆ, ਗੰਦ ਫਲਾਉਣ ਡਿਆ, ਸਾਫੀ ਨੂੰ ਕਿਹਨੇ ਥੱਲੇ ਲਾਇਆ? ਚਲੋ ਇੱਕ ਜਣੇ ਨੂੰ ਲੈ ਲਓ। 2 ਘੰਟੇ ਸਾਨੂੰ ਗਾਲਾਂ ਕੱਢੀਆਂ ਨੇ ਆਪਣੀ ਲਾਈਵ ਦੇ ਉੱਤੇ। ਇਹਨੇ 2 ਘੰਟੇ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਇਸ ਬੰਦੇ ਨੇ ਅਲੀ ਅਕਬਰ ਦੀ ਮੌਜੂਦਗੀ ਵਿੱਚ। ਸੈਫੀ ਬਸ ਇਹ ਹੁਣ ਕਿਉਂ ਅਲੀ ਅਕਬਰ ਦਾ ਸਾਥ ਦੇ ਰਿਹਾ ਹੈ? ਇਹ ਇਸੇ ਲਈ ਸਾਥ ਦੇ ਰਿਹਾ ਹੈ। ਇਹ ਅੱਜ ਅਲੀ ਅਕਬਰ ਗਾਲਾਂ ਕੱਢ ਰਿਹਾ ਸੀ ਇਹਨਾਂ ਨੂੰ, ਅਠਵਾਲ ਭਾਈ ਨੂੰ, ਸਾਨੂੰ। ਇਹ ਉੱਥੇ ਬੈਠਾ ਉਹਦੇ ਸਾਥ ਦੇ ਰਿਹਾ ਸੀ ਬਗੈਰਤ ਉਹਦਾ। ਪੂਰਾ ਸਾਥ ਮੁਹੰਮਦ ਦਿੱਤਾ, ਅਹਿਮਦ ਤੇ ਪੂਰਾ ਸਾਥ ਦਿੱਤਾ। ਪੂਰਾ ਸਾਥ ਦਿੱਤਾ ਇਸ ਬਗੈਰਤ ਨੇ। ਇਹ ਉਹਦਾ ਕਾਣਾ ਹੈ, ਇਹ ਉਹਦਾ ਕਾਣਾ ਹੈ ਬਗੈਰਤ ਉਹਦਾ। ਉਹ ਭਾਈ ਜਾਨ ਹੈ, ਉਹਨੇ ਹੀ ਇਹ ਉਹ ਦੱਸਿਆ ਬੰਦਾ ਹੈ। ਜਮਸ਼ੇਦ ਗੁੰਗਾ, ਇਹ ਸਾਡੇ ਇਹ ਜਮਸ਼ੇਦ ਹਾਂ, ਗੁੰਗਾ। ਇਹ ਸੀਗਾ ਜਮਸ਼ੇਦ ਗੁੰਗਾ। ਇਹ ਉਹਨੇ ਅਲੀ ਅਕਬਰ ਨੇ ਦੱਸਿਆ ਹੈ ਖੁਦ। ਇਹ ਉਹ ਬੰਦਾ ਹੈ ਅਹਿਮਦ ਜੱਟ ਜਿਹਨੇ ਜਮਾਤ ਦੇ ਵਿੱਚ ਟਿਕਟਾਕ ਦੇ ਉੱਤੇ ਅਹਿਮਦੀ ਨੂੰ ਗਾਲਾਂ ਕੱਢਣਾ ਸ਼ੁਰੂ ਕੀਤੀਆਂ ਸਨ। ਇਹਨੇ ਥੱਲੇ ਇੱਕ ਹੋਰ ਆਇਆ ਤੇ ਬਗੈਰਾ ਚੌਧਰੀ ਨਸਰੁੱਲਾ ਬੰਦੇਸ਼ਾ ਭੈਣ ਦੀ। ਉਹਨੇ ਇਹਨੂੰ ਕੁਛ ਨਾ ਕਹੋ ਯਾਰ, ਇਹਨਾਂ ਨੂੰ ਕੁਛ ਨਾ ਕਹੋ, ਇਹਨਾਂ ਨੂੰ ਛੱਡੋ। ਉੱਧਰ ਜਾ ਕੇ ਇੱਧਰ ਦੀ ਗੱਲ ਉੱਧਰ ਜਾ ਕਰਦਾ ਉੱਤੇ ਆ। ਮੈਂ ਅੱਲਾਹ ਵਾਹਿਦ ਦੀ ਕਸਮ ਚਾ ਕੇ ਕਹਿੰਦਾ, ਇਹ ਅਹਿਮਦ ਜੱਟ ਅਹਿਮਦ ਜੱਟ ਉਹ ਗੰਦਾ ਬੰਦਾ ਹੈ। ਇਹਨੇ ਪਹਿਲੀ ਵਾਰੀ ਗਾਲਾਂ ਕੱਢਣਾ ਸ਼ੁਰੂ ਕੀਤੀਆਂ ਨੇ ਅਹਿਮਦੀਆਂ ਦੀਆਂ ਮਾਵਾਂ ਭੈਣਾਂ ਨੂੰ। ਇਹ ਅਲੀ ਅਕਬਰ ਦੇ ਨਾਲ ਸਾਥ ਦਿੱਤਾ ਸੀਗਾ। ਇਹ ਹੁਣ ਅਲੀ ਅਕਬਰ ਦਾ ਇਸ ਲਈ ਸਾਥ ਦੇ ਰਿਹਾ ਉੱਥੇ ਬਹਿ ਕੇ। ਇਹਨੇ ਮਾਵਾਂ ਭੈਣਾਂ ਦੀਆਂ ਬਿਲਾ ਵਜ੍ਹਾ, ਮੈਂ ਇਹਦੀ ਮਾਂ ਨੂੰ ਮਾਂ ਕਹਿੰਦਾ ਸੀ, ਇਹਦੀ ਭੈਣ ਨੂੰ ਭੈਣ ਕਹਿੰਦਾ ਸੀਗਾ। ਇਸ ਬੰਦੇ ਨੇ ਫਿਰ ਵੀ ਮੈਨੂੰ ਗਾਲਾਂ ਕੱਢੀਆਂ ਮਾਵਾਂ ਭੈਣਾਂ ਦੀਆਂ ਬਿਲਾ ਵਜ੍ਹਾ। ਇਹ ਏਡਾ ਵੱਡਾ ਲਾਂਤੀ ਬੰਦਾ ਹੈ। ਧਮਕੀਆਂ ਲਾਈਆਂ ਇਹਨੇ ਮੈਨੂੰ, ਤੂੰ ਕਿੱਥੇ, ਮੈਂ ਤੈਨੂੰ ਇਹ ਕਰ ਦਾਂਗਾ। ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਰਿਹਾ। ਤੁਹਾਨੂੰ ਕਹਿੰਦਾ ਰਿਕਾਰਡਿੰਗ ਲਾਓ, ਉਹ ਰਿਕਾਰਡਿੰਗ ਸੁਣਨ, ਰਿਕਾਰਡਿੰਗ ਅਜੇ ਵੀ ਕੋਲ ਪਈ ਹੈ। ਪਰ ਇਹ ਕਿਉਂ ਕਹਿ ਰਿਹਾ ਰਿਕਾਰਡਿੰਗ ਲਾਓ? ਇਹਨੂੰ ਪਤਾ ਹੈਗਾ ਕਿ ਮੈਂ ਗਾਲਾਂ ਕੱਢੀਆਂ ਨੇ। ਇਹ ਅਹਿਮਦ ਜੱਟ ਨੇ, ਇਹ ਅਹਿਮਦ ਜੱਟ ਜਿਹੜਾ ਕਲਚਰ ਲੈ ਕੇ ਆਇਆ ਸੀ ਜਮਾਤ ਦੇ ਵਿੱਚ, ਅਹਿਮਦੀਆਂ ਦੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢੋ। ਹੁਣ ਇਹ ਮੁਅੱਜ਼ਜ਼ ਬਣ ਕੇ ਬਹਿ ਗਿਆ ਇੱਥੇ ਆ ਕੇ। ਇਹ ਕਹਿੰਦਾ ਮੇਰੇ ਸਾਹਮਣੇ ਕੋਈ ਗੱਲ ਨਹੀਂ। ਹੁਣ ਪੁੱਛ ਰਹੇ ਅਲੀ ਅਕਬਰ ਨੇ ਕਿਹਾ ਕੀ ਹੈ? ਉਹਨਾਂ ਨੇ ਕਿਹਾ ਤਾਰ ਅਠਵਾਲ ਨੂੰ ਉਹਨਾਂ ਨੇ ਕੁਛ ਦੀ ਗਾਲ ਕੱਢੀ ਹੈ। ਉਹਨੇ ਕਾਣਾ ਕਿਹਾ ਹੈ ਮਾਵਾਂ ਭੈਣਾਂ ਦੀਆਂ ਕੱਢੀਆਂ ਨੇ। ਮਹਿਮੂਦ ਭਾਈ ਆਏ ਨੇ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਭਰਾਵਾਂ? ਸਭ ਠੀਕ ਠਾਕ ਨੇ? ਠੀਕ ਠਾਕ ਮਹਿਮੂਦ ਭਾਈ। ਪਟ ਲਈ ਜਿਹੜਾ ਤੂੰ ਪਟਨਾ, ਮੈਂ ਤੇਰੇ ਵੰਗਰੇ ਜੱਟ ਬਰੇ ਵੇਖੇ ਨੇ ਬਗੈਰਤਾ ਲਾਂਤੀਆ ਗਾਲਾਂ ਕਿਦਾਂ ਰਿਹਾ ਹੁਣ ਤੱਕ ਤੂੰ। ਹੁਣ ਇਹ ਭਾਈਜਾਨ 2 ਘੰਟੇ ਦੀ ਰਿਕਾਰਡਿੰਗ ਮੌਜੂਦ ਹੈ ਮੇਰੇ ਕੋਲ। 2.5 ਘੰਟਾ ਅਹਿਮਦ ਜੱਟ ਅਲੀ ਅਕਬਰ ਮਿਲ ਕੇ ਮਾਵਾਂ ਭੈਣਾਂ ਨੂੰ ਗਾਲਾਂ ਕੱਢਦਾ ਰਿਹਾ, ਮੇਰੀਆਂ ਮਾਵਾਂ ਭੈਣਾਂ ਨੂੰ। ਮੈਂ ਤੈਨੂੰ ਤੋੜਨਾ ਤਾਂ ਜਿੱਥੋਂ ਤੂੰ ਨਿਕਲਿਆ ਬਦਮਾਸ਼ ਰਿਹਾ ਬੱਚਿਆ। ਤੂੰ ਤੇਰੀ ਹਿਸਟਰੀ ਮੈਂ ਦੇਖੀ ਹੈ, ਤੇਰੀ ਹਿਸਟਰੀ ਬਗੈਰਤਾ। ਸਾਨੂੰ ਗੱਲਾਂ ਕਰੇਗਾ ਰਕਸ਼ੇ ਡਰਾਈਵਰਾ ਭੈਣ ਦੀ ਕੁਛ ਤੇਰੀ। ਰੋਜ਼ਾ ਬਗੈਰਤੀ ਨਹੀਂ ਚੱਲੀ ਜਾਂਦੀ।
ਕੁੱਤੇ ਦੇ ਪੁੱਤਰਾ ਗਾਲਾਂ ਕੱਢ ਕੇ ਸਾਨੂੰ ਮਾਵਾਂ ਭੈਣਾਂ ਦੀਆਂ 1.5-2 ਘੰਟੇ ਉਸ ਦਿਨ ਕੁੱਤੇ ਦੇ ਪੁੱਤਰਾ ਨੱਠਿਆ ਪੜਦਾ ਤੂੰ। ਮਹਿਮੂਦ ਭਾਈ ਦੀ ਗੱਲ ਸੁਣ ਲਓ ਕੌਣ ਗਾਲਾਂ ਕੱਢ ਰਿਹਾ ਯਾਰ, ਕੀ ਹੋਣ ਰਿਹਾ ਯਾਰ? ਉਹ ਦੁੱਖ ਦੀ ਕੀ ਗੱਲ ਹੈ ਯਾਰ, ਇੱਥੇ ਗਾਲਾਂ ਕੱਢਦੇ ਨੇ। ਉਹ ਆ ਕੇ ਕਹਿੰਦਾ ਕਿਹੜੀ ਗਾਲ ਕੱਢੀ ਏ, ਕਿਹੜੀ ਗਾਲ ਕੱਢੀ ਏ, ਰਿਕਾਰਡਿੰਗ ਚਲਾਓ, ਰਿਕਾਰਡਿੰਗ ਚਲਾਓ। ਕੌਣ ਕਹਿਣ ਡਿਆ? ਇਹ ਅਹਿਮਦ ਜੱਟ 1.5 ਘੰਟੇ ਭਾਈ ਜਾਨ ਇਹਨੇ ਮੈਨੂੰ ਮੇਰੀ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਬਿਲਾ ਵਜ੍ਹਾ। ਦੋਸਤ ਬਣਾ ਕੇ ਇਸ ਬੰਦੇ ਨੇ ਮੈਨੂੰ, ਉਹ ਪਹਿਲੂ ਇਹਨੇ ਦੋਸਤ ਸੀ ਮੇਰਾ, ਮੈਂ ਇਹਦੇ ਕੋਲ ਜਾ ਕੇ ਬੈਠਾ, ਮੈਂ ਸਲਾਮ ਕੀਤਾ, ਮੈਂ ਕਿਹਾ ਯਾਰ ਨਾ ਕਰੋ, ਕੋਈ ਨਹੀਂ ਫਾਇਦਾ ਜਮਾਤ ਦੇ ਬੰਦੇ। ਫਿਰ ਉਸੇ ਹੀ ਗੱਲ ਦਾ ਹਿਆਰ ਰੱਖੋ ਫਿਰ ਇੱਕ ਦੂਸਰੇ ਦਾ, ਕਿ ਜਦੋਂ ਦੋਸਤ ਕਹੀਏ ਜਾਂ ਜਿਹਨੂੰ ਮੇਰੀ ਇਹਨੇ ਹਿਆਰ ਰੱਖੀ ਉਸ ਟਾਈਮ ਮੇਰੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਦਾ ਰਿਹਾ ਬੰਦਾ। ਗੱਲ ਸੁਣੋ ਮੇਰਾ ਵੀਰ, ਗੱਲ ਸੁਣੋ। ਸੈਫੀ ਕੂਲ ਡਾਊਨ ਹੋ ਜਾ ਥੋੜਾ ਜਿਹਾ, ਹੁਣ ਸਕੂਨ ਕਰ ਰਿਹਾ। ਜੇ ਅਗਰ ਕਿਸੇ ਨੇ ਗਾਲ ਕੱਢ ਦਿੱਤੀ ਹੈ ਜਾਂ ਗੱਲ ਕਰ ਦਿੱਤੀ ਹੈ, ਇਹਦਾ ਮਤਲਬ ਕਿ ਆਪਣੀ ਹਦੂਦ ਤੋਂ ਟੱਪ ਗਿਆ, ਉਹਦਾ ਖਹਿੜਾ ਛੱਡ ਦਿਓ, ਗੱਲ ਖਤਮ ਕਰ ਦਿਓ। ਅਹਿਮਦ ਜੱਟ ਪੁੱਤਰ ਮੇਰਾ, ਤੂੰ ਲੱਗਦਾ ਤੂੰ ਕੈਨੇਡਾ ਆਈ, ਮੈਨੂੰ ਆ ਕੇ ਇੱਥੇ ਫੋਨ ਕਰੀ, ਮੇਰਾ ਨੰਬਰ ਹੈ ਤੇਰੇ ਕੋਲ। ਮੈਂ ਆਪਣੇ ਪਿਓ ਦਾ ਨਹੀਂ, ਜੇ ਮੈਂ ਤੇਰੀ ਉੱਥੇ ਆ ਕੇ ਕੈਨੇਡਾ ਭੈਣ ਚੋਦਾ ਮੈਨੂੰ ਜੇਲ੍ਹ ਵੀ ਚੱਲਣੀ ਪਈ ਨਾ, ਮੈਂ ਤੇਰੀ ਬੁੰਡ ਨਾ ਪਾੜ ਦਿੱਤੀ। ਮੈਂ ਤਾਂ ਅੱਗੇ ਐਮਡੀ ਹੋ ਕੇ ਕੰਮ ਛੱਡੇ ਨੇ ਸਾਰੇ, ਤੈਨੂੰ ਪਤਾ ਮੇਰਾ। ਤੇ ਮੈਨੂੰ ਤਾਂ ਝੱਟ ਨਹੀਂ ਲੱਗਣੀ ਹੈਗੀ ਆ ਭੈਣ ਚ। ਤੂੰ ਗਾਲਾਂ 2 ਘੰਟੇ ਗਾਲਾਂ ਕੱਢਦਾ ਰਹੇ, ਇਸ ਬੰਦੇ ਨੇ ਮੈਨੂੰ ਮਿਊਟ ਲਾਤਾ। ਮੈਂ ਕਿਹਾ ਭਾਈ ਨਾ ਗਾਲਾਂ ਕੱਢ ਯਾਰ, ਤੂੰ ਕਿਉਂ ਗਾਲਾਂ ਕੱਢ ਰਿਹਾ ਹੈ? ਚੱਲ ਥੱਲੇ ਤੇਰੀ ਭੈਣ ਨੂੰ, ਤੇਰੀ ਮਾਂ ਨੂੰ। ਕੀ ਫੇ ਹੁਣ ਕੀ ਬਣ ਗਿਆ ਵੇ? ਉਹ ਜੱਜ ਸਾਹਿਬ, ਜੱਗਾ ਸਾਹਿਬ, ਇਹ 1.5 ਘੰਟੇ ਇਸ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ, ਮੈਨੂੰ ਮਿਊਟ ਲਾ ਕੇ ਥੱਲੇ ਬਿਠਾ ਕੇ ਗਾਲਾਂ ਕੱਢਦਾ ਰਿਹਾ ਮੈਨੂੰ। ਯਾਰ ਛੱਡੋ ਯਾਰ ਸੈਫੀ ਭਾਈ, ਕੀ ਕਰ ਉਹਦੀਆਂ ਮੇਰੇ ਮੂੰਹ ਦੇ ਉੱਤੇ ਬਹਿ ਕੇ ਮੈਂ ਤੇਰੇ ਅੰਦਰੋਂ ਨਾ ਲੰਘ ਜਾਵਾਂ। ਤੈਨੂੰ ਮੈਂ ਦੱਸਾਂਗਾ ਜੱਟ ਕੌਣ ਹੁੰਦੇ ਨੇ। ਯਾਰ ਨਹੀਂ ਕੱਢੀ ਦੀਆਂ ਗਾਲਾਂ, ਛੱਡ। ਉਹ ਬਹਿ ਕੇ ਉੱਥੇ ਮਿਊਟ ਲਾ ਕੇ ਥੱਲੇ ਲਾ ਕੇ ਗਾਲਾਂ ਕੱਢ ਰਹੇ ਆ ਇਹਨਾਂ ਨੂੰ, ਠਵਾਲ ਸਾਹਿਬ ਨੂੰ, ਸਾਨੂੰ ਗਾਲਾਂ ਕੱਢ। ਸਾਹਮਣੇ ਬਹਿ ਕੇ ਅਲੀ ਅਕਬਰ ਨੂੰ ਕਹੇ ਗਾਂਡੂ ਮਾਂ ਦੇ ਬੱਚੇ ਨੂੰ ਮੇਰੇ ਸਾਹਮਣੇ ਬਹਿ ਕੇ ਗਾਲ ਕੱਢੇ। ਇਹਦੀ ਮੈਂ ਮਾਂ ਨੂੰ ਟੰਗ ਦਿੱਤਾ ਉੱਤੇ, ਮੈਂ ਜਿਹੜੀ ਉੱਥੇ ਬਿਠਾਈ ਹੋਈ ਹੈ ਯਾਰ। ਬਸ ਕਰ ਦੇ ਯਾਰ, ਛੱਡ ਦੇ ਦਫਾ। ਓਕੇ ਰੱਬ ਰੱਖਾ, ਮੈਂ ਚੱਲਣਾ ਯਾਰ, ਮੈਨੂੰ ਕਾਲ ਆ ਰਹੀ ਹੈ ਭੈਣ ਚੋ, ਮੀਟਿੰਗ ਸੀ ਮੇਰੀ, ਦਿਮਾਗ ਖਰਾਬ ਕਰਤਾ ਤੁਸੀਂ। ਹਾਂਜੀ ਆਪੇ ਚ ਲੜਦੇ ਰਹਿੰਦੇ। ਉਹ ਲੜਨ ਦੀ ਗੱਲ ਨਹੀਂ, ਗੱਲ ਮੁਕਾ ਦਿੱਤੀ ਸਾਰੀ, ਹੋ ਕੇ ਖਤਮ ਗੱਲ। ਉਹ ਬਦਮਾਸ਼ ਹੋ ਤੁਸੀਂ ਯਾਰ, ਸਾਨੂੰ ਪਤਾ ਨਹੀਂ ਹੈਗਾ। ਬਾਹਰ ਤੋਂ ਨਿਕਲ ਨਹੀਂ ਤੁਸੀਂ ਸਕਦੇ, ਰੱਬਾ ਤੋਂ ਨਿਕਲ ਕੇ ਮੈਨੂੰ ਪੁੱਲ ਕ੍ਰਾਸ ਕਰਕੇ ਉੱਥੇ ਆ ਕੇ ਅਸੀਂ ਅਹਿਮਦੀ ਆ। ਮੈਂ ਖੁਦ ਉੱਥੇ ਦਾ, ਮੈਂ ਦੱਸਾਂਗਾ ਮੈਂ ਕਿੱਥੇ ਦਾ। ਮੈਂ ਇਹਨਾਂ ਨੂੰ ਵੱਡੇ ਬਦਮਾਸ਼ ਬਣੇ ਫਿਰਦੇ ਨੇ, ਇਧਰੋਂ ਟੱਪ ਕੇ ਵਿਖਾਣ ਮੈਨੂੰ ਇਹ ਲਾਲੀਆਂ ਹਲ, ਮੈਨੂੰ ਦੱਸਣ ਕਿ ਮੈਂ ਉੱਥੇ ਫਲਾ ਜਗ੍ਹਾ ਤੇ ਖਲੋਤਾ, ਮੈਂ ਇਹਨਾਂ ਦੀ ਉੱਥੇ ਬੁੰਡ ਨਾ ਪਾੜ ਦਿੱਤੀ। ਮੈਂ ਇਹਨਾਂ ਦੀ, ਇਹਨਾਂ ਨੂੰ ਸਮਝ ਆ ਜਾਏਗੀ ਕਿ ਕੋਈ ਇਹਨਾਂ ਨੂੰ ਕੋਈ ਭੈਣ ਚੋਦ ਬੋਧਰ ਟੱਕ ਰਿਹਾ ਹੈਗਾ। ਮੈਂ ਕੋਈ ਫੁੱਦੂ ਬੰਦਾ ਨਹੀਂ ਹੈਗਾ। ਸੈਫੀ ਕੂਲ ਡਾਊਨ ਸੈਫੀ ਛੱਡ ਦੇ। ਮੈਂ ਜਮਾਤ ਵਿੱਚ ਆਇਆ ਦਾ ਮਤਲਬ ਨਹੀਂ ਕਿ ਜਾਓ, ਜਿਹੜਾ ਫੋਨ ਆਂਦਾ ਵੀ ਸੋਨੂੰ ਠੰਡਾ ਹੋ, ਪਾਣੀ ਪੀ ਪਹਿਲਾਂ। ਮੇਰੀ ਮਾਵਾਂ ਭੈਣਾਂ ਨੂੰ ਗਾਲਾਂ ਕੱਢਦਾ ਰਿਹਾ ਹੈ, ਮੈਂ ਇਹਦੇ ਘਾਟ ਚਾੜਦੇ ਨੇ ਬੋਧਰ ਸਾਰੇ। ਯਾਰ ਛੱਡੋ ਪਰਾਂ ਸੈਫੀ ਭਾਈ, ਉਹ ਵੀ ਭਰਾ ਨੇ। ਸੈਫੀ ਕੀ ਯਾਰ ਤੁਸੀਂ ਮਸਲਾ ਹੈ ਸਾਡਾ ਪੂਰੀ ਉੱਥੇ ਕਬੀਲਾ ਬੈਠਾ ਹੈ। ਤਲੀ ਅਕਬਰ ਮੈਂ ਤੂੰ ਮੈਨੂੰ ਜਾਣਦਾ ਨਹੀਂ ਹੈਗਾ, ਤੂੰ ਕਿਸੇ ਭੁੱਲ ਵਿੱਚ ਹੋਏਗਾ। ਤੇਰੀ ਮੈਂ ਮਾਂ ਉੱਥੇ ਕੱਲੀ ਬੈਠੀ ਹੈ ਨਾ, ਮੈਂ ਉਹ ਚੁਕਵਾ ਲੈਣੀ ਆ। ਤੇ ਮੈਂ ਦੱਸ ਰਿਹਾ ਅੱਜ ਗੱਲ ਇੱਕ, ਇਹ ਯਾਦ ਰੱਖੀ ਗੱਲ। ਮੈਂ ਸਿਰ ਕੱਲਾ ਹੀ ਅਹਿਮਦੀ ਜਾਂ, ਇਹ ਮੈਂ ਤੈਨੂੰ ਦੱਸ ਦਵਾਂ। ਤੇ ਮੈਂ ਸ਼ਰਾਫਤ ਪਕੜੀ ਹੈ ਨਾ, ਤੇ ਮੈਨੂੰ ਸ਼ਰੀਫ ਰਹਿਣ ਦੇ। ਹਾਂ ਛੱਡ ਦੇ ਸੈਫੀ, ਛੱਡ ਦੇ। ਜੋ ਤੁਸੀਂ ਵੱਡੇ ਬਦਮਾਸ਼, ਮੈਂ ਬੜੇ ਬਦਮਾਸ਼ ਵੇਖੇ ਨੇ ਰਫਾ ਦੇ ਸਾਰੇ ਹੀ ਹੈ। ਮੈਨੂੰ ਪਤਾ ਹੈਗਾ ਜਿੰਨੇ ਤੁਸੀਂ ਬਦਮਾਸ਼ ਹੋ ਰਫਾ ਦੇ, ਮੈਂ ਉੱਥੇ ਹੀ ਰਿਹਾ। ਤੇ ਕਦੀ ਪੁੱਛੀ ਮੇਰਾ ਨਾਮ ਜਾ ਕੇ, ਤੈਨੂੰ ਦੱਸ ਦੇਣਗੇ ਕਿ ਉਹ ਕੌਣ ਨੇ, ਕਿਹੜਾ ਕਬੀਲਾ ਹੈ ਉਹਨਾਂ ਦਾ। ਉੱਥੇ ਭੈਣ ਜਦੋਂ ਤੁਹਾਨੂੰ ਚਪੇਟਾਂ ਮਾਰਦੇ ਨੇ ਤੁਹਾਡੀਆਂ, ਉੱਥੇ ਤੁਹਾਡੀ ਬੁੰਡ ਮਾਰਦੇ ਨੇ ਉੱਥੇ ਜਿਹੜੇ ਬੈਠੇ ਹੋਏ ਨੇ, ਉਹ ਪੁੱਲ ਕ੍ਰਾਸ ਕਰੀ। ਉਹ ਕਿਹੜੇ ਬੈਠੇ ਨੇ ਉਹ ਜਿਹੜੇ ਯਾਰ ਜਿਹੜੇ ਇਲੈਕਸ਼ਨ ਵੀ ਲੜਦੇ ਨੇ? ਨਹੀਂ ਮਹਿਮੂਦ ਸਾਹਿਬ, ਜਿਹੜਾ ਬੰਦਾ ਬਰਾੜ ਚਲਾਉਂਦਾ, ਮੈਨੂੰ ਤੇ ਉਹਦੀ ਸਮਝ ਆਉਂਦੀ। ਉਹ ਜਿਹਨੂੰ ਗੱਲ ਕਰੀਏ ਤੇ ਉਹ ਵਾਗੇ ਖੁਦਾ ਦੀ ਕਸਮ, ਮੈਂ ਉੱਥੇ ਅਸੀਂ ਇੱਥੇ ਪੇਪਰ ਦੇਣ ਗਏ, ਵਾਗਿਆਂ ਦੇ ਮੁੰਡੇ ਬੁੰਡ ਮਾਰਦੇ ਨੇ ਇਹਨਾਂ ਦੀ ਉੱਥੇ ਭੈਣ ਚੋਦ, ਇਹਨਾਂ ਦੀ ਉੱਥੇ ਬੋਲਿਆ ਨਹੀਂ ਜਾਂਦਾ। ਤੇ ਸਾਡੇ ਟੱਟਿਆਂ ਨੂੰ ਆ ਕੇ ਚੂਸਦੇ ਸਨ ਕਿ ਸਾਨੂੰ ਇਹਨਾਂ ਤੋਂ ਬਚਾ ਲਓ, ਸਾਨੂੰ ਇਹਨਾਂ ਤੋਂ ਬਚਾ ਲਓ। ਜੋ ਬਦਮਾਸ਼ ਬਣੇ ਫਿਰਦੇ ਨੇ। ਕੀ ਕਰਨਾ ਪੈਂਦਾ? ਕਿਹੜੇ ਵਾਗਿਆਂ ਦੀ ਗੱਲ ਕਰਨ ਡੇ ਜੇ? ਉਹ ਸਾਲੇ ਕਿਹੜੇ ਵਾਗਿਆਂ ਦੀ ਗੱਲ ਕਰਨ ਡੇ? ਜ਼ੁਲਫਕਾਰ ਦੀ? ਵਿੱਚ ਨਾ ਰਹੀ ਅਲੀ ਅਕਬਰ, ਮੈਂ ਤੈਨੂੰ ਫੇਰ ਦੱਸ ਰਿਹਾ, ਤੂੰ ਭੁੱਲ ਵਿੱਚ ਨਾ ਰਹੀ। ਮੈਂ ਤੇਰੀ ਬੁੰਡ ਪਾੜ ਦਿਆਂਗਾ, ਮੈਂ ਤੇਰੀ, ਮੈਂ ਤੈਨੂੰ ਫੇਰ ਕਹਿ ਰਿਹਾ। ਕਰੋ ਉਸ ਗੱਲ ਨੂੰ, ਅੱਜ ਦੀ ਗੱਲ ਕਰੋ।
ਹੁਣ ਤੋਂ ਇਸ ਤਰ੍ਹਾਂ ਦੀ ਗੱਲ ਕਰਨਾ ਨਾ ਸੁਣਨਾ ਤੇ ਨਾ ਕਰਨਾ। ਇੱਕ ਮਿੰਟ ਸੈਫੀ ਨੂੰ ਬੁਲਾਓ ਨਾ ਜ਼ਰਾ, ਮੈਂ ਇਸ ਨਾਲ ਗੱਲ ਕਰਨੀ ਹੈ। ਆ ਯਾਰ ਮੇਰੀ ਗੁੱਡੂ ਜਾਨ ਛੱਡ ਦੇ ਭਾਈ ਯਾਰ, ਜਾਣ ਤੂੰ ਦਿਓ ਕੀ ਕਰਨਾ ਯਾਰ। ਚਾਹੁੰਦਾ ਹੁਣ? ਕੋਈ ਗੱਲ ਨਹੀਂ ਕੱਢਾਂਗਾ, ਕੋਈ ਗੱਲ ਨਹੀਂ ਕੱਢਾਂਗਾ। ਤਾਹਿਰ ਸਾਹਿਬ ਮੈਂ ਤੁਹਾਡੀ ਬੜੀ ਰਿਸਪੈਕਟ ਕਰਦਾ, ਲੇਕਿਨ ਤੁਸੀਂ ਜ਼ਿਆਦਤੀ ਕੀਤੀ ਹੈ। ਤੁਸੀਂ ਕੀ ਜੀ ਜ਼ਿਆਦਤੀ ਮੇਰੀ ਜਾਨ ਕੀਤੀ ਹੈ? ਭਾਈ ਪਹਿਲੋਂ ਅਲੀ ਅਕਬਰ ਸਾਹਿਬ ਨੂੰ ਪੁੱਛਾ ਹੋ ਕਿ ਗਾਲਾਂ ਕੱਢੀਆਂ, ਮੈਨੂੰ ਆਪਣਾ ਫੋਨ ਨੰਬਰ ਦਿਓ। ਤਾਹਿਰ ਸਾਹਿਬ ਮੇਰੀ ਗੱਲ ਸੁਣੋ, ਤਾਹਿਰ ਸਾਹਿਬ ਮੇਰੀ ਗੱਲ ਸੁਣੋ। ਗੱਲ ਇਹ ਤੁਹਾਨੂੰ ਵੇ ਪਤਾ ਨਹੀਂ ਕਿ ਅਲੀ ਅਕਬਰ ਮੇਰੇ ਕੋਲ ਬਹਿੰਦਾ ਰਿਹਾ, ਮਹਿਮੂਦ ਭਾਈ ਨੂੰ ਦੱਸੋ ਕਿੰਨਾ ਚਿਰ ਬਹਿੰਦਾ ਰਿਹਾ ਉਹ? ਯਾਰ ਤੁਸੀਂ ਲੋਕਾਂ ਨੂੰ ਇਹ ਆਪਣੀ ਤਰਬੀਅਤ ਦੇਣ ਦੇ ਜਮਾਤੇ ਅਹਿਮਦੀਆ ਦੀ। ਤਾਹਿਰ ਸਾਹਿਬ ਮੇਰੀ ਗੱਲ ਸੁਣੋ। ਤਾਹਿਰ ਸਾਹਿਬ ਗੱਲ ਇਹ ਵੇ, ਜੇ ਉਹ ਸੈਫੀ ਨੇ ਪਹਿਲੇ ਗਾਲਾਂ ਕੱਢੀਆਂ, ਤੁਸੀਂ ਉਹਨੂੰ ਬਿਠਾਈ ਰੱਖਿਆ ਔਰ ਮੈਨੂੰ ਥੱਲੇ ਲਾਈ ਰੱਖਿਆ, ਇਹ ਕਿਹੜਾ ਇਨਸਾਫ ਹੈ ਬੰਦੇ? ਨਹੀਂ ਮੈਂ ਨਹੀਂ ਲਾਇਆ, ਤੁਹਾਨੂੰ ਕਿਸੇ ਮੋਡੀਟਰ ਨੇ ਲਾਇਆ, ਮੈਂ ਨਹੀਂ ਤੇ ਲਾਇਆ। ਮੋਡੀਟਰ ਨੇ ਲਾਇਆ ਤੇ ਥੱਲੇ ਮੈਂ ਰਿਕਵੈਸਟ ਵੀ ਤਾਂ ਪਾਈ ਸੀ ਨਾ, ਤੇ ਕਿਉਂ ਤੁਸੀਂ ਕਿਉਂ ਨਹੀਂ ਕਿਹਾ ਜੀ ਸੈਫੀ ਨੂੰ ਵੀ ਲਾਇਆ ਸੀ ਤੁਸੀਂ? ਕਿਸੇ ਨੇ। ਸੈਫੀ ਨੂੰ ਕੋਈ ਨਹੀਂ ਲਾਇਆ? ਨਹੀਂ ਲਾਇਆ ਸੀ, ਦੋਵਾਂ ਨੂੰ ਲਾਇਆ ਸੀ। ਨਹੀਂ ਲਾਇਆ, ਗਾਲਾਂ ਕੱਢੀ ਜਾਂਦਾ ਅਗਲਾ। ਸੈਫੀ ਅਗਰ ਤੂੰ ਮੇਰੀ ਗੱਲ ਸੁਣਦਾ ਨਾ, ਤੂੰ ਜਿੰਨਾ ਵੱਡਾ ਬਦਮਾਸ਼ ਹੈ ਨਾ, ਤੂੰ ਗੁੱਡੂ ਨੂੰ ਨਹੀਂ ਜਾਣਦਾ ਭੈਣ ਚੋਦਾ। ਓ ਯਾਰ ਜਿਹੜਾ ਤੂੰ ਯਾਰ ਗੱਲ ਕਰੋ ਕਰਦਾ ਕਿ ਇੱਕ ਅੱਗੇ ਉਤਰਿਆ ਤੇ ਹੁਣ ਦੂਸਰਾ ਆਣ ਕੇ ਸ਼ੁਰੂ ਹੋ ਗਿਆ। ਹੁਣ ਯਾਰ ਤੁਹਾਡੀ ਛੱਡ ਦਿਓ ਯਾਰ, ਜਾਨ ਕੀ ਕਰਦੇ ਤੂੰ ਪਏ ਹੋ ਜਲਦੀ ਯਾਰ? ਕਰੋ ਹੁਣ ਤੁਸੀਂ ਯਾਰ, ਕੰਮ ਮਠਾ ਯਾਰ ਪੈਣ ਫੇਰ ਦਿਓ। ਅੱਗੇ ਮਸਾ ਠੰਡਾ ਹੋਇਆ ਕੰਮ। ਗੁੱਡੂ ਤੂੰ ਹੁਣ ਫੇਰ ਕੰਮ ਚੁੱਕਣ ਲੱਗਾ। ਜੱਗਾ ਜੀ ਇਹ ਜ਼ਿਆਦਤੀ ਕੀਤੀ ਹੈ ਵੈਸੇ ਤਾਹਿਰ ਸਾਹਿਬ ਓ ਦੀ। ਯਾਰ ਛੱਡ ਦੇ, ਉਹ ਦੋਵਾਂ ਇਹਨਾਂ ਪਾਸੇ ਨੇ ਥੱਲੇ ਜਾਤੀ ਮੈਨੂੰ ਏ। ਬਿਠਾਈ ਰੱਖਿਆ। ਨਹੀਂ ਹੁਣ ਤੂੰ ਮੈਨੂੰ ਇੱਕ ਗੱਲ ਦੱਸ, ਸੁਣ ਲੈ ਯਾਰ, ਉਹ ਵੀ ਕੱਢਦੇ ਨੇ ਇਧਰੋਂ, ਇਹ ਵੀ ਕੱਢਦੇ ਨੇ, ਕਿਹੜਾ ਚੰਗਾ ਹੀ ਮੈਨੂੰ ਇਹ ਮੇਰੀ ਦੱਸ। ਜਾਨ ਭਾਈ ਜਿੰਨੀਆਂ ਅਲੀ ਅਕਬਰ ਗਾਲਾਂ ਕੱਢਦਾ ਕੋਈ ਵੀ ਨਹੀਂ ਕੱਢ ਸਕਦਾ, ਸਭ ਰਿਕਾਰਡਿੰਗਾਂ ਮੌਜੂਦ ਨੇ, ਹਰ ਚੀਜ਼ ਮੌਜੂਦ ਹੈ। ਅਲੀ ਅਕਬਰ ਨੇ ਸਵੇਰੇ ਠਵਾਲ ਸਾਹਿਬ ਕਹਿੰਦੇ ਪਏ ਨੇ, ਮੈਨੂੰ ਪਤਾ ਨਹੀਂ ਕੀ ਕਿਹਾ ਵੇ ਉਹਨਾਂ ਨੇ। ਉਹਨਾਂ ਨੂੰ ਲੂਲਾ ਲੰਗੜਾ ਕਹਿੰਦਾ ਰਹੇ ਕੋਈ, ਯਾਰ ਕਹਿਣ ਵਾਲੀ ਗੱਲ ਹੈ, ਸਹੀ ਹੈ ਯਾਰ ਇਹ ਦੱਸਣ ਦੇ ਕਿ ਸਾਡੀ ਜਮਾਤ ਇਹ ਕਹਿੰਦੀ ਹੈ। ਅੱਲਾਹ ਪਾਕ ਨੇ ਕਹਿੰਦੇ ਉਹਨਾਂ ਨੂੰ ਕਰ ਛੱਡਿਆ ਤੇ ਤੁਸੀਂ ਇਹ ਸ਼ੋ ਕਰਨ ਦੇ ਕਿ ਇੱਥੇ ਬੈਠ ਕੇ ਯਾਰ ਅਜੀਬ ਗੱਲ ਹੈ ਯਾਰ। ਇੱਕ ਪਾਸੇ ਆਪਣਾ ਹਵਾਲਾ ਦਿੰਦੇ ਜੇ ਕਿ ਅਸੀਂ ਅਹਿਮਦੀ ਆ, ਉਹ ਦੂਸਰੇ ਮੈਂ ਪਾਸੇ ਖੰਡਿਆ ਰੱਜ ਹੋ ਗਿਆ ਜੇ, ਹੁਣ ਤਬਲੀਗ ਕਰ ਲਵੋ, ਹੁਣ ਪੈਗਾਮ ਦਿਓ ਕਿ ਤੁਸੀਂ ਇਮਾਮ ਮਹਿਦੀ ਦੇ ਮੰਨਣ ਵਾਲੇ। ਲਾਨਤ ਤੁਹਾਡੀ ਜ਼ਿੰਦਗੀ ਦੇ ਉੱਤੇ, ਲਾਨਤ। ਝੂਠ ਮਾਰਦੇ ਹੋ, ਲਾਂਦੇ ਹੋ ਜਨਾਬ ਅਲੀ ਇਮਾਮ ਮਹਿਦੀ ਦਾ ਨਾਂ ਕਿ ਅਸੀਂ ਜਮਾਤ ਅਹਿਮਦੀਆ ਦੇ ਵਿੱਚੋਂ ਆ। ਝੂਠੇ ਹੋ ਤੁਸੀਂ ਉਹ ਜਨਾਬ, ਪਤਾ ਨਹੀਂ ਸੁੰਨੀ ਹੋ, ਵਹਾਬੀ ਹੋ, ਸ਼ੀਆ ਉਹ ਪਤਾ ਨਹੀਂ ਕੌਣ ਤੇ ਕੌਣ ਨਹੀਂ। ਸਾਡੀ ਜਮਾਤ ਚ ਤੁਸੀਂ ਨਹੀਂ ਹੈ ਕੋਈ ਵੀ, ਠੀਕ ਹੈ? ਕਿਉਂਕਿ ਜਿਹੜੀ ਜਮਾਤ ਅਹਿਮਦੀਆ ਨਾ, ਉਹ ਰੋਜ਼ਿਆਂ ਦੇ ਵਿੱਚ ਜਨਾਬ ਅਲੀ, ਉਹ ਤੇ ਅੱਗੇ ਪਿੱਛੇ ਨਹੀਂ ਗਾਲਾਂ ਕੱਢਦੇ ਕੋਈ ਵੀ, ਤੇ ਰੋਜ਼ਿਆਂ ਦੇ ਵਿੱਚ ਤੇ ਤੋਬਾ 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 ਤੋਬਾ। ਇਹ ਜਮਾਤ ਦਾ ਤਰਫ ਦੇਂਦੇ ਯਾਰ ਇੱਥੇ ਬੈਠ ਕੇ। ਭਾਈ ਜੀ ਇਹ ਜਮਾਤ ਦੇ ਹੈ ਹੀ ਨਹੀਂ ਬੰਦੇ ਕੋਈ ਵੀ। ਇਹ ਬੰਦੇ ਨੇ ਸਿੱਖ ਨੇ ਜਾਂ ਹਿੰਦੂ ਨੇ ਜਾਂ ਸੁੰਨੀ ਨੇ ਜਾਂ ਵਹਾਬੀ ਨੇ, ਸਾਨੂੰ ਕੋਈ ਇਲਮ ਨਹੀਂ ਇਹਨਾਂ ਦਾ। ਨਾ ਅਲੀ ਅਕਬਰ ਅਹਿਮਦੀ ਹੈ ਨਾ ਕਿਸੇ ਦਾ ਵੀ ਨਾਮ ਲੈਣ ਦੀ ਗੱਲ ਸੁਣ, ਨਾਮ ਲੈਣ ਦੀ ਜ਼ਰੂਰਤ ਕੋਈ ਨਹੀਂ ਕਿਸੇ ਦਾ ਵੀ। ਨਹੀਂ ਮੈਨੂੰ ਨਾਂ ਲੈਣ ਦੀ, ਮੈਂ ਕਿਸੇ ਕੋ ਲੈ ਕੇ ਦਾਣੇ ਖਾਣਾ ਵਾ? ਜ਼ਰੂਰਤ ਕੋਈ ਨਹੀਂ ਕਿਸੇ ਦਾ ਵੀ ਨਾਮ ਲੈਣ ਦੀ। ਜਿਹੜੀ ਗੱਲ ਇੱਕ ਗੱਲ ਜਿਹੜੀ ਹੈ ਨਾ, ਗੱਲ ਸੁਣੋ ਮੇਰੀ, ਸਾਰੇ ਝੂਠ ਮਾਰਦੇ ਨੇ। ਗੱਲ ਸੁਣ ਲਓ ਮੇਰੀ, ਸਭ ਝੂਠੇ ਨੇ। ਜਿਹੜਾ ਬੰਦਾ ਆਂਦਾ ਕਿ ਮੈਂ ਅਹਿਮਦੀ ਆ ਤੇ ਕੱਢਦਾ ਗਾਲਾਂ, ਉਹ ਮੇਰੇ ਸਾਹਮਣੇ ਲਿਆਓ, ਠੀਕ ਹੈ? ਤੇ ਉਹ ਆਖ ਦੇਵੇ ਕਿ ਮੈਂ ਅਹਿਮਦੀ ਆ, ਤੇ ਫਿਰ ਮੈਂ ਮੰਨਾਂਗਾ ਕਿ ਵਾਕਈ ਬਈ ਉਹ ਬੰਦਾ ਮੇਰੇ ਸਾਹਮਣੇ ਮੂੰਹ ਦੇ ਉੱਤੇ ਖਲੋ ਕੇ ਆਖ ਸਕਦਾ ਅਹਿਮਦੀ। ਮੈਂ ਮਾਰ ਛਿੱਤਰ ਉਹਦਾ ਧੂੰ ਨਾ ਕੱਢ ਦਿਆਂਗਾ। ਸਹੀ ਗੱਲ ਕੰਮ ਇਹ ਕੋ ਬਣਦਾ? ਬਕਵਾਸ ਹੈ, ਤਮਾਸ਼ਾ ਹੈ ਕੋਈ? ਦੀਨ ਮਜ਼ਹਬ ਨੂੰ ਤਮਾਸ਼ਾ ਬਣਾਇਆ ਹੈ ਜਨਾਬ। आंटी उमर बाप कहती हैं गाली देना बहुत बुरी बात है। नहीं या ते अपने आप को शोर ना करो कि ਅਸੀਂ ਅਹਿਮਦੀ ਆ, ਜਾਂ ਆਪਣਾ ਤਾਰਫ ਨਾ ਦਿਓ ਕਿ ਅਹਿਮਦੀ ਆ। ਆਪਣੀਆਂ ਤੁਹਾਡੇ ਘਰ ਦੀਆਂ ਲੜਾਈਆਂ ਨੇ, ਤੁਸੀਂ ਆਪਣੇ ਆਪਣੇ ਘਰ ਦੇ ਵਿੱਚ ਲੜੋ। ਇੱਥੇ ਤੁਸੀਂ ਬਣ ਕੇ ਅਹਿਮਦੀ ਤੇ ਆਣ ਕੇ ਤੇ ਲੜ ਕੇ ਤੇ ਲੋਕਾਂ ਨੂੰ ਤੁਸੀਂ ਦੱਸਦੇ ਹੋ ਕਿ ਅਸੀਂ ਅਹਿਮਦੀ ਆ। ਲਾਨਤ ਤੁਹਾਡੀ ਜ਼ਿੰਦਗੀ ਦੇ ਉੱਤੇ, ਤੁਸੀਂ ਕੋਈ ਅਹਿਮਦੀ ਨਹੀਂ ਹੈ। ਇਹੀ ਬਰਾੜ ਦੀਆਂ ਇਹ ਰਿਕਾਰਡਿੰਗਾਂ ਜਿਹੜੀਆਂ YouTube ਦੇ ਉੱਤੇ ਚੜਾਉਣ ਡਏ ਨੇ, ਕੋਈ ਗੱਲ ਤੇ ਨਹੀਂ ਕਰਨ ਵਾਲੀ ਯਾਰ। ਝੂਠ ਮਾਰਦੇ ਨੇ। ਮੈਂ ਖੰਡਿਆ सैफी कौन पे आ? सैफी ऊपर कौन से मेरी जगह से ऊपर कौन से आ? ਕੋਈ ਅਹਿਮਦੀ ਨਹੀਂ ਭਾਈ, ਇਹ ਸਾਡੀ ਜਮਾਤ ਚੋਂ ਇਹ ਨਹੀਂ ਹੈ ਕੋਈ ਵੀ। ਇਹ ਭਾ ਕੋਈ ਸੁੰਨੀ ਨੇ, ਵਹਾਬੀ ਨੇ, ਸ਼ੀਆ ਨੇ, ਸਾਨੂੰ ਕੋਈ ਪਤਾ ਨਹੀਂ ਇਹਨਾਂ ਦਾ, ਠੀਕ ਹੈ? ਕਿੱਥੋਂ ਆਏ ਨੇ ਕਿੱਥੋਂ ਨਹੀਂ ਆਏ, ਸਾਨੂੰ ਕੋਈ ਇਲਮ ਨਹੀਂ ਹੈ ਇਹਨਾਂ ਦਾ। ਕਾ ਭਾਈ ਅਸੀਂ ਤੇ ਉਦੋਂ ਦੇ ਰੋਕਣ ਦੇ ਆ ਯਾਰ, ਗਾਲਾਂ ਨਾ ਕੱਢੋ ਯਾਰ। ਇੱਕ ਤਾਰਫ ਦੇਣ ਦੇ ਤੇ ਤੁਸੀਂ ਜਮਾਤ ਦਾ, ਦੂਸਰਾ ਕਮ ਸ ਕਮ ਆਪਣੇ ਜ਼ੁਬਾਨ ਨੂੰ ਵੀ ਤਾਂ ਕੰਟਰੋਲ 'ਚ ਰੱਖੋ ਨਾ।
ਅਸੀਂ ਭਾਈ ਉਦੋਂ ਦੇ ਕਲਪਣ ਡਏ ਆ ਕਿ ਪੈਰ ਭੁੱਲਾ ਕਰੋ ਨਾ ਕਰੋ ਯਾਰ, ਰੋਜ਼ਿਆਂ ਦਾ ਮਹੀਨਾ ਜਾਂਦੀ ਕਰੋ ਹੈ ਤੇ ਇਹ ਬੰਦੇ ਮੁੜਨ ਹੀ ਨਹੀਂ ਡਏ ਯਾਰ। ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ, ਅੱਲਾ ਹੀ ਇਹਨਾਂ ਨੂੰ ਹਦਾਇਤ ਦੇਵੇ। ਇਹ ਅਮਨ ਭਿੰਡਰ ਸਾਹਿਬ ਇਹ ਦੋਵਾਂ ਪਾਸੇ ਇੰਜ ਹੀ ਚੱਲ ਰਿਹਾ, ਇੱਕ ਪਾਸੇ ਨਹੀਂ। ਇੱਕ ਪਾਸੇ ਦਾ ਪੱਖ ਨਹੀਂ ਮਾਰਨਾ ਸੀ, ਗੱਲ ਜਿਹੜੀ ਕਰਨੀ ਹੈ ਨਾ ਦੋਵਾਂ ਪਾਸਿਆਂ ਦੀ ਕਰਨੀ। ਇਹਨੇ ਅੱਛਾ, ਪੱਕ ਕਾ ਗੱਲ ਮਾਰਨਾ ਬਾਤ ਉਹ ਲਾਰਾ ਸਾਡੀ ਕਰ ਗੱਲ ਇਨਸਾਫ ਦੀ। ਸਾਡੀ ਲੜਾਈ ਦਾ ਫਾਇਦਾ ਉਠਾਉਣ ਉਹ ਬਲਾਲ ਹਨੀਫ ਵੀ ਆ ਗਿਆ ਦੇ ਵਿੱਚ। ਇਹਦਾ ਪਤਾ ਕੋਈ ਨੀ ਹੁਣ ਕੀ ਰਿਸ਼ਤੇਦਾਰੀ ਛੱਡ ਨਹੀਂ ਦੇਣਾ ਹੈ, ਜੀ। ਸਮਝ ਲੱਗੀ ਜੇ। ਜਿਹੜਾ ਬੰਦਾ ਗਾਲਾਂ ਕੱਢਦਾ ਹੈ, ਸਾਡੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ, ਕੋਈ ਸਾਡਾ ਉਹਦਾ ਮਜ਼ਹਬ ਸਾਂਝਾ ਨਹੀਂ ਹੈ, ਕੋਈ ਸਾਡਾ ਦੀਨ ਸਾਂਝਾ ਨਹੀਂ ਹੈ ਉਹਦੇ ਨਾਲ, ਸਮਝ ਲੱਗੀ ਜੇ। ਉਹ ਨਾ ਮੁਸਲਮਾਨ ਹੈ, ਉਹ ਮੁਸਲਮਾਨ ਹੀ ਨਹੀਂ ਹੈ ਜਿਹੜਾ ਗਾਲਾਂ ਕੱਢਦਾ। ਮੁੱਕੀ ਬਾਤ, ਭਾਵੇਂ ਉਹ ਸੁੰਨੀ ਹੈ, ਭਾਬੀ ਹੈ, ਸ਼ੀਆ, ਅਹਿਮਦੀ ਹੈ, ਦਿਓਬੰਦੀ ਹੈ, ਕੋਈ ਮੁਸਲਮਾਨ ਨਹੀਂ ਹੈ, ਝੂਠ ਮਾਰਦਾ ਹੈ। ਉਹ ਬਲਾਲ ਹਨੀਫ ਹੈ। ਨਹੀਂ ਮੈਂ ਤੇ ਬਿਲਕੁਲ ਜਨਾਬ ਨਾਲੇ ਅਹਿਮਦੀ ਜਿਹੜੇ ਨੇ ਉਹ ਗਾਲਾਂ ਕੱਢਦੇ ਹੀ ਨਹੀਂ। ਨਹੀਂ ਇਹ ਪਤਾ ਨਹੀਂ ਹੈ ਹਲੇ ਇੱਕ ਵਾਰ ਮੁਸਲਮਾਨ ਵੀ ਨਹੀਂ, ਜਿਹੜੇ ਮੁਸਲਮਾਨ ਜਿਹੜੇ ਅਸਲ ਮੁਸਲਮਾਨ ਨੇ ਉਹ ਕਦੋਂ ਅਫਸੋਸ ਕੱਢਦੇ ਹੋਇਆ ਨੇ ਯਾਰ, ਗਾਲਾਂ? ਇਸ ਤਰ੍ਹਾਂ ਹੀ ਜ਼ੁਬਾਨ ਸੁਣ ਕੇ ਨਹੀਂ ਅਫਸੋਸ ਹੋਇਆ। ਬਿਲਕੁਲ ਗੱਲ ਸਹੀ ਕਰਨ ਗੱਲ ਠੀਕ ਹੈ। ਇਹ ਪਤਾ ਨਹੀਂ ਕੌਣ ਨੇ ਇਹ ਤਾਰ ਸਾਹਿਬ ਮੇਰੇ ਤੇ ਨਾ ਪਾਈ ਜੋ, ਪਤਾ ਨਹੀਂ ਕਿਹੜਾ ਗਾਂਦੇ ਇਹਨਾਂ ਨੂੰ ਪਤਾ ਲੱਗ ਗਈ। ਨਹੀਂ ਚਸਕਾ ਲੈਣ ਤੇ ਬਲਾਲ ਹਨੀਫ ਵਿੱਚ ਆਇਆ ਤੂੰ। ਨਹੀਂ ਮੈਂ ਉਹ ਤੇ ਮਕਾਰ ਸਾਹਿਬ ਨੇ ਮੈਨੂੰ ਨਾ ਮਕਾਰ ਸਾਹਿਬ ਨੇ ਕਿਹਾ ਨਾ, ਪਤਾ ਨਹੀਂ ਭਾਬੀ ਨੇ ਸੁਣਨੀ ਨੇ। ਮੈਂ ਕਿਹਾ ਸਾਡੇ ਵਾਲੇ ਗੰਦ ਨਾ ਪਾਓ, ਇਹ ਗੰਦ ਨੂੰ ਪਰਾ ਕੂੜੇ ਸੁੱਟੋ। ਪਤਾ ਨਹੀਂ ਤੁਹਾਡਾ ਗੰਦ ਨਹੀਂ ਆਇਆ ਸਾਡਾ। ਇਹ ਯਹੂਦੀ ਨੇ, ਯਹੂਦੀ ਨੇ ਯਹੂਦੀਆਂ ਦੇ ਕਹਿੰਦੇ ਤੇ ਮੁਸਲਮਾਨਾਂ ਨੂੰ ਬਦਨਾਮ ਕਰੇ। ਮੇਰੀ ਗੱਲ ਤਾਂ ਸੁਣੋ ਨਾ, ਗੱਲ ਕੋਈ ਨਹੀਂ ਆਇਆ ਸਾਡਾ ਇਹੋ ਜਿਹੇ ਬੱਚੇ ਹਰਾਮ ਕਹਿੰਦੇ ਨੇ। ਓਏ ਉਹ ਕਹਿੰਦਾ ਪਿਆ ਵੇ ਪਿੱਛੇ ਨੂੰ ਫੋਨ ਹੈ, ਥੱਲੇ ਲਾ ਇਹਨੂੰ ਚੁੱਕ ਕੇ ਮਾਰ ਥੱਲੇ। ਨਹੀਂ ਮੈਂ ਕਹਿੰਦਾ ਹਰਾਮ ਦੇ ਗੰਦ ਨੂੰ ਇੱਕ ਵਾਰ ਨੂੰ ਪਰਾਂ ਦਫਾ ਕਰੋ। ਥੱਲੇ ਲਾ ਪਰਾਂ ਐਸਾ ਜਿਹੜਾ ਜ਼ਰਾ ਮਾਚਾ ਆਇਆ ਸੀ ਤੇ ਇਹਨਾਂ ਦੇ ਤੇ ਆਲਮ ਵੀ ਗਾਲਾਂ ਕੱਢਦੇ ਨੇ। ਜ਼ਫਰੁੱਲਾ ਬਰੇਲਵੀ ਉਹ ਜਿਹੜਾ ਬੜਾ ਵੱਡਾ ਗਾਲੀਬਾਜ਼। ਇੱਕ ਮਿੰਟ ਜ਼ਰਾ ਕਵੀ ਨੇ ਸੱਦ ਲਿਆ ਤਾਹਿਰ ਸਾਹਿਬ, ਜਿਹੜਾ ਇੱਕ ਵਾਰੀ ਜਿਹਦੇ ਮੂੰਹ ਤੁਸੀਂ ਥੋੜੀ ਜਿਹੀ ਵੀ ਗੱਲ ਸੁਣਦੇ ਜੇ ਉਹਨੂੰ ਚੁੱਕ ਕੇ ਥੱਲੇ ਮਾਰੋ। ਕਿਉਂ ਉਹਨੂੰ ਤਮਾਸ਼ਾ ਲਾਉਣ ਲਈ ਇੱਥੇ ਬਿਠਾਇਆ ਜੇ ਬਰਾੜ ਤੇ? ਇੱਥੋਂ ਕੋਈ ਪੈਸੇ ਮਿਲਦੇ ਨੇ ਤੁਹਾਨੂੰ? ਨਹੀਂ ਬਿਲਕੁਲ ਨਹੀਂ ਜੀ, ਪੈਸੇ ਕਾਹਦੇ ਮਿਲਦੇ? ਗਾਲਾਂ ਕੱਢਣ ਦੇ ਜਾਂ ਸੁਣਨ ਦੇ? ਔਕਾਬ ਸਾਹਿਬ ਜਦੋਂ ਸੈਫੀ ਗਾਲਾਂ ਕੱਢੀ ਜਾ ਰਿਹਾ ਸੀ ਉਦੋਂ ਤੁਸੀਂ ਤਾਂ ਕੁਝ ਨਹੀਂ ਬੋਲੇ, ਉਦੋਂ ਤੁਹਾਡਾ ਮਾਈਕ ਆਫ ਸੀਗਾ ਹੈ। ਹੁਣ ਤੁਸੀਂ ਉਹ ਚਲਾ ਗਿਆ ਤੇ ਤੁਸੀਂ ਆਪਣਾ ਦਰਸ਼ਨ ਪੇਸ਼ ਕਰਨਾ ਸ਼ੁਰੂ ਹੋ ਗਏ ਹੋ। ਤੇ ਤਾਹਿਰ ਸਾਹਿਬ ਜਦੋਂ ਉਹ ਗਾਲਾਂ ਕੱਢ ਰਿਹਾ ਸੀ ਤੇ ਤੁਸੀਂ ਗਾਲਾਂ ਕਢਵਾਉਣ ਮੈਂ ਉਸੇ ਵੇਲੇ ਕੀ ਆਖੜਿਆ, ਮੈਂ ਕਿਹਾ ਤੂੰ ਕਰਕੇ ਇੱਕ ਵਾਰ ਮੈਨੂੰ ਰੋਜ਼ ਗਾਲਾਂ ਕੱਢਦਾ, ਮੈਂ ਉਹਦਾ ਕੀ ਵਿਗਾੜਿਆ ਦੱਸੋ ਨਾ ਮੈਨੂੰ। ਮੇਰੇ ਤੇ ਕੋਲ ਪੈਂਦਾ ਰਿਹਾ, ਮੇਰਾ ਤੇ ਯਾਰ ਸੀ, ਮੇਰਾ ਤੇ ਯਾਰ ਮਾਰ ਬਣ ਗਿਆ। ਨਹੀਂ ਮੇਰੀ ਗੱਲ ਸੁਣੋ, ਫਿਰ ਤੁਸੀਂ ਇਹ ਗੱਲ ਨਾ ਕਰੋ ਨਾ ਕਿ ਬਈ ਜਿਹੜਾ ਗਾਲਾਂ ਕੱਢਦਾ ਹੈ ਤੇ ਉਹਨੂੰ ਨਹੀਂ ਕਰਨ, ਇਹ ਵਹਾਬੀ ਹੈ ਜਾਂ ਉਹ ਹੈ, ਇਹ ਮੁਸਲਮਾਨ ਨਹੀਂ ਹੈ। ਕਿੰਨੇ ਵਹਾਬੀ ਆਖਿਆ? ਤੇ ਸੁਣਨੇ ਵਾਲਾ ਤੇ ਵੀ ਕਰਨੇ ਵਾਲਾ ਕੀ ਕਰੀਏ ਫਿਰ? ਨਹੀਂ ਜਦੋਂ ਸ਼ੁਰੂ ਸਟਾਰਟ ਕਿਤਨੇ ਕੀਤੀ? ਹੁਣ ਬੁਲਾ ਲੈ ਮੈਨੂੰ ਬਹਾ ਲਈਏ ਇੱਥੇ ਕੋਲ। ਕਿਤਨੇ ਐਸ ਬ੍ਰੌਡ ਵਿੱਚ ਸਟਾਰਟ ਕਿਨੇ ਕੀਤੀ ਹੈ? ਸੈਫੀ ਨੇ ਕੀਤੀ ਹੈ ਗਾਲਾਂ ਸਟਾਰਟ, ਠੀਕ ਹੈ। ਉਹ ਆਪਣੇ ਇਲਾਕੇ ਦਾ ਅਹਿਮਦ ਜੱਟ ਗੱਲਾਂ ਕਰਨ ਡਿਆ ਸੀ, ਉਹਦੇ ਨਾਲ ਬਦਮਾਸ਼ ਹੈ, ਐਡਾ ਹੀ ਕੋਈ ਬਦਮਾਸ਼ ਹੈ ਤੇ ਉਹ ਜਰਮਨੀ ਜਾ ਕੇ ਜਾਂ ਇੱਥੇ ਆ ਕੇ ਉਸ ਨੂੰ ਹੱਥ ਲਾ ਕੇ ਵੇਖ ਲਵੇ। ਅਹਿਮਦ ਜੱਟ ਬਦਮਾਸ਼ੀ ਇੱਥੇ ਲੱਭੀ ਜਾਏਗੀ। ਨਹੀਂ ਬਦਮਾਸ਼ ਤੇ ਮੇਰੀ ਜਾਨ ਭਾਈ ਕੋਈ ਨਹੀਂ। ਇੱਕ ਮਿੰਟ ਖਲੋ ਜਾ। ਉਹ ਜਾਨੀ ਸਭ ਤੋਂ ਪਹਿਲਾਂ ਤੂੰ ਆ ਕੇ ਗਾਲਾਂ ਕੱਢੀਆਂ ਨੇ। ਇਹਨੂੰ ਪੁੱਛੋ ਸਾਰਿਆਂ ਤੋਂ ਪਹਿਲਾਂ ਤੇ ਇਹਨੇ ਆ ਕੇ ਲੋਕਾਂ ਨੂੰ ਗਾਲਾਂ ਕੱਢੀਆਂ ਨੇ, ਜਾਨੀ ਨੇ ਗਾਲਾਂ ਕੱਢੀਆਂ ਨੇ ਉਹਨੂੰ। ਕਿਹੜੇ ਗਾਲਾਂ ਕੱਢੀਆਂ ਨੇ ਵੈਸੇ ਨਾ? ਉਹ 3 ਗਾਲਾਂ ਇਹਨੇ ਕੱਢੀਆਂ ਨੇ। ਪਹਿਲੇ ਉਹਨੇ ਗਾਂਡੂ ਦੇ ਅਲਫਾਜ਼ ਇਸਤੇਮਾਲ ਕੀਤੇ ਤੇ ਤੈਨੂੰ ਕੀ ਤੇ ਸਸੂ ਸ਼ੁਰੂਆਤ ਭਾਈ ਭਰਾ ਹੈ ਮੇਰਾ, ਤੈਨੂੰ ਕੀ ਤਕਲੀਫ ਤੇਰੀ ਬੁਣ ਚ ਹੋ ਗਈ ਹੈ? ਮੈਂ ਗਾਲਾਂ ਕੱਢਦਾ ਜਾਨੀ ਤਾਂ ਰੋਕ ਨਹੀਂ ਸਕਦੇ। ਲਾਂਤੀਆ ਮੈਂ ਗਾਲ ਨਹੀਂ ਕੱਢ ਰਹੀ, ਰੋਜ਼ਾ ਰੱਖਿਆ। ਕਿਸੇ ਸਾਖਦਾ ਇਹਨੇ ਗਾਲਾਂ ਸਭ ਤੋਂ ਪਹਿਲਾਂ ਆ ਕੇ ਉਹਨੂੰ ਕੱਢੀਆਂ ਨੇ। ਬੇਸ਼ਰਮ ਕਿਸੇ ਥਾਂ ਦਾ ਜਾਨੀ ਜਾਨ ਰੱਖਿਆ। ਉੱਡ ਜਾ ਇੱਥੋਂ। अस्सलाम वालेकुम। ਵਾਲੇਕੁਮ। ਕੀ ਯਾਰ ਪਾਗਲਾਂ ਵਾਲੇ ਕੰਮ ਇੱਥੇ ਹੁੰਦੇ ਨੇ। ਨਹੀਂ ਮੈਨੂੰ ਰੋਜ਼ ਫੋਨ ਕਰਕੇ ਕਹਿੰਦੇ ਨੇ ਜੀ ਤਾਹਰ ਤੈਨੂੰ ਇਹ ਇਸਤੇਮਾਲ ਕਰਨ ਦੇ ਨੇ। ਮੰਨੂ ਜੀ ਜੱਟ ਸਾਹਿਬ ਕੌਣ ਇਸਤੇਮਾਲ ਕਰਨ ਡਿਆ ਜੀ? ਠੀਕ ਹੈ,
ਉਹਨੂੰ ਨਵਾਂ ਕਰਕੇ ਬਿਆਨ ਕੀਤਾ ਗਿਆ ਕਿ ਇਹ ਜੀ ਨਵਾਂ ਵਾਕਿਆ ਵਾ। ਸਾਨੂੰ ਇਹ ਗੱਲ ਹੀ ਯਾਰ ਗਾਲਾਂ ਕੱਢਣ ਠੀਕ ਦੇ ਹੋਇਆ। ਨੇ। ਆ ਨਹੀਂ ਸੁਣੋ ਨਹੀਂ ਨਾ, ਸੁਣੋ ਆ ਠਵਾਲ ਭਾਈ ਨੇ ਮੈਂ ਕਿਉਂ ਗਾਲਾਂ ਕੱਢੀਆਂ ਨੇ, ਮੈਨੂੰ ਗੱਲ ਹੀ ਕੱਢੀਆਂ ਨੇ। ਆ ਸੁਣੋ ਇੱਕ मिनट। फिर उसकी आंख निकाली है, ठीक है, और जब आंख भी निकाल दी उसकी ना। हाँ जी, अच्छा अच्छा, डॉक्टरों ने आजमाइश होगी ना, आप सलाह क्यों कह रहे हो? आजमाइश आवाज आ रही है ठवाल भाई? यार अभी जरूरत नहीं है, जी जी आ रही है। नहीं है, फिर नहीं अपने ऊपर आ जाए तो आजमाइश है, अपने किसी खिलाफ नहीं है गल, बिल्कुल नहीं है गल, ठीक नहीं। आजमाइश सोने मुझे बयान पूरा दे देना, क्योंकि आजमाइश ले लेते हैं वो बंदे के ऊपर इतनी ज्यादा कड़ी आजमाइश पड़ी हुई है। अब वो बंदे की जरा पहले हरकत सुनने पर डबल टू पे आता हूँ कि ये बंदा रात, आप म्यूट लगा देना था, शोर आता है तो मैं डिस्टर्ब होता हूँ। वो बंदा उसने परसों किया मैसेज गालियों का, और फिर उसने कल रिपीट भी किया अपने ब्रॉड को, मैंने गालियों को से भर के भेजी। अच्छा, खुद मान भी रहा है और फिर वहां पे बैठ के कह रहे जी मैंने भी गाला कढ़िया। इस बंदे ने किस बंदे को गाली नहीं दी यूट्यूब टिकटॉक के ऊपर बैठ करके? क्या इसने गंदी गालियां नासिर भट्ट को नहीं दी? इसने अपने ही अहमदी भाई के खिलाफ, मियां साहब के खिलाफ जा करके आमिर नसीर की ब्रॉड पे बयान नहीं दिया जाके इसने कि जी ये तो पैसे खा गया, लोगों के प्रॉपर्टियां बेच के खा गया। ये ऐसा चूतिया इंसान है। अच्छा, इस बंदे ने क्या उसको वलियाम को गालियां नहीं दी? ये वाली बात रिपीट करना, कौन किसके पैसे खा गया? जब मियां फेवरेट 49 साहब के कोई सिख साथ हुआ था ना, ताहिर टवाल के साथ मसला थोड़ा बहुत था, कोई बहस हुआ, तो ये फौरी तौर पे इसने जनाब ये अपनी सौखी वो बैसाखियां उठाई, और बैसाखियां उठा के जो बंदा पहुंच गया जनाब आमिर नजीर की बनौट पे। अच्छा, हाँ जी, और वहाँ मियां साहब के बारे में ये बातें की हैं, और भैया फोन की फरवट पे गया तो उनको जाके कहता है कि ताल्लुक नहीं, मैं तो दसना है बंदा कौन है, मैं इन्हें जानना वा। अच्छा, वो कहते दसो जी, क्योंकि इस बंदे ने हादी साहब को और अपने जवाई की तारीफ करी अपने जवाई की तारीफ थल्ले चल भैन दी कुछ लंगड़े यार खुदा दा वास्ता जिन्ने ते गाल करनी ना मैं उन खुद थल्ले सुनना उदो गाला नहीं है उदो चुको ना ना उत्ते। अच्छा, ये गाल सी इस कड़ी बंदे ने जनाब दी हादी साहब मुझे बराड़ लांदे उन्हों गाला कड़ी। अच्छा, ये गल कैसे गाला कड़ी, मैं तो कैसे ये असली चेहरा था, सब चुकी ना रोनाल्डो चुकी ना, जो शैतानी कोई बंदा ना करे, चुकी कोई ना। अच्छा, इस बंदे ने बंदा पूछे ये बकाल मैं क्या करदा पैसी। अच्छा, उस तो बाद जेड़े इहदे नाल बैठे सी डबल 1 डबल 2 उनका चेहरा देखो जरा। डबल 1 डबल 2 ने मुबशर आजाद की बरात से ब्याह के मुबशर आजाद साहब ने एक लाइव बयान रिकॉर्ड कराया कि आज से ताहिर उठवाल की बरात का बाइकाट किया जाता है, और जेड़ा साडा कोई भरा उस बरात से जाएगा उनका भी बाइकाट किया जाएगा। अच्छा, दोनों को शर्म नहीं आ रही थी, दोनों मुनाफिक इकट्ठे बैठे हुए थे, यानी कि उठवाल और डबल 1 डबल 2। ये कौन थूक के चाटने वाली हिसाब लगा लें, ये बने फिरते हैं अहमदी कि वो ही एक मिनट बाद रोकन लगा राजर भाई आ सारे थुक के चट रहा कि नहीं, जिन्होंने को माफी मंगवा रहा है। आज हबीबुल्ला भाई कोई माफी मांगी उन्हें सुलह कर ली, वो भी थुक के चट रहा है। ये मैं सिर्फ जवाब दे रहा हल्का हल्का। नासिर भट्ट को भी जाके बराड़ से थुक के चट के तो माफी मांग के आया। साडा काम बड़ा सोहना हो रहा, सारिया को माफिया मंग रहा, ना भी सही तरीके लैन लग गया हूँ जिन्होंने बुरे बुरे तरीके बोलना। कोई नहीं गल राजर भाई, थोड़ी जी रह गई, थोड़ी जी सुन लो, थोड़ी आगे गालां कढ़ियां भी सुन लो। सुन लो एक मिनट दियो, एक मिनट सुन लो, ओ गल ठीक है, सारी गल सुन के जावांगा राजर भाई, सारी सुनांगा। एक मिनट खलो जो, एक मिनट। डबल 2 ने कहा था कि ताहिर उठवाल एक गंदा आदमी, इसकी बरात पे कोई ना जाए, और खुद वहां बैठ करके बोर्ड मान के बैठ के उठवाल हमें गालियां दे रहा था। अच्छा, उसके बाद ये जो गजनी साहब थे वहां बैठे हुए, ये गजनी साहब ने कहा था कि हम मलक साहब के जनाब ने ये कर देंगे, वो कर देंगे, गद्दी निकाल देंगे। दूसरे दिन जाके ये माफिया मांगने गए थे। इनकी औकात है कि इन लोगों के ऊपर इन्वर्टर दिया जाए, उनको जवाब दिया जाए। लोगों को सिर्फ इनका असला चेहरा दिखाना है कि ये है क्या, ये वो कौम है, ये सारे पूरा ग्रुप जो है इन लोगों का,
कि अपनी इनकी वादा के साथ कोई बंदा बलात्कार करे तो ये लोगों को जा जाके बताते हैं कि साडी मां ने फलाने बंदे ने ज़ना कीता है। ये ऐसी बेशरम कौम है, उसकी फोटोएं लेके फिरते हैं। 11 22 हो गया, ये उठवाल हो गया, वो सैफी हो गया, कि ये लोग अपनी अम्मी की बदकारी को छुपाने के बजाय लोगों को जाके दिखाते हैं कि ये देखो हमारी फलाने चुरगी के अंदर हमारी मां के साथ ज़ना हो रहा है। ये हैं वो लोग जो बैठ के उधर मसीह अलैहिस्सलाम के हवाले दे रहे थे और ये बातें कर रहे थे। ਲੋ ਜੀ, ਇਹ ਗੱਲ ਤੇ ਕੋਈ ਨਹੀਂ ਨਾ ਜੀ ਰਾਜਰ ਭਾਈ। ਗੁੱਡੂ ਅੱਛਾ ਕੌਣ ਹੈ? ਹੁਣ ਗੱਲ ਇਹ ਵੇ ਸਾਫੀ ਸਾਹਿਬ ਕਿ ਪਹਿਲੀ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ, ਕੁਝ ਬੰਦੇ ਹੁੰਦੇ ਨੇ ਉਹਨਾਂ ਦੀ ਮਾੜੀ ਮੋਟੀ ਇਹ ਕਹਿ ਲੋ ਕਿ ਪਿਛਵਾੜੇ ਤੇ ਮਾੜਾ ਮੋਟਾ ਨਮਕ ਜਾਂ ਮਿਰਚਾਂ ਲਾਣੀਆਂ ਪਾਈ ਜਾਂਦੀਆਂ ਨੇ, ਠੀਕ ਹੈ, ਤੇ ਉਹਨਾਂ ਦੀਆਂ ਫਿਰ ਚੀਕਾਂ ਜਿਹੜੀਆਂ ਨਾ ਉਹ ਸਾਰਾ ਦਿਨ ਸਾਰਾ ਮਹੀਨਾ ਬਹਿ ਕੇ ਅਸੀਂ ਇੰਜੋਏ ਕਰਨੇ ਆ। ਤੁਹਾਨੂੰ ਵੀ ਪਤਾ, ਮੈਂ ਵੀ ਕਰਨਾ, ਹਰ ਬੰਦਾ ਕਰਦਾ। ਲੇਕਿਨ ਕੁਝ ਬੰਦੇ ਹੁੰਦੇ ਨੇ ਉਹ ਇਹ ਚਾਹੁੰਦੇ ਨੇ ਕਿ ਤੁਹਾਡੇ ਨਾਲ ਦੁਬਾਰਾ ਉਹਨਾਂ ਦੀ ਗੱਲਬਾਤ ਹੋਏ, ਉਹਨਾਂ ਨੂੰ ਥੋੜਾ ਕੁ ਫੇਮ ਮਿਲੇ, ਤੁਹਾਨੂੰ ਉਹਨਾਂ ਲੋਕਾਂ ਦਾ ਮੁਖਾਤਬ ਤੇ ਦੂਰ ਦੀ ਗੱਲ ਏ, ਉਹਨਾਂ ਦਾ ਨਾਮ ਜੱਟ ਕੱਢੀ ਹੈ। ਲੇਕਿਨ ਅਹਿਮਦ ਜੱਟ ਨੂੰ ਤੁਹਾਨੂੰ ਦੱਸਿਆ ਸੀ, ਇਹਨੂੰ ਜਵਾਬ ਨਾ ਦਿਓ। ਅਗਰ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਤੁਸੀਂ ਇਹਦੀ ਮੌਤ ਹੀ ਮਾਰ ਦਿਓ, ਇਸ ਬੰਦੇ ਨੂੰ ਜਵਾਬ ਨਾ ਦਿਓ। ਕੱਢੇ ਗਾਲਾਂ ਜਿੰਨੀਆਂ ਮਰਜ਼ੀ ਕੱਢਦਾ, ਇਹਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ। ਦੂਸਰਾ, ਇਹ ਜਿਹੜੇ ਰੂੜੀ ਦੇ ਛਾਪਰ ਨੇ, ਮੇਰੀ ਜਾਨ ਤੇ ਜਾਨੀ ਤੇ ਚੌਧਰੀ ਨਸ਼ਰੁੱਲਾ ਤੇ ਫਲਾਣਾ ਨਸ਼ਰੁੱਲਾ ਤੇ ਫਲਾਣਾ ਤਸ਼ਰੁੱਲਾ, ਇਹ ਸਾਰੇ ਗਲੀ ਦੇ ਰੂੜੀ ਦੇ ਗੰਦੇ ਛਾਪਰ ਨੇ, ਠੀਕ ਹੈ, ਜਿਹੜੇ ਮਾੜੀ ਜੀ ਨੇਰੀ ਆਏਗਾ ਉੱਡੇਗੀ ਇੱਧਰ ਤੁਰ ਜਾਣਗੇ। ਅਸੀਂ ਹੁਣ ਇਹਨਾਂ ਨੂੰ ਡਿਸਕਸ ਕਰਨ ਦਾ ਹੀ ਇਹਨਾਂ ਦੀ ਕੀ ਔਕਾਤ ਹੈ? ਤੁਹਾਨੂੰ ਮੈਨੂੰ ਜੇ ਲੱਗਦਾ ਨਾ ਪਿਆ ਜੋ ਮੈਂ ਬੋਲ ਵੇਖ ਲਿਆ ਪਿਛਲੇ 2 ਮਿੰਟ ਦੇ ਵਿੱਚ 4 ਮਿੰਟ ਦੇ ਵਿੱਚ, ਤੁਸੀਂ ਐਸੇ ਬੰਦਿਆਂ ਨਾਲ ਮੁਖਾਤਬ ਹੋਏ ਹੋ ਜਿਨ੍ਹਾਂ ਦੀ ਕੋਈ ਔਕਾਤ ਨਹੀਂ, ਜਿਨ੍ਹਾਂ ਨੂੰ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਨੂੰ ਬੁਲਾਉਣ ਦੀ ਵੀ ਜ਼ਰੂਰਤ ਨਹੀਂ ਹੈ। ਜਵਾਬ ਦੇਣਾ ਦੂਰ ਦੀ ਗੱਲ ਹੈ, ਸਹੀ ਹੈ, ਇਹਨਾਂ ਨੂੰ ਬੁਲਾਉਣਾ ਵੀ ਨਹੀਂ। ਇਹ ਤੁਹਾਡੇ ਕੋਲ ਆਉਣ ਆਖਣ ਹਾਂ ਬਈ ਮਾਂ ਭੈਣ ਦੀ ਗਾਲਾਂ ਕੱਢਣ ਆਇਆ, ਕੱਢ ਲੈ, ਸਹੀ ਹੈ, ਕੱਢ ਕੁੱਟ ਕੇ ਤੁਰ ਜੇ, ਚੁੱਪ ਕਰ ਰਹੋ। ਤੇ ਇਹਨਾਂ ਦੇ ਮੂੰਹ ਦੇ ਉੱਤੇ ਗੂੰ ਦਾ ਭਰਿਆ ਚਿੱਤਰ, ਅਗਰ ਤੁਸੀਂ ਇਹ ਮਾਰੋਗੇ ਤੇ ਬਜਾਏ ਕਿ ਤੁਸੀਂ ਗੂੰ ਦਾ ਭਰਿਆ ਚਿੱਤਰ ਮਾਰਨ ਦੇ, ਖਾਲੀ ਚਿੱਤਰ ਮਾਰਨ ਦੀ ਲੋੜ ਹੀ ਕੋਈ ਨਹੀਂ ਹੈ। ਤੁਸੀਂ ਖਾਲੀ ਚਿੱਤਰ ਮਾਰਨ ਦੇ ਹੋ, ਇਹਨਾਂ ਨੂੰ ਗੂੰ ਦੇ ਭਰੇ ਚਿੱਤਰ ਮਾਰੋ। ਗੂੰ ਦਾ ਭਰਿਆ ਚਿੱਤਰ ਕਿਸ ਤਰ੍ਹਾਂ ਹੋਏਗਾ? ਆਰਾਮ ਨਾਲ ਚੁੱਪ ਕਰਕੇ ਸਾਈਡ ਤੇ ਉਹਨਾਂ ਕੋ ਠੀਕ ਕਰਦਾ ਰਹਿ। ਜਦੋਂ ਸਾਡੀ ਵਾਰੀ ਆਈ ਨਾ, ਆ 5 ਮਿੰਟ ਲਾਏ ਹਨ ਪਰਸੋਂ, ਸਾਰੀ ਦਿਹਾੜੀ ਰਾਤ ਸਾਰਾ ਦਿਨ ਚੀਕਾਂ ਮਾਰਦੇ ਰਹੇ ਸਨ, ਰਾਤੀ ਫੇਰ 10 ਮਿੰਟ ਲਾਏ ਨੇ, ਫੇਰ ਅੱਜ ਸਵੇਰ ਦੇ ਲੱਗੇ ਨੇ ਗਾਲਾਂ ਕੱਢਣ। ਇਸੇ ਤਰ੍ਹਾਂ ਆਓ 4-5 ਮਿੰਟ 5-6 ਮਿੰਟ ਦਾ, ਬਹੁਤਾ ਨਹੀਂ, ਬਹੁਤਾ ਟੀਕਾ ਨਹੀਂ ਲਾਣਾ, ਸਾਰੀ ਦਿਹਾੜੀ ਬਹਿ ਕੇ ਗਾਲਾਂ ਨਹੀਂ, ਲੋੜ ਹੀ ਕੋਈ ਨਹੀਂ। ਸਾਨੂੰ ਕਿਸੇ ਸ਼ੈ ਦੀ ਜਵਾਬ ਦੇਣ ਦੀ ਜ਼ਰੂਰਤ ਨਹੀਂ। ਮਾੜਾ ਜਿਹਾ ਹਲਕੀ ਡੋਜ਼ ਰੱਖ ਕੇ, ਹਲਕੀ ਡੋਜ਼, ਤੇਜ਼ ਡੋਜ਼ ਵੀ ਨਹੀਂ ਰੱਖਣੀ, ਹਲਕੀ ਡੋਜ਼ ਰੱਖ ਕੇ, ਤੇ ਜਿਹੜੀ ਸਿਰਿੰਜ ਹੈ ਨਾ ਉਹ ਤੁਸੀਂ ਕਮ ਅਜ਼ ਕਮ ਜਿਹੜੀ ਨਾ ਉਹ ਮੱਝਾਂ ਵਾਲੀ ਸਿਰਿੰਜ ਕਰਨੀ ਹੈ, ਯਾਨੀ ਕਿ ਸਿਰਿੰਜ ਤੁਹਾਡੀ ਮੱਝਾਂ ਵਾਲੀ ਹੋਏ ਤੇ ਡੋਜ਼ ਹਲਕੀ ਹੋਏ। ਆ ਜ਼ਿਆਦਾ ਸਖਤ ਡੋਜ਼ ਵੀ ਦੇਣ ਦੀ ਜ਼ਰੂਰਤ ਨਹੀਂ ਹੈ, ਇਹ ਕੰਮ ਖਰਾਬ ਕਰਦੀ ਹੈ। ਹਲਕੀ ਡੋਜ਼ ਰੱਖ ਕੇ, ਸਿਰਿੰਜ ਮੋਟੀ ਰੱਖ ਕੇ, ਇੱਕ ਛੋਟਾ ਜਿਹਾ ਸ਼ਾਮ ਨੂੰ ਆ ਕੇ ਇਹਨਾਂ ਨੂੰ ਟੀਕਾ ਲਾਇਆ ਕਰੋ। ਦੂਜਾ, ਇੱਕ ਬੜੀ ਵੱਡੀ ਗਲਤਫਹਿਮੀ ਹੈ ਇਹਨਾਂ ਨੂੰ, ਇਹਨਾਂ ਜਾਹਲਾਂ ਨੂੰ ਗਲਤਫਹਿਮੀ ਹੈ ਕਿ ਅਸੀਂ ਇਹਨਾਂ ਨੂੰ ਰੋਕਨੇ ਆ ਤੇ ਉੱਥੇ ਜਾਣ ਤੋਂ। ਉਹ ਜਾਹਲੋ, ਇਹੀ ਤੇ ਸਾਡਾ ਪਲਾਨ ਹੈ, ਇਹੀ ਤੇ ਅਸੀਂ ਚਾਹੁੰਦੇ ਆ, ਇਹੀ ਤੇ ਅਸੀਂ ਚਾਹੁੰਦੇ ਆ। ਕਿ ਅਸੀਂ ਹਾਂਜੀ ਸੋਰੀ ਮੇਰੀ ਗੱਲ, ਮੈਂ ਇੱਕ ਮਿੰਟ, ਗੱਲ ਇਹ ਵੇ ਕਿ ਤੁਸੀਂ ਵੀ ਤੇ ਹੁਣ ਬਾਕੀ ਸਾਰਿਆਂ ਨੂੰ ਵੀ ਇਹ ਗੱਲ ਸੋਚ ਕੇ ਰੱਖ ਲਵੋ ਕਿ ਹਰ ਬੰਦੇ ਨੂੰ, ਹਰ ਰੂੜੀ ਦੇ ਛਾਪਰ ਨੂੰ ਵੇਖਣ ਦੀ ਜ਼ਰੂਰਤ ਕੋਈ ਨਹੀਂ। ਹਰ ਰੂੜੀ ਦੇ ਛਾਪਰ ਨੂੰ ਫੜ ਕੇ ਉਹਨੂੰ ਲੇਤਰ ਮਾਰਨ ਦੀ ਜ਼ਰੂਰਤ ਕੋਈ ਨਹੀਂ, ਉਹਨੂੰ ਝੰਡਾ ਮਾਰਨ ਦੀ ਜ਼ਰੂਰਤ ਕੋਈ ਨਹੀਂ। ਇੱਕ ਦੋ ਬੰਦਾ ਜਿਹੜਾ ਕਿ ਮੇਨ ਸ਼ਾਤਮ ਹੈ, ਠੀਕ ਹੈ, ਉਹ ਸ਼ਾਤਮੇ ਰਸੂਲ ਹੈ, ਉਹ ਉਮੁਲ ਮੁਮਿਨੀਨ ਨੂੰ ਗਾਲਾਂ ਕੱਢਦਾ, ਠੀਕ ਹੈ, ਤੇ ਇੱਕ ਦੂਜਾ ਬੰਦਾ ਜਿਹੜਾ ਉਹਦੀ ਹਮਾਇਤ 'ਚ ਬੈਠਾ ਹੁੰਦਾ, ਠੀਕ ਹੈ। ਇਹ ਦੋਨੋਂ ਹਰਾਮਜ਼ਾਦੇ ਨੇ। ਇਹ ਸਾਡਾ ਫਤਵਾ ਨਹੀਂ ਹੈ, ਇਹ ਹਜ਼ਰਤ ਮਸੀਹ ਮੌਦ अलैहिस्सलाम ਦਾ ਫਤਵਾ ਹੈ ਕਿ ਜਿਹੜਾ ਵੀ ਨਬੀ ਕਰੀਮ सल्लल्लाहु अलैहि वसल्लम ਦੀ ਹੱਤ ਕਰਦਾ ਉਹਦੇ ਹਰਾਮਜ਼ਾਦੇ ਹੋਣ ਦੇ ਵਿੱਚ ਕੋਈ ਸ਼ੱਕ ਨਹੀਂ, ਠੀਕ ਹੈ। ਤੇ ਜਿਹੜਾ ਬੰਦਾ ਵੀ ਉਹਦੀ ਹਮਾਇਤ ਦੇ ਵਿੱਚ ਖੜਿਆ ਹੁੰਦਾ ਹੈ, ਯਾਨੀ ਕਿ ਉਹ ਉਹਦੇ ਅਮਲ ਨੂੰ ਠੀਕ ਸਮਝਦਾ ਹੈ, ਕੱਲ ਨੂੰ ਉਹਨੂੰ ਮੌਕਾ ਮਿਲਿਆ ਉਹ ਵੀ ਇਹ ਕੰਮ ਕਰੇਗਾ।
ਇਸ ਲਿਹਾਜ਼ ਦੇ ਨਾਲ ਉਹ ਬੰਦਾ ਖੁਦ ਬਖੁਦ ਹਰਾਮਜ਼ਾਦਾ ਬਣ ਜਾਂਦਾ ਹੈ। ਠੀਕ ਹੈ, ਇਸੇ ਲਈ ਇਹ 2-3 ਲੋਕ ਨੇ, ਇਹਨਾਂ ਤੇ ਪੁਆਇੰਟ ਰੱਖੋ। ਬਾਕੀ ਸਾਰੇ ਰੂੜੀ ਦੇ ਛਾਪਰ ਨੇ, ਇਹਨਾਂ ਨੂੰ ਰੂੜੀ ਦੇ ਛਾਪਰ ਸਮਝ ਗਏ ਨਾ, ਛਾਪਰ ਸਮਝ ਗਏ। ਇਹਨਾਂ ਨੂੰ ਸਾਈਡ ਤੇ ਕਰੋ, ਇਹਨਾਂ ਕੋਲ ਚੱਲ ਨਿਕਲ ਜਾਓ ਦਫਾ, ਜੋ ਤੁਹਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਨਿਕਲ ਜਾਓ ਜੀ ਆ ਰਹੀ ਕਰੋ ਗੱਲ। 1 ਸਾਹਿਬ ਦੱਸਾਂ ਗੱਲ ਕਿੱਥੋਂ ਛਿੜੀ ਏ। ਇੱਕ ਬੰਦਾ ਖੁਦਾ ਯਾਰ, ਲੜਾਈਆਂ ਹਰ ਜਗ੍ਹਾ ਹੁੰਦੀਆਂ ਮੇਰੇ ਵੀਰ, ਤੂੰ ਵੀ ਲੜਦਾ ਹੈ, ਫਲਾਣਾ ਲੜਦਾ ਹੈ, ਮੈਂ ਵੀ ਤੇਰੇ ਨਾਲ ਲੜ ਪਾ, ਸੈਫੀ ਤਾਰ ਸਾਹਿਬ ਲੜ ਪਏ। ਲੇਕਿਨ ਜਿਹੜੀ ਬਰਾੜ ਤੇ ਅੱਜ ਕੰਮ ਹੋਇਆ ਯਾਰ, ਇੱਕ ਖੁਦਾ ਵੱਲੋਂ ਅੱਲਾਹ ਤਾਲਾ ਨੇ ਉਹਦੀ ਲੱਤ ਕੱਟ ਦਿੱਤੀ ਹੈ, ਉਹਦੀ ਅੱਖਾਂ ਬਣੀਆਂ, ਉਹ ਬੰਦਾ ਕਹਿੰਦਾ ਲੂਲਾ ਲੰਗੜਾ ਲੱਤ ਕਟਾ। ਯਾਰ ਕੋਈ ਸ਼ਰਮ ਆਉਣੀ ਚਾਹੀਦੀ ਹੈ ਇਨਸਾਨੀਅਤ ਦੇ ਨਾਤੇ। ਤੂੰ ਗਾਲਾਂ ਕੱਢ ਰਿਹਾ ਮਾਵਾਂ ਭੈਣੇ ਨੇ, ਠੀਕ ਹੈ, ਲੇਕਿਨ ਤੂੰ ਇੱਕ ਮਜ਼ਦੂਰ ਬੰਦੇ ਨੂੰ ਟਾਰਗੇਟ ਕਰਨ ਡਿਆ ਯਾਰ। ਇੱਥੋਂ ਸੈਫੀ ਨੇ ਗੱਲ ਚੁੱਕੀ, ਅਹਿਮਦ ਸਾਹਿਬ ਇੱਥੇ ਆਏ ਨੇ, ਮੈਂ ਉਹਨੇ ਨਹੀਂ ਆਖਿਆ ਮਨਾ ਕੀਤਾ, ਮੈਂ ਆਖਿਆ ਤੂੰ ਨਹੀਂ ਮਨਾ ਕੀਤਾ, ਇੱਥੋਂ ਕੰਮ ਸ਼ੁਰੂ ਹੋਇਆ। ਇੱਕ ਬੰਦੇ ਨੂੰ ਲੱਤ ਉਹਨੂੰ ਮਜ਼ਦੂਰ ਆਂਦਾ ਪਿਆ, ਟੁੰਡੀ ਲੱਤ ਵਾਲਾ ਆਂਦਾ ਪਿਆ। ਖੁਦਾ ਦੇ ਬੰਦਿਆਂ ਹੋ ਸਕਦਾ ਤੂੰ ਸਾਰਾ ਦਿਨ ਇਸ ਤਰ੍ਹਾਂ ਕੰਮ ਕਰਨਾ, ਤੈਨੂੰ ਕਿਤੇ ਵਜੇ ਤੁਰ ਰਿਹਾ ਕੋਈ ਹਾਦਸਾ ਹੋਈਏ। ਲੇਕਿਨ ਇਨਸਾਨੀਅਤ ਦੇ ਨਾਤੇ ਡਰਾਮੇਬਾਜ਼ੀ ਜਿਹੜੀ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਹੈ। ਇਹ ਕਰਦੇ ਕੀ ਨੇ? ਇੱਥੋਂ ਕੰਮ ਸ਼ੁਰੂ ਹੋਇਆ ਜੀ। ਅਗਰ ਮਿਸਾਲ ਦੇ ਤੌਰ ਤੇ ਇੱਕ ਬੰਦਾ ਹੈ, ਉਹ ਤੁਹਾਨੂੰ ਵੀ ਲੱਗਦਾ ਪਿਆ, ਤੁਹਾਨੂੰ ਵੀ ਸਮਝ ਆਉਂਦੀ ਵੀ ਤੁਸੀਂ ਵੀ ਸੁਣ ਲਿਆ ਕਿ ਉਹ ਕਿਹੜੇ ਕੰਮ ਕਰਦਾ, ਉਹ ਮਹਾਤੁਲ ਮੋਮਿਨੀਨ ਨੂੰ ਗਾਲਾਂ ਕੱਢਦਾ, ਠੀਕ ਹੈ, ਉਹ ਕਿਸੇ ਦੀ ਇੱਜ਼ਤ ਨਹੀਂ ਕਰਦਾ, ਠੀਕ ਹੈ। ਉਸ ਬੰਦੇ ਦੀ ਹਮਾਇਤ ਦੇ ਵਿੱਚ ਜਿਹੜਾ ਜਾਹਲ ਵੀ ਆਏਗਾ, ਠੀਕ ਹੈ, ਜਾਹਲ ਵੀ ਆਏਗਾ, ਜਿਹੜਾ ਵੀ ਜਾਹਲ ਆਏਗਾ ਉਹ ਆਖੇਗਾ ਕੱਲ ਵੇਖਿਆ ਜਿੰਨਾ ਕੱਲ ਇੱਕ ਬੰਦਾ ਮੈਂ ਉਹਦੀ ਹਮਾਇਤ 'ਚ ਆਇਆ, ਮੈਂ ਉਹਦੀ ਸਾਈਡ ਲੈਣ ਆਇਆ, ਉਹ ਕਿ ਬੰਦਾ ਆਇਆ ਸੀ ਜਾਹਲ ਗਿਆ, ਠੀਕ। ਇਸੇ ਤਰ੍ਹਾਂ ਦੇ ਜਾਹਲ ਤੁਹਾਨੂੰ ਰੂੜੀ ਦੇ ਛਾਪਰ ਬੇਭਾ ਮਿਲਣਗੇ। ਤੁਹਾਡਾ ਇੱਕ ਕੰਮ ਬਣਦਾ, ਤੁਸੀਂ ਉਹਨਾਂ ਨੂੰ ਇਗਨੋਰ ਕਰੋ। ਤੁਹਾਨੂੰ ਅਗਰ ਮਿਸਾਲ ਦੇ ਤੌਰ ਤੇ ਮੈਂ ਕਹਿੰਦਾ ਕਿ ਤਾਰ ਸਾਹਿਬ ਨੇ ਗਾਲਾਂ ਕੱਢ ਦਿੱਤੀਆਂ ਨੇ, ਕੋਈ ਸ਼ੱਕ ਨਹੀਂ, ਸਾਰੀ ਦਿਹਾੜੀ ਬਹਿ ਗਏ। ਠੀਕ ਠਾਕ ਜੱਟ ਸਾਹਿਬ, ਤੁਸੀਂ ਸੁਣਾਓ। ਸਲਾਮ ਲਈ ਜੀ। ਪਾਏ ਹੁੰਦੇ ਨੇ ਇੱਥੇ ਕੱਪ ਕਪਈਆ ਪਾਇਆ ਹੁੰਦਾ ਰੋਜ਼ ਜੜੀ। ਜੱਟ ਸਾਹਿਬ ਜਦੋਂ ਗਾਲਾਂ ਪੈ ਬਣਾਓ, ਹੁਣ 2 ਪਾਰਟੀਆਂ ਤੇ ਨਾ ਬਣਾਓ ਕੋਈ ਵੀ, ਹੁਣ ਕੰਮ ਮੁੱਕ ਗਿਆ, ਗੱਲ ਖਤਮ ਕਰ। ਨਹੀਂ ਮੁੱਕਾ ਨਾ, ਨਹੀਂ ਮੁੱਕਾ, ਉਹਨੂੰ ਇਨਸਾਨ ਦਾ ਬੱਚਾ ਬਣਾਓ ਨਾ। ਖਾਬ ਸਾਹਿਬ ਤਲਤ ਕਹਿੰਦਾ ਤੁਸੀਂ ਲਾਓ ਲਾਈਵਾਂ, ਜੋ ਕਰਨਾ ਕਰੋ। ਹਾਂਜੀ ਯਾਰ ਮੈਂ ਨਾ ਕਿ ਧਮਕੀਆਂ ਦੇ ਰਹੀ ਹੈ ਜ਼ਨਾਨੀ, ਗੰਦੀ ਨਹੀਂ ਹੋਈ ਨਾ, ਨਹੀਂ ਹੋਈ। ਸਾਨੂੰ ਇਹ ਧਮਕੀਆਂ ਲਾਣਗੇ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਮੇਰਾ ਸਾਫ਼ ਐਲਾਨ ਹੈ, ਠੀਕ ਹੈ। ਮੈਂ ਕੱਲ ਵੀ ਪ੍ਰਾਈਵੇਟ ਦੇ ਵਿੱਚ ਵੀ ਕਿਹਾ ਸੀ, ਤੁਹਾਡੇ ਪਿਓ ਦੀ ਜਮਾਤ ਨਹੀਂ। ਹਾਂਜੀ, ਉਹ ਤਾਂ ਗੱਲ ਠੀਕ ਹੈ। ਤੁਹਾਡੇ ਪਿਓ ਦੀ ਜਮਾਤ ਨਹੀਂ। ਮੇਰੇ ਕੋਲ ਦੋਨਾਂ ਮੁਲਕਾਂ ਦੀ ਆੜੀਆਂ ਲਿਆਓ, ਜੇ ਆਪਣੇ ਪਿਓ ਦੇ ਜੰਮੇ ਹੋ, ਇੱਕੋ ਹੀ ਤੁਹਾਡਾ ਤੁਖਮ ਹੈ। ਜਿਹੜਾ ਨਾਦਰ ਉੱਤੇ ਧਮਕੀ ਲਾ ਰਿਹਾ ਸੀ, ਗੱਲ ਕਰਨ ਡਿਆ ਸੀ, ਠੀਕ ਹੈ। ਮੈਂ ਕਹਿੰਦਾ ਕਿ ਇੱਕੋ ਪਿਓ ਦੀ ਹੋ ਤੁਸੀਂ, ਤੇ ਜਾ ਕੇ ਕਰਕੇ ਵਿਖਾਓ, ਤੇ ਫਿਰ ਉਸ ਤੋਂ ਬਾਅਦ ਮੇਰਾ ਰਿਐਕਸ਼ਨ ਕੀ ਹੋਏਗਾ ਉਹ ਤੁਸੀਂ ਸੋਚ ਨਹੀਂ ਸਕਦੇ। ਮੈਂ ਕਿਸੇ ਦੇ ਪਿਓ ਜਿੱਥੇ ਤੱਕ ਮੈਂ ਹਿਸਾਬ ਲਾ ਰਿਹਾ, ਮੇਰੀ ਦੂਰਬੀਨ ਔਕਾਬ ਦੀ 7,500 ਕਿਲੋਮੀਟਰ ਤੋਂ ਕੰਮ ਕਰ ਰਹੀ ਹੈ ਕਿ ਟਿਕਟੋਕ ਦੇ ਉੱਤੇ ਤੁਹਾਡੀ ਜਮਾਤ ਅਹਿਮਦੀਆ ਦੀ ਤਬਲੀਗ ਜਿਹੜੀ ਹੈ ਮੁਕੰਮਲ ਤੌਰ ਦੇ ਉੱਤੇ ਬੰਦ ਹੋ ਜਾਣੀ ਹੈ, ਤੇ ਸਿਰਫ ਏਸ਼ੀਆ ਹੋਣੀ ਚਾਹੀਦੀ ਹੈ, ਬੰਦ ਹੋਣੀ ਚਾਹੀਦੀ ਹੈ। ਥੱਲੇ ਜਿਹੜੇ ਲੋਕ ਲਿਖ ਰਹੇ ਨੇ ਨਾ, ਲੱਗਣਾ ਚਾਹੀਦਾ ਸ਼ੁਗਰ। ਨਾਦਰ ਨੂੰ ਇਹ ਕਿਹਾ ਵੇ, ਮੇਰਾ ਤੇ ਨਾਦਰ ਦਾ ਮਾਮਲਾ ਵੇ, ਨਾਦਰ ਆ ਕੇ ਮੇਰੇ ਨਾਲ ਇੱਥੇ ਗੱਲ ਕਰੇ, ਠੀਕ ਹੈ। ਤੁਸੀਂ ਮੈਨੂੰ ਜਿਹੜਾ ਨਾ ਗਾਈਡਲਾਈਨ ਨਾ ਕਰੋ, ਠੀਕ ਹੋ ਗਿਆ। ਮੇਰਾ ਜਵਾਬ ਹੈ ਜੀ। ਅਸਲਾਮ ਅਲੈਕਮ ਭਾਈ ਜੀ, ਗੱਲ ਕਰ ਸਕਦਾ ਵਾਂ? ਯਾਰ ਇਹ ਤੰਦੂਰ ਵਾਲੀ ਜਿਹੜੀ ਤਲਤ ਹੈਗੀ ਹੈ, ਤੰਦੂਰ ਵਾਲੀ ਜ਼ਨਾਨੀ ਰੋਟੀਆਂ ਲਾਉਣ ਵਾਲੀ, ਯਾਰ ਫਿਰ ਉਹੀ ਗੱਲ ਹੈ ਯਾਰ। ਸਾਫੀ ਭਾਈ ਮੈਂ ਤੁਹਾਨੂੰ ਮਨਾ ਕੀਤਾ। अस्सलाम वालेकुम यार एक मिनट सारे म्यूट ला के ना 228 235 दी ये अब्दुल्ला ऊपर आ जाओ यार। अच्छा समझ अपने अस्सलाम वालेकुम जी। शुक्रिया भाईजान जी, बहुत शुक्रिया ਤੁਹਾਡਾ ਮੌਕਾ ਦੇਣ ਦਾ। ਯਾਰ ਪਤਾ ਨਹੀਂ ਹੁਣ ਤੁਹਾਡਾ ਕੀ ਮਸਲਾ ਹੈ, ਮਸਲਾ ਦੀ ਸਮਝ ਤੇ ਨਹੀਂ ਆ ਰਹੀ। ਠੀਕ ਹੈ, ਤੁਹਾਡੇ ਆਪਸ ਵਿੱਚ ਇਖਤਲਾਫ ਹੋਣਗੇ, ਹੈ ਵੀ ਨੇ, ਉਹਨਾਂ ਨੂੰ ਤੁਸੀਂ ਡਿਸਕਸ ਕਰ ਸਕਦੇ ਹੋ। ਇਹਨਾਂ ਮਾਮਲਿਆਂ ਨੂੰ ਆਪੇ ਹੀ ਤੁਸੀਂ ਹੱਲ ਕਰ ਸਕਦੇ ਹੋ। ਮਗਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਨਾ ਪਏ, ਇੱਥੇ ਯਾਰ ਮੈਨੂੰ ਕੋਈ ਹਕਮਤ ਨਜ਼ਰ ਨਹੀਂ ਆ ਰਹੀ। ਠੀਕ ਹੈ, ਤੁਹਾਨੂੰ ਕੋਈ ਤਕਲੀਫ ਪਹੁੰਚੀ ਹੈ, ਉਹਦਾ ਯਕੀਨਨ ਕੋਈ ਹੱਲ ਵੀ ਹੈ ਵੇ। ਮਗਰ ਮੇਰੇ ਭਾਈ ਜਿੱਥੇ ਹੱਲ ਤੁਸੀਂ ਕੱਢਦੇ ਹੋ ਨਾ ਪਏ, ਇੱਥੇ ਯਾਰ ਮੈਨੂੰ ਤਾਂ ਨਹੀਂ ਲੱਗਦਾ ਪਿਆ 228 ਭਾਈ ਤੁਸੀਂ ਮੈਨੂੰ ਗੱਲ ਦੱਸ, ਮੇਰੀ ਗੱਲ ਮੁਕੰਮਲ ਭਾਈ ਜਾ, ਮੇਰੀ ਗੱਲ ਮੁਕੰਮਲ ਕਰ। ਮੇਰੇ ਮੈਂ ਵੀ ਚੀਮਾ ਬਰਾਦਰੀ ਤੇ ਤਲਕ ਰੱਖ ਰਿਹਾ। ਮੈਂ ਜਿਸ ਤਰ੍ਹਾਂ ਤੁਸੀਂ ਗੱਲ ਪੇ ਕਰ ਦਿਓ, ਮੈਂ ਸਮਝ ਸਕਣਾ ਤੁਹਾਡੇ ਜਜ਼ਬਾਤ ਨਾ। ਮਗਰ ਗੱਲ ਇਹ ਵੇ ਕਿ ਮੇਰਾ ਭਾਈ ਅੱਲਾਹ ਤਾਲਾ ਨੇ ਜੱਟਾਂ ਨੂੰ ਨਾ ਬੜੀ ਹਕਮਤ ਤੇ ਦਿਨਾਈ ਵੀ ਅਤਾ ਕੀਤੀ ਹੈ, ਸਹੀ ਹੈ ਕਿ ਨਹੀਂ? ਔਰ ਉਹਦੇ ਬੜੇ ਜੇ ਤਰੀਕੇਕਾਰ ਨੇ, ਉਹਨਾਂ ਨੂੰ ਅਪਣਾਓ। ਆ ਜਿਹੜਾ ਇੱਥੇ ਲੱਗੇ ਯਾਰ, ਠੀਕ ਹੈ, ਅਗਰ ਉਹਨੇ ਕੋਈ ਗਲਤੀ ਕੀਤੀ ਹੈ ਜਾਂ ਉਹਨੇ ਕੋਈ ਇਸ ਤਰ੍ਹਾਂ ਦਾ ਮਾਮਲਾ ਕੀਤਾ ਹੈ, ਤੇ
ਉਹਦੀ ਸਜ਼ਾ ਤੇ ਉਹਨੂੰ ਮਿਲ ਜਾਣੀ। ਜਿਸ ਤਰ੍ਹਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਇਲਾਹੀ ਜਮਾਤ ਹੈ, ਜੇ ਕੁਝ ਵੀ ਬੰਦਾ ਅਗਰ ਆਪਣੇ ਖਲੂਸ ਨਾਲ ਕਰੇਗਾ ਤੇ ਯਕੀਨਨ ਉਹਨੂੰ ਉਹਦਾ ਫਾਇਦਾ ਹੋਏਗਾ, ਤੇ ਜੇ ਅਗਰ ਉਹਦੇ ਦਿਲ ਦੇ ਵਿੱਚ ਮਾਮਲਾ ਕੋਈ ਹੋਰ ਹੈ ਤੇ ਨੁਕਸਾਨ ਉਠਾਏਗਾ, ਤੇ ਉਹਦਾ ਫਿਰ ਇਹ ਹੀ ਹੈ ਕਿ ਥੋੜਾ ਜਿਹਾ ਸਬਰ ਕਰਨ ਦਾ ਤਰੀਕਾ ਹੁੰਦਾ ਹੈ। ਜੇ ਅਗਰ ਤੇ ਉਹ ਗਲਤ ਹੈ ਤੇ ਉਹਦਾ ਨੁਕਸਾਨ ਉਠਾ ਲਏਗਾ, ਤੇ ਜੇ ਅਗਰ ਠੀਕ ਹੈ ਤੇ ਚਲੋ ਜਿਹੜੇ ਉਹਦੇ 'ਚ ਕੋਈ ਜਿਹੜੇ ਨੁਕਤਿਆਂ ਤੋਂ ਤੁਸੀਂ ਇਖਤਲਾਫ ਕਰਦੇ ਹੋ ਕਿਧਰੇ ਡਿਸਕਸ ਯਾਰ ਅੱਗੇ ਤੁਹਾਡੀ ਆਪਸ ਇਹ ਵੀ ਪਤਾ ਲੱਗਦਾ ਪਿਆ ਕਿ ਤੁਹਾਡਾ ਆਪਸ ਵਿੱਚ ਰਾਬਤਾ ਹੈ ਵੇ, ਤੇ ਕਿਉਂ ਨਹੀਂ ਉਹਨੂੰ ਮਿਲ ਕੇ ਹੱਲ ਕੀਤਾ ਜਾਂਦਾ ਕਿ ਨਾ ਕਿ ਤੁਸੀਂ ਇੱਥੇ ਸਾਰੀ ਦੁਨੀਆ ਨੂੰ ਸੁਣਾਓ ਯਾਰ। ਮੇਰੀ ਤਾਂ ਸਿਰਫ ਇਹ ਰਿਕੁਐਸਟ ਸੀ ਸਰ। ਹੁਣ ਸੁਣ ਲਓ, 1 ਮਿੰਟ ਫਾਲ ਬ੍ਰਾਂਡ ਭਾਈ ਤੁਹਾਡੇ ਨਾਲ ਗੱਲ ਕਰਨੀ ਆ। 228 ਭਾਈ ਤੁਸੀਂ ਗੱਲ ਬਿਲਕੁਲ ਮਕਬੂਲ ਕੀਤੀ ਹੈ, ਮੈਨੂੰ ਅੱਛਾ ਲੱਗਾ ਤੁਸੀਂ ਆ ਕੇ ਗੱਲ ਕਰ ਰਹੇ ਹੋ। ਸਰ ਗੱਲ ਸੁਣੋ, ਪਹਿਲੇ ਦਿਨ ਜਦੋਂ ਨਾਦਰ ਨੇ ਆਜ਼ਮ ਸੈਫੀ ਦੇ ਖਿਲਾਫ ਬਰਾੜ ਲਾਈ ਸੀ ਨਾ, ਉਸ ਦਿਨ ਵੀ ਰਿਕੁਐਸਟ ਕੀਤੀ ਸੀ ਤਲਤ ਭਾਈ ਨੂੰ, ਤਲਤ ਭਾਈ ਨਾਦਰ ਭਾਈ ਨੂੰ ਰੋਕੋ, ਨਾਦਰ ਭਾਈ ਗਲਤ ਕਰਨ ਡਏ ਨੇ, ਠੀਕ ਹੈ। ਹਾਲਾਂਕਿ ਜਿਹੜਾ ਤੁਸੀਂ ਪਾਰਟੀਬਾਜ਼ੀ ਕਰਕੇ ਅੱਧੇ ਲੋਕ ਡਿਵਾਈਡ ਕਰ ਰਹੇ ਹੋ ਇੱਥੇ ਟਿਕਟੌਕ ਦੇ ਉੱਤੇ ਬਹਿ ਕੇ, ਕੰਮ ਇਹ ਗਲਤ ਹੋ ਰਿਹਾ, ਠੀਕ ਹੈ। ਹਰ ਬੰਦੇ ਨੂੰ ਆਜ਼ਾਦੀ ਨਾ ਛੱਡੋ, ਉਹਨੂੰ ਕੋ ਯਾਰ ਤੂੰ ਜਿੱਥੇ ਜਾਣਾ ਚਾਹਨਾ ਜਾ। ਕੋਈ ਵੀ ਆਜ਼ਮ ਸੈਫੀ ਦੇ ਖਿਲਾਫ ਗੱਲ ਕਰਦਾ ਵੇ ਤੇ ਤੁਸੀਂ ਉਹਨੂੰ ਰੋਕੋ। ਉਧਰੋਂ ਆਜ਼ਮ ਸੈਫੀ ਸਾਹਿਬ ਦਾ ਕੋਈ ਬੰਦਾ ਗਲਤ ਗੱਲ ਕਰਦਾ ਤਾਂ ਉੱਥੇ ਆਜ਼ਮ ਸੈਫੀ ਸਾਹਿਬ ਰੋਕਣ, ਠੀਕ ਹੈ। ਇਹ ਮਾਮਲਾ ਇੱਥੇ ਹੋ ਗਿਆ। ਖੈਰ ਉਹ ਮਾਮਲਾ ਖਤਮ ਹੋਇਆ। ਇਹ ਤੀਸਰੀ ਦਫਾ ਇਹ ਡਰਾਮਾ ਹੋਇਆ। ਕੱਲ ਵੀ ਅਸੀਂ ਰਿਕੁਐਸਟ ਕੀਤੀ ਹੈ ਤਲਤ ਸਾਹਿਬ ਨੂੰ ਆਉਂਦਿਆਂ ਕਿ ਅਸਲਾਮ ਅਲੈਕੁਮ ਪਿਆਰੇ ਭਾਈ, ਇਹ ਮਾਮਲਾ ਵੇ ਤੇ ਪਲੀਜ਼ ਇਹ ਨਾਦਰ ਭਾਈ ਨੂੰ ਰੋਕੋ, ਨਾਦਰ ਭਾਈ ਗਲਤ ਕਰ ਰਹੇ ਨੇ, ਠੀਕ ਹੈ। ਹਾਲਾਂਕਿ ਸਾਫ਼ ਨਜ਼ਰ ਆਇਆ ਕੱਲ ਇਹ ਸਾਬਤ ਹੋ ਗਿਆ ਕਿ ਨਾਦਰ ਝੂਠਾ ਬੰਦਾ ਹੈ, ਠੀਕ ਹੈ ਨਾ। ਕੱਲ ਉਹ ਆਡੀਓ ਜਿਹਦੇ ਉੱਤੇ ਉਹ ਕਹਿ ਰਿਹਾ ਸੀ ਕਿ ਕੁਰਾਨ ਤੇ ਹੱਥ ਰੱਖ ਕੇ ਕਹਿਣਾ, ਔਰ ਇਹਦੇ ਹਵਾਰੀਆਂ ਨੇ ਉੱਥੇ ਕਲਮਾ ਪੜ੍ਹ ਕੇ ਔਰ ਅੱਲਾ ਦੀ ਕਸਮਾਂ ਚੁੱਕ ਕੇ ਕਿਹਾ ਕਿ ਇਹ ਸੈਫੀ ਸੀ, ਠੀਕ ਹੈ। ਹਾਲਾਂਕਿ ਉਹ ਜਿਹੜਾ ਬੰਦਾ ਸੀ ਉਹ ਦੁਬਾਰਾ ਸੈਫੀ ਸਾਹਿਬ ਦੀ ਬਰਾੜ ਤੇ ਕੱਲ ਆਇਆ। ਉਹ ਸਾਰਾ ਮੌਕਫ ਲੋਕਾਂ ਨੇ ਦੇਖਿਆ। ਅੱਜ ਵੀ ਉਹ ਲੋਕਾਂ ਦੀ ਅੱਖਾਂ ਨਾ ਖੁੱਲਣ ਤੇ ਫਿਰ ਮੈਂ ਕਹਾਂਗਾ ਕਿ ਫਿਰ ਤੁਹਾਡੇ ਔਰ ਦੂਸਰੇ ਮੁਸਲਮਾਨਾਂ ਚੋਂ ਸ਼ਖਸੀਅਤ ਪ੍ਰਸਤੀ ਵਾਲਾ ਜਿਹੜਾ ਮਾਮਲਾ ਸੇਮ ਹੈ, ਠੀਕ ਹੈ ਨਾ। ਉਤੋਂ ਰਿਕਵੈਸਟ ਬੰਦਾ ਕੱਲ ਕਰ ਰਹੇ ਨੇ ਸਾਰੇ ਕਿ ਤਲਤ ਭਾਈ ਇਹ ਕੰਮ ਨਾ ਕਰੋ। ਅੱਗੋਂ ਤਲਤ ਭਾਈ ਦਾ ਇਹ ਜਵਾਬ ਸੀ, ਇਹ ਰਿਸਪੌਂਸ ਸੀ ਕਿ ਤੁਸੀਂ ਵੀ ਇਹ ਕੰਮ ਕਰ ਲਓ, ਤੁਸੀਂ ਵੀ ਕਰ ਲਓ। ਫਿਰ ਗੁੰਡੇ ਜਿਹੜੇ ਇਹਨਾਂ ਨੇ ਪਾਲੇ ਨੇ ਉਹਨਾਂ ਨੇ ਧਮਕੀਆਂ ਲਾਈਆਂ ਕਿ ਤੁਸੀਂ ਅਗਰ ਸਾਡੇ ਖਿਲਾਫ ਗੱਲ ਕਰੋਗੇ ਤੇ ਅਸੀਂ ਤੁਹਾਨੂੰ ਖਰਾਜ ਕਰਵਾ ਦੇਵਾਂਗੇ। ਇਹਨਾਂ ਦੀ ਐਸੀ ਦੀ ਟੈਸੀ। ਪਰ ਅਮ ਸਾਹਿਬ ਕੌਣ ਲੋਕ ਨੇ ਯਾਰ, ਇਹਨਾਂ ਨੇ ਕੋਈ ਹਾਈਜੈਕ ਕੀਤਾ ਹੋਇਆ ਜਮਾਤ ਨੂੰ ਜਿਹੜੇ ਧਮਕੀ ਲਾਈ? ਹਾਂਜੀ, ਜਮਾਤ ਇਹਨਾਂ ਦੇ ਪਿਓ ਦੀ ਹੈ, ਇਹਨਾਂ ਦੇ ਪਿਓ। ਇਹਦਾ ਮੇਰੇ ਪਿਓ ਦੀ ਬਾਤ ਹੈ, ਕੌਣ ਹੈ ਬੰਦਾ ਯਾਰ? ਇਹ ਮੈਨੂੰ ਤਾਂ ਨੰਬਰ ਦਿਓ ਯਾਰ। ਜਮਾਤ ਦੇ ਅੰਦਰ ਕੋਈ ਸਾਨ ਨਹੀਂ ਕੀਤਾ, ਠੀਕ ਹੈ। ਸਾਡੇ ਵੱਡਿਆਂ ਨੇ ਕੁਰਬਾਨੀਆਂ ਦੇ ਕੇ ਜਮਾਤ ਦੇ ਅੰਦਰ ਆਏ ਨੇ, ਸਾਡੇ ਵੱਡਿਆਂ ਦੀਆਂ ਵੀ ਕੁਰਬਾਨੀਆਂ ਨੇ। ਅਸੀਂ ਪਾਕਿਸਤਾਨ ਦੇ ਅੰਦਰ ਰਹਿ ਕੇ ਪਿੰਡਾਂ ਥਾਵਾਂ ਲੋਕਾਂ ਨੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਨੇ। ਇਹਨਾਂ ਤੇ ਸ਼ਾਇਦ ਉਸ ਤੱਕ ਨਹੀਂ ਵੇਖਿਆ ਪਾਕਿਸਤਾਨ ਦੇ ਅੰਦਰ। ਅਹਿਮਦ ਸਾਹਿਬ ਜੇ ਅਗਰ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਇਸ ਤਰ੍ਹਾਂ ਦੀ ਹਰਕਤ ਨਾਲ ਉਹਨਾਂ ਦੀ ਕੁਰਬਾਨੀ ਔਰ ਆਪਣੇ ਆਪ ਨੂੰ ਵੀ ਸੇਵ ਕਰੋ, ਤੇ ਇਸ ਤਰ੍ਹਾਂ ਇੱਕ ਗਲਤ ਮੈਨੂੰ ਤਕਲੀਫ ਹੈ ਕਿ ਤੁਸੀਂ ਇੰਨੇ ਭਾਈ ਗੱਲ ਪੇ ਕਰਦੇ ਹੋ। ਯਕੀਨਨ ਮੈਂ ਸਮਝਦਾ ਬੰਦਾ ਇੱਕ ਨਾ ਨੰਗੀਆਂ ਮੰਗੀਆਂ ਗਾਲਾਂ ਕੱਢ ਕੇ ਔਰ ਬਾਅਦ ਚ ਗੱਲ ਕਵੇ। ਇਹ ਸੁਣਿਓ, ਮੈਨੂੰ ਥੋੜੀ ਇਜਾਜ਼ਤ ਦਿਓ ਜੱਟ ਸਾਹਿਬ। ਇਹ ਸੁਣੋ, 1 ਮਿੰਟ ਸੁਣ ਲਓ। ਇਹ ਸੁਣਿਓ, सबसे ज्यादा प्यार करते हैं ना उसकी कसम खा के कहें कि मैंने गालियां दी। खुदा की कसम खा के कहता हूँ आप। ਇਹ ਸੁਣੋ, आपने नाम लेकर बोला है कि नादिर और तलत की ब्रॉड ना मदारी का शो है। हाँ तो और क्या इसमें हर्ज क्या है? जिसको सबसे ज्यादा प्यार करते हैं ना उसकी कसम खा के कहें कि मैंने गालियां दी। खुदा की कसम खा के कहता हूँ आपने गालियां दी हैं। वो गाली मुझे बताओ, अगर वो अल्फाज मैं मसीह मौऊद अलैहिस्सलाम की किताबों से साबित ना करूं। ਹਾਂਜੀ, ਗੰਦੀਆਂ ਨੰਗੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਕਹਿਣਾ ਕਿ ਆਜ਼ਮ ਮਸੀਹ ਦੀ ਕਿਤਾਬਾਂ ਤੋਂ ਸਾਬਤ ਨਾ ਕਰਾਂ ਤੇ ਤੂੰ ਜੋ ਕਹੇਗਾ ਮੈਂ ਕਰਾਂਗਾ। ਸਹੀ ਹੈ। ਇੱਕ ਬੰਦਾ ਆ ਕੇ ਤੁਹਾਨੂੰ ਸਮਝਾ ਰਿਹਾ ਹੈ, ਅਗਰ ਉਹਨੇ ਕਹਿ ਵੀ ਦਿੱਤੀ ਇਹ ਗੱਲ ਕਿ ਯਾਰ ਇਹ ਮਦਾਰੀ ਦਾ ਸ਼ੋਅ ਤੁਸੀਂ ਕਰ ਰਹੇ ਹੋ, ਠੀਕ ਹੈ, ਤੁਸੀਂ ਇੱਕ ਅਹਿਮਦੀ ਭਰਾ ਦੀ ਇੱਜ਼ਤ ਨਹੀਂ ਕਰ ਸਕਦੇ ਤੇ ਲਵ ਫॉर ਆਲ, ਮੁਹੱਬਤ ਸਾਰਿਆਂ ਵਾਸਤੇ ਜਿਹੜਾ ਤੁਸੀਂ ਉੱਥੇ ਦਰਸ ਦੇ ਰਹੇ ਹੋ, ਉਹ ਕੀ ਦਰਸ ਹੈ ਮੈਨੂੰ ਨਹੀਂ ਸਮਝ ਆਉਂਦੀ। ਫਿਰ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਨੇ ਉਹ ਵੀ ਸੁਣ ਲਓ। ਉੱਪਰ ਗਏ ਨੇ ਯਾਰ, ਚੀਮਾ ਸਾਹਿਬ वाला सब्जी वाला गोश्त वाला वो चीज सारे के सारे तेरे कसम है। जिस हाँ जी, ये देखें, एक बंदी है, उसको कहना तेरे 9 कसम ने बर्फ वाला ये है बगैरती है यार, ये तो बहुत ਵੱਡਾ ਬਗੈਰਤ ਬੰਦਾ ਹੈ ਯਾਰ। ਇਹ ਸੁਣੋ ਦੋਸਤੋ, ਇਹਦੇ ਬਕੌਲ ਤੁਸੀਂ ਇਹਨੂੰ ਕਹਿ ਰਹੇ ਹੋ ਸਾਡੇ ਲੈਵਲ ਦਾ ਹੈ ਯਾਰ ਇਹ ਬੰਦਾ। ਨਹੀਂ ਮੇਰੇ ਵਾਸਤੇ ਮੇਰੇ ਬਰਾਬਰ ਹੈ, ਸਮਝ ਆਈ ਨਾ। ਵੇਖੋ ਇਹ ਗਾਲਾਂ ਕੱਢ ਕੇ ਤੇ ਫਿਰ ਤੁਸੀਂ ਲੋਕਾਂ ਨੂੰ ਕਹੋ ਔਰ ਲੋਕਾਂ ਨੂੰ ਗੁੰਮਰਾਹ ਕਰੋ
ਕਿ ਮਿਰਜ਼ਾ ਸਾਹਿਬ ਨੇ ਇੱਕ ਕਿਤਾਬ ਚ ਲਿਖੀਆਂ ਨੇ ਯਹਾਂ ਤੇ ਨਾਦਰ ਸਾਹਿਬ। ਅੱਛਾ ਇੱਕ ਮਿੰਟ ਗੱਲ ਸੁਣੋ ਮੇਰੀ, ਇੱਕ ਮਿੰਟ ਜੱਟ ਸਾਹਿਬ, ਜਦੋਂ ਉੱਤੇ ਕੋਈ ਬੰਦਾ ਆਂਦਾ ਉਹਦੇ ਕੋਲ ਦਿਲਾਏ ਉਹਦੀ ਗੱਲ ਲਵੋ, ਉਹਦੇ ਨਾਲ ਗੱਲ ਰੱਖੋ, ਬਜਾਏ ਇਹਦੇ ਕਿ ਤੁਸੀਂ ਸਿਰਫ ਆਪਣੀਆਂ ਸੁਣਾਓਗੇ ਤੇ ਇਹਦੇ ਨਾਲ ਫਾਇਦਾ ਕੋਈ ਨਹੀਂ ਹੈ। ਦੇਖੋ ਇਹ ਵੀ ਜਿਹੜੇ ਵੀ ਉੱਤੇ ਆ ਰਹੇ ਨੇ ਅਹਿਮਦੀ ਨੇ, ਉਹ ਆਪਣੀ ਗੱਲ ਕਰਦੇ ਨੇ, ਉਹਨਾਂ ਦੀ ਕੋਈ ਗੱਲ ਤੇ ਸੁਣੋ ਨਾ ਉਹਨਾਂ ਦੀ। ਫਿਰ ਉਹਦੀ ਮਤਲਬ ਜੇ ਤੁਸੀਂ ਵਿੱਚ ਆਪਣੀ ਕਰਦੇ ਰਹੋਗੇ, ਤੁਸੀਂ ਕਿਸੇ ਮਤਲਬ ਇਹ ਤੇ ਨਹੀਂ ਕਿ ਸਾਡੇ ਅਹਿਮਦੀ ਨੇ ਗਾਲ ਤੇ ਕੱਢਣੀ ਕੋਈ ਨਹੀਂ ਤੇ ਉਹਨਾਂ ਨੂੰ ਓਵਰਲੈਪ ਕਰਨ ਦਾ ਫਾਇਦਾ ਕੋਈ ਨਹੀਂ। ਜੇ ਕੋਈ ਆਪਣਾ ਅਹਿਮਦੀ ਆਂਦਾ ਉਹਨੂੰ ਗੱਲ ਕਰਨ ਦਿਓ, ਆਪਣੀ ਪੂਰੀ ਰੱਖਣ ਦਿਓ, ਠੀਕ ਹੈ ਜਵਾਬ ਦਿਓ। ਮੈਂ ਛੋਟੀ ਜੀ ਗੱਲ ਕਰਕੇ ਨਾ ਉਤਰ ਜਾਵਾਂਗਾ। ਗੱਲ ਇੰਨੀ ਹੈ ਕਿ ਜਿਹੜਾ ਜੱਟ ਸਾਹਿਬ ਨੇ ਜਿਹੜਾ ਪਹਿਲੀ ਜਿਹੜੀ ਇਹਨਾਂ ਦੀ ਕਾਵਿਸ਼ ਹੈ ਉਹ ਇਹੀ ਹੈ ਕਿ ਇਹਨਾਂ ਨੇ ਜਾ ਕੇ ਉਹਨਾਂ ਦੇ ਦਸਤਕ ਦਿੱਤੀ ਹੈ ਕਿ ਭਾਈਜਾਨ ਇਹ ਤਰੀਕਾਕਾਰ ਦਰੁਸਤ ਨਹੀਂ ਤੇ ਆਪਣੇ ਲੋਕਾਂ ਨੂੰ ਬਦਨਾਮ ਨਾ ਕਰੋ, ਨਾ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰੋ। ਇਹ ਬੜੀ ਅੱਛੀ ਕੋਸ਼ਿਸ਼ ਸੀ। ਔਰ ਅੱਗੋਂ ਇਸ ਤਰ੍ਹਾਂ ਦਾ ਕਿਸੇ ਜ਼ਿੰਮੇਦਾਰ ਦਾ ਕਹਿਣਾ ਕਿ ਜਾਓ ਤੁਸੀਂ ਵੀ ਲਾ ਲਓ, ਇੰਤਹਾਈ ਗੈਰ ਜ਼ਿੰਮੇਦਾਰਾਨਾ ਹਰਕਤ ਹੈ। ਤੇ ਅੱਲਾਹ ਤਾਲਾ ਵੀ ਸਾਰਿਆਂ ਨੂੰ ਸਿੱਧੇ ਰਸਤੇ ਤੇ ਰੱਖੇ ਤੇ ਜਮਾਤ ਨਾਲ ਜੁੜਿਆ ਰੱਖੇ, ਤੇ ਜਮਾਤ ਵਿੱਚ ਕਦੀ ਨਫਾਕ ਨਾ ਪੈਦਾ ਹੋਏ। ਤੇ ਤੁਸੀਂ ਪੂਰਾ ਕਿਸੇ ਨੂੰ ਕਹਿੰਦਾ ਪੋਸਟਰ ਬਣਾ ਕੇ ਦਿੱਤਾ ਹੁਣ ਤੁਸੀਂ ਵੇਖੋ ਪੂਰਾ ਸਾਥ ਦੇਣ ਜੇ ਗਾਲਾਂ ਚਲੋ ਕੱਢਵਾਉਣ। ਗੱਲ ਸੁਣੋ ਰਾਣਾ ਭਾਈ, ਗੱਲ ਸੁਣੋ। ਇਹ ਇੱਕ ਬੰਦੇ ਇੱਕ ਦੀ ਗੱਲ ਆ, ਸੈਫੀ ਦੇ ਨਾਲ ਇੱਕ ਮਾਮਲਾ ਵਾ, ਠੀਕ ਆ। ਹੁਣ ਇੱਕ ਪੂਰੇ ਰੱਬੇ ਨੂੰ ਤੁਸੀਂ ਗਾਂਡੂ ਬਣਾ ਛੜਿਆ, ਮਕਸਦ ਕਿ ਪੂਰਾ ਮੈਨੂੰ ਨਹੀਂ ਪਤਾ ਕੀ ਗੱਲ ਨਹੀਂ। ਹੁਣ ਮੇਰੀ ਗੱਲ ਸੁਣੋ, ਮੇਰੀ ਸੁਣੋ ਗੱਲ। ਹੁਣ ਤਾਰ ਸਾਹਿਬ ਵੀ ਰੱਬੇ ਦੇ, ਤਾਰ ਸਾਹਿਬ ਵੀ ਉਹਦੇ ਕੋਲ ਬੁੱਢ ਬਣਾਉਂਦੇ ਰਹੇ ਫਿਰ ਜਾ ਕੇ। ਗੱਲਾਂ ਕਰੋ ਵਾਧੂ ਘਾਟੂ, ਇਹਨਾਂ ਗੱਲਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਹੁੰਦਾ। ਗੱਲ ਇਹ ਕਿ ਜੇ ਕਿਸੇ ਨੇ ਗੁੱਸੇ 'ਚ ਕੋਈ ਗੱਲ ਕਹਿ ਦਿੱਤੀ ਹੈ ਤਾਂ ਕੋਈ ਪੁੱਛ ਲੈਂਦੇ ਆ, ਉਹ ਅਲਫਾਜ਼ ਵਾਪਸ ਲੈ ਲੇਗਾ ਜੇ ਕੋਈ ਐਸੀ ਗੱਲ ਨਿਕਲੀ ਹੈ। ਯਾਰ ਕੈਸੇ ਰਾਣਾ ਭਾਈ, ਅਸੀਂ ਕੋਈ ਬੱਚੇ ਆ ਯਾਰ ਕਿ ਮੈਂ ਇੱਕ ਗੱਲ ਕਰਕੇ ਤੇ ਕਵਾਂ ਜੀ ਮੈਂ ਅਲਫਾਜ਼ ਆਪਣੇ ਵਾਪਸ ਲੈਣਾ? ਨਹੀਂ ਕੋਈ ਨਹੀਂ ਗੱਲ। ਆਹ ਵੇਖੋ ਨਾ, ਇਹ ਤੁਸੀਂ ਕਹਿੰਦੇ ਜੇ ਇੱਕ ਮਿੰਟ ਦਿਓ, ਤੁਸੀਂ ਕਹਿੰਦੇ ਜੇ ਜਿਹਦਾ ਰੌਲਾ ਅਲੀ ਅਕਬਰ ਦਾ ਹੈ ਤੇ ਉਹਨਾਂ ਸਿੱਧਾ ਮੂੰਹ ਥਰੂ ਹੋਏ ਤੇ ਉਹਨੂੰ ਮੂੰਹ ਥਰੂ ਕਰਾ ਦਿਓ, ਉਹਦੇ ਸਾਹਮਣੇ ਆ ਜੇ, ਉਹ ਜਾਣੇ ਰਹਿ ਜਾਣੇ, ਸਾਡਾ ਕੀ ਜਾਣਦੇ ਆ। ਮੈਨੂੰ 10 ਗਾਲਾਂ ਹੋਰ ਵੀ ਕੱਢ ਦੇਗਾ, ਮੈਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਮੈਂ ਤਾਂ ਗੱਲ ਦਾ ਜਵਾਬ ਦੇਣਾ ਨਹੀਂ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਡਿਆ ਨਾ ਕਿ ਚਲੋ ਹੁਣ ਤੁਸੀਂ ਮੈਨੂੰ ਰਿਕਾਰਡਿੰਗ ਸੁਣਾਤੀ ਨਾ, ਇਹੀ ਕੰਮ ਤਾਂ ਸੈਫੀ ਨੇ ਕੀਤਾ ਤੇ ਹੁਣ ਫਰਕ ਫਿਰ ਕੀ ਰਹਿ ਗਿਆ? ਫਿਰ ਬਰਾਬਰ ਕਰਤਾ ਨਾ ਉਹਨੇ, ਮੈਂ ਨਹੀਂ ਕਰਦਾ, ਮੈਂ ਨਹੀਂ ਜਵਾਬ ਦਿੰਦਾ, ਉਹ ਦੇ ਦਿੰਦਾ। ਕੋਈ ਬੰਦਾ ਨਹੀਂ ਕਰਦਾ, ਕੋਈ ਦੇ ਦਿੰਦਾ। ਉਹਨੇ ਕੱਲ ਹੀ ਸੈਫੀ ਦਾ ਨਾਂ ਲਿਆ। ਕੱਲ ਸੈਫੀ ਇੱਥੇ ਆਇਆ ਸੀ, ਸੈਫੀ ਨੇ ਉਹਨੂੰ ਕੀ ਆਖਿਆ? ਅਸੀਂ ਕਿਸੇ ਨੂੰ ਲੜਨ ਨਹੀਂ ਦਿੱਤਾ। ਗੱਲ ਕੋਸ਼ਿਸ਼ ਕੀਤੀ ਕਿ ਹਰ ਤਰੀਕੇ ਨਾਲ ਮਸਲਾ ਹੱਲ ਹੋ ਜੇ। ਉਹਦਾ ਰਿਜ਼ਲਟ ਸਾਨੂੰ ਇਹ ਨਿਕਲਦਾ ਕਿ ਸਾਡੀਆਂ ਮਾਵਾਂ ਭੈਣਾਂ ਦੇ ਉੱਤੇ ਗੱਲਾਂ ਕਰਨ ਦੇ ਆ ਬਹਿ ਕੇ ਉੱਥੇ। ਯਾਨੀ ਕਿ ਹੁਣ ਮਕਸਦ ਇਹ ਕਿ ਜਿਹੜਾ ਉੱਥੇ ਯਾਨੀ ਕਿ ਜਿਹੜਾ ਸਿਰਫ ਉੱਥੇ ਬਹਿਵੇਗਾ ਵੀ, ਇਹ ਹੁਣ ਸੈਫੀ ਜਾਂ ਸਾਰੇ ਉਹਨੂੰ ਵੀ ਗਾਲ ਕੱਢਣਗੇ। ਮਕਸਦ ਗੱਲ ਇਹ ਹੈ ਭਾਈ, ਮੈਂ ਕਿਸੇ ਗਾਲ ਦੇ ਹੱਕ 'ਚ ਹੈ ਹੀ ਨਹੀਂ ਆ। ਮੈਂ ਤੁਹਾਨੂੰ ਕਹਿੰਦਾ ਕਿ ਅਸੀਂ ਵੀ ਇੱਥੇ ਬੈਠੇ ਆ ਨਾ, ਅਸੀਂ ਸੁਲ੍ਹਾ ਕਰਾਉਂਦੇ ਸਾਨੂੰ ਰਗੜਦਾ। ਮੈਂ ਆਪਣਾ ਰੋਣਾ ਰੋਂਦਿਆ ਤੁਹਾਡੇ ਅੱਗੇ, ਜਿਹੜੀ ਗੱਲ ਤੁਸੀਂ ਰੱਖਣਦੇ ਆ ਜੇ ਮੈਂ ਔਰ ਤੋਂ ਅਗਲੀ ਰੱਖਣਦੇ ਆ। ਤੁਸੀਂ ਤੇ ਆਏ ਜੇ ਨਾ, ਮੈਂ ਸੁਲ੍ਹਾ ਕਰਾਉਂਦੇ ਆ, ਮਤਲਬ ਮੈਂ ਉਦੋਂ ਹੀ ਕਹਿੰਦਾ ਹੋਇਆ। ਮੈਂ ਤੇ ਯਾਰ ਤੇ ਗੱਲ ਸੁਣੋ ਨਾ, ਮੈਂ ਜਿਹਦੇ ਨਾਲ ਜਿਹਦੇ ਖਿਲਾਫ ਮੈਂ ਕੋਈ ਗੱਲ ਕੀਤੀ ਹੈ ਨਾ, ਜੇ ਮੈਂ ਮੁਕਰਨ ਵਾਲਾ ਬੰਦਾ ਕੋਈ ਨਹੀਂ ਆ। ਮੈਂ ਜਿਹਦੀ ਕੀਤੀ ਹੈ ਉਹਦੀ ਕੀਤੀ ਹੈ, ਠੀਕ ਹੈ ਬਾਬਾ ਜੀ। ਮੈਂ ਇਹ ਗੱਲ ਕਹਿੰਦਾ ਕਿ ਜਦੋਂ ਮੈਨੂੰ ਰਗੜਾ ਲੱਗ ਗਿਆ, ਸਬਰ ਕਰੋ, ਤੁਸੀਂ ਵੀ ਸਬਰ ਕਰੋ, ਬਸ ਇਹੀ ਹਾਲ ਹੈ। ਨਹੀਂ ਮੇਰਾ ਸਬਰ ਹੀ ਆ, ਮੈਂ ਸਬਰ ਹੀ ਆ, ਤਾਂ ਹੀ ਸਾਫੀ ਨੂੰ ਮੈਂ ਕੋਈ ਗਾਲ ਗੂਲ ਨਹੀਂ ਕੱਢੀ। ਨਹੀਂ ਤੇ ਗਾਲ ਕੱਢਣ ਵੀ ਆਉਂਦੀ ਹੈ, ਤੁਹਾਨੂੰ ਪਤਾ ਵਾ ਕਿ ਗਾਲ ਵਾਲਾ ਕੰਮ ਘੱਟ ਮੇਰਾ ਵੀ ਕੋਈ ਨਹੀਂ ਆ। ਪਰ ਗੱਲ ਇਹ ਆ, ਪਰ ਮੈਂ ਨਹੀਂ ਕੱਢਣੀ ਹੁੰਦੀਆਂ ਨੇ ਗਾਲਾਂ। ਅਸੀਂ ਉਹਨਾਂ ਮਹੱਲਿਆਂ ਦੇ ਵਿੱਚ ਹੀ ਪੈਦਾ ਹੋਏ ਆ, ਉੱਥੇ ਫਿਰਦੇ ਰਹੇ ਆ, ਸਾਨੂੰ ਹੁੰਦੀਆਂ ਨੇ ਗਾਲਾਂ। ਮੈਂ ਸਿਰਫ ਇਸ ਗੱਲ ਤੋਂ ਕਿ ਹੁਣ ਤਾਹਰ ਸਾਹਿਬ ਆ ਨਾ, ਤਾਹਰ ਸਾਹਿਬ ਪਤਾ ਕੀ ਕੰਮ ਕਰਾਉਂਦੇ ਨੇ? ਤਾਹਰ ਸਾਹਿਬ ਇੱਥੋਂ ਬੰਦਾ ਚੁਕਾਉਂਦੇ ਨੇ ਥੱਲੋਂ, ਤੇ ਤਾਹਰ ਸਾਹਿਬ ਓਦਾਂ ਦਾ ਕਹਿੰਦੇ ਨੇ ਭਰਾ। ਹੁਣ ਮੈਂ ਤੁਹਾਨੂੰ ਆਖਾਂ ਭਰਾ ਹੈ ਜੀ, ਮੈਂ ਤੁਹਾਨੂੰ ਆਪਣੇ ਘਰ ਬੁਲਾਵਾਂ ਤੇ ਤੁਹਾਨੂੰ ਉੱਥੇ ਜੇ ਕੱਢ ਜਾਵੇ ਕੋਈ ਗਾਲ ਤੇ ਮੇਰੇ ਉੱਤੇ ਤਾਂ ਲਾਹਨਤ ਨਹੀਂ ਹੈ ਭੈਣ ਚੋਦ। ਮੈਂ ਤੁਹਾਨੂੰ ਮੇਰੀ ਸੁਣ ਲਓ, ਛੋਟੀ ਜੀ ਗੱਲ ਆ ਗਜਨੀ ਭਾਈ, ਮੈਂ ਤੁਹਾਨੂੰ ਬੁਲਾਵਾਂ ਆਪਣੇ ਕੋਲ, ਮੈਂ ਤੁਹਾਨੂੰ ਆਪਣੇ ਕੋਲ ਬੁਲਾਵਾਂ ਬਾਰ ਰਿਕਵੈਸਟ ਕਰਕੇ, ਤੇ ਤੁਹਾਨੂੰ ਮੈਂ ਗਾਲ ਕਢਾਉਣ ਲਈ ਬੁਲਾਣਾ ਹੈ। ਸਾਰੇ ਹੀ ਬੜੇ ਬਹਾਦਰ ਨੇ, ਅੱਲਾ ਦੇ ਹੁਕਮ ਨਾਲ ਕੋਈ ਐਸੀ ਗੱਲ ਨਹੀਂ ਹੈ। ਪਰ ਗੱਲ ਸਿਰਫ ਮੈਂ ਤੁਹਾਨੂੰ ਜਿਹੜੀ ਛੋਟੀ ਜੀ ਕਰਨ ਡਿਆ ਸੀ ਕਿ ਮੈਂ ਰਾਜਾ ਸਾਹਿਬ ਨੂੰ ਇਹ ਮੁਖਾਤਬ ਹੋ ਕੇ ਨਾ ਲਫ਼ਜ਼ ਲਿਖਿਆ ਜਿਹੜਾ ਮੈਂ ਤੁਹਾਨੂੰ ਦੱਸਿਆ, ਠੀਕ ਹੈ। ਨਾਲ ਹੀ ਜਨਾਬ ਉਹ ਜੱਟ ਸਾਹਿਬ ਨੇ ਥੱਲੇ ਮੈਨੂੰ ਲਿਖ ਦਿੱਤਾ ਕਿ ਤੂੰ ਸਭ ਨਾਲ ਵੱਡਾ ਗਾਲੀਬਾਜ਼ ਹੈ। ਮੈਂ ਕਿਹਾ ਜੱਟ ਸਾਹਿਬ ਅੱਲਾਹੁ ਅਕਬਰ, ਮੈਂ ਤੇ ਅੱਲਾਹੁ ਅਕਬਰ ਹੀ ਲਿਖਿਆ ਫਿਰ ਜੱਟ ਸਾਹਿਬ ਨੂੰ। ਠੀਕ ਹੈ, ਇਹ ਤਾਂ ਗਿਲਾ ਬਣਦਾ। ਗੱਲ ਸੁਣੋ ਮੇਰੀ ਛੋਟੀ ਜਿਹੀ ਗੱਲ, ਜੱਟ ਸਾਹਿਬ ਨੇ 2-3 ਦਿਨ ਹੋਏ ਆ ਗੱਲ ਥੱਲੇ ਮੈਂ ਸੁਣਨ ਡਿਆ, ਥੱਲੋਂ 11 ਦੀ ਚੜਿਆ,
ਉਹਨੇ ਕੋਈ ਬਕਵਾਸ ਕੀਤੀ, ਜੱਟ ਸਾਹਿਬ ਨੇ ਉਹਦੀ ਕਿਹੜੀ ਉਹਦੀ ਅੰਮੀ ਦੀ ਮੋਹਰੀ, ਉਹਦੀ ਬੁੱਢੀ ਦੀ ਮੋਹਰੀ, ਕੋਈ ਮੋਹਰੀ ਨਹੀਂ ਛੱਡੀ, ਠੀਕ ਹੈ। ਮੁੜ ਕੇ ਨਾਲ ਕਹਤਾ ਮੈਂ ਸਾਰੇ ਸਾਂਭੋ, ਮੈਂ ਨਮਾਜ਼ ਪੜ੍ਹ ਆਵਾਂ। ਯਾਰ ਇਹ ਅਸੀਂ ਇੰਜ ਦੇ ਆ ਯਾਰ, ਅਸੀਂ ਆਪਣੀ ਚੋਣ ਚਲਾਉਂਦਾ ਫਿਰਦਾ, ਮੈਂ ਤੇ ਆਪਣੀ ਚੋਣ ਚਲਾਉਂਦੇ ਆ। ਰਾਣਾ ਸਾਹਿਬ ਇੱਕ ਮਿੰਟ ਦਿਓ, ਇੱਕ ਮਿੰਟ। ਇਹੀ ਆ ਹੁਣ ਗੱਲ। ਸੈਫੀ ਭਾਈ ਨੇ ਵੀ ਮੈਨੂੰ ਗਾਲਾਂ ਕੱਢ ਲਈਆਂ। ਅੱਛਾ ਗੱਲ ਸੁਣ ਲਓ, ਲੈਣਗੇ ਤੇ ਕੀ ਫਰਕ ਪਏਗਾ? ਗੱਲ ਅੱਛਾ ਗੱਲ ਇਦਾਂ ਸੁਣ ਸਾਰਿਆਂ ਨੂੰ ਬੈਨ ਦਈਆਂ ਨੇ ਰਾਜਨ ਭਾਈ ਸਾਹਿਬ, ਸਾਰਿਆਂ ਨੂੰ ਬੈਨ ਦਈਆਂ, ਸਾਨੂੰ ਮਾਵਾ ਬੈਨ ਨਹੀਂ ਕੱਢਣ ਦੇਣ। ਰਾਣਾ ਸਾਹਿਬ ਇੱਕ ਮਿੰਟ ਦਿਓ, ਰਾਣਾ ਸਾਹਿਬ ਇੱਕ ਮਿੰਟ ਫਿਰ ਵਿੱਚ ਦਿਓ, ਵੱਧ ਕੇ ਕਹਿੰਦਾ ਸੁਲਾ ਕਰਾ ਦੀ, ਸੁਲਾ ਕਰਾ ਦੀ, ਸੁਲਾ ਕਰਾ ਯਾਰ ਦੀ। ਇੱਕ ਮਿੰਟ ਦਿਓ ਯਾਰ, ਇੱਕ ਮਿੰਟ ਯਾਰ, ਖੁਦ ਗਾਲਾਂ ਕੱਢੇ ਸਮਝ ਆਂਦੀ ਆ। ਉਹ ਮੇਰੀ ਇਹਦੇ ਨਾਲ ਗੱਲ ਹੋਈ, ਇਹਨੇ ਮੈਨੂੰ ਗਾਲ ਕੱਢੀ, ਥੱਲੇ ਲਾਤਾ, ਮੈਂ ਉੱਤੇ ਗਿਆ, ਮੈਂ ਇਹਨੂੰ 2 ਕੱਢ ਲਈਆਂ, ਬਾਅਦ ਸਾਡੀ ਮਾਫੀ ਹੋ ਗਈ। ਅਗਲੇ ਦਿਨ ਬਿਠਾ ਕੇ ਬਹਿਰੀਨ ਨੂੰ ਮੈਂ ਥੱਲੇ ਗਿਆ, ਰਿਕੁਐਸਟ ਪਾਈ ਹੈ, ਬਹਿਰੀਨ ਨੂੰ ਬਿਠਾ ਕੇ ਮੈਨੂੰ ਗਾਲਾਂ ਕਢਵਾ ਦਿੱਤੀਆਂ। ਮੈਨੂੰ ਪਤਾ ਹੀ ਨਹੀਂ ਨਾਸਰ ਬਟਲਰ ਦਾ ਕੀ ਇਸ਼ੂ ਬਣਿਆ, ਕੀ ਗੱਲ ਹੋਈ ਹੈ, ਬਹਿਰੀਨ ਨਾਲ ਕੀ ਗੱਲ ਹੋਈ ਹੈ, ਕਾਲ ਵਿੱਚ ਕੀ ਗੱਲ ਹੋਈ ਹੈ, ਨਾ ਮੈਂ ਉਸ ਕਾਲ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ। ਬਹਿਰੀਨ ਨੂੰ ਉੱਤੇ ਬਿਠਾ ਕੇ ਮੈਨੂੰ ਗਾਲਾਂ ਕਢਵਾਈਆਂ, ਨਾਲ ਦੰਦ ਕੱਢ ਰਿਹਾ ਇਹ ਬੰਦਾ, ਬਾਅਦ ਵਿੱਚ ਕਨਫੈਸ ਕਰ ਰਿਹਾ ਹੈ, ਬਹਿਰੀਨ ਜਿੱਥੇ ਮੈਂ ਤੈਨੂੰ ਇਸਤੇਮਾਲ ਕਰਨਾ ਸੀ ਮੈਂ ਕਰ ਲਿਆ, ਤੇ ਜਿੱਥੇ ਤੂੰ ਮੈਨੂੰ ਕਰਨਾ ਸੀ ਮੈਂ ਹੋ ਗਿਆ, ਤੇ ਚੰਗਾ ਕੰਮ ਕਰਤਾ ਹੈ। ਹੁਣ ਅਸੀਂ ਤੇ ਚੱਲ ਹੁਣ ਮਜ਼ਹਬ ਦੀਆਂ ਗੱਲਾਂ ਕਰੀਏ। ਉਹ ਬਿਲਾ ਵਜ੍ਹਾ ਗਾਲਾਂ ਮਾਵਾਂ ਭੈਣਾਂ ਦੀਆਂ, ਬਿਲਾ ਵਜ੍ਹਾ ਸੁਲਾਹ ਹੋ ਗਈ। ਉਹ ਚੱਲ ਮੈਂ ਤੈਨੂੰ ਮਾਫ ਕੀਤਾ, ਤੂੰ ਮੈਨੂੰ ਮਾਫ ਕੀਤਾ, ਕੋਈ ਨਹੀਂ, ਖੈਰ ਆ, ਇਟਸ ਓਕੇ। ਅੱਛਾ ਇਮਰਾਨ ਖਾਨ ਨੂੰ ਕਿਤੇ ਗੱਲ ਕਰਨ ਜਾਂਦਾ ਹੈ, ਤਕਲੀਫ ਇਹਨੂੰ ਹੋ ਰਹੀ ਹੈ। ਕੋਈ ਕਿਤੇ ਜਾਂਦਾ ਹੈ ਗੱਲ ਕਰਨ, ਤਕਲੀਫ ਇਹਨੂੰ ਹੋ ਰਹੀ ਹੈ। ਉਹ ਯਾਰ ਮੈਂ ਹੈਰਾਨ ਰਹਿ ਗਿਆ। ਮੈਨੂੰ ਜ਼ਰਤਸ਼ ਭਾਈ ਨੇ ਫੋਨ ਕੀਤਾ, ਮੇਰੀ ਉਹਦੇ ਨਾਲ ਗੱਲ ਹੋ ਗਈ ਹੈ, ਸੈਫੀ ਤੂੰ ਉਹਦਾ ਨਾਮ ਨਹੀਂ ਲੈਣਾ ਤੇ ਉਹ ਤੇਰਾ ਨਾਮ। ਮੈਂ ਕਿਹਾ ਠੀਕ ਹੈ ਵੀ ਖਤਮ। ਰਾਜਨ ਭਾਈ ਨਾਲ ਕੋਈ ਸਖਤ ਗੱਲ ਕੀਤੀ ਹੈ? ਨਹੀਂ ਮੇਰੀ ਗੱਲ ਸੁਣ ਲਓ ਨਾ, ਮੈਂ ਦੱਸ ਦਿੰਦਾ। ਅੱਛਾ ਰਾਜਾ ਸਾਹਿਬ ਦੀ ਫੋਨ ਆਇਆ, ਮੈਂ ਕਿਹਾ ਬਈ ਆਵਾਜ਼ ਹੀ ਨਹੀਂ ਆਏਗੀ, ਮੈਂ ਉਹਨਾਂ ਨੂੰ ਅਨਫੋਲੋ ਕਰ ਦਿੱਤਾ ਹੈ, ਉਹਨਾਂ ਨੂੰ ਮੈਨੂੰ ਅਨਫੋਲੋ ਕਰ ਦੇਣ, ਮੇਰੀ ਗੱਲ ਹੀ ਕੋਈ ਨਹੀਂ ਕਿਸੇ ਕਿਸਮ ਦੀ। ਉਹ ਜਨਾਬ ਉਹ ਬਦਮਾਸ਼ ਬਣਿਆ ਫਿਰਦਾ ਹੈ। ਦੇ ਦੇ ਮੈਂ ਫਿਰ ਬਿਜ਼ੀ ਹੋ ਜਾਣਾ, ਮੈਂ ਸੁਣ ਨਹੀਂ ਸਕਦਾ। ਉਹ ਗਾਲਾਂ ਕੱਢੀ ਜਾ ਰਹੇ, ਉਹ ਕਹਿ ਰਹੇ ਕਿ ਮੇਰੀ ਮਾਂ ਮੇਰੀ ਧੀ ਨੂੰ ਕੋਈ ਕੁਝ ਕਵੇ ਹੀ ਨਾ, ਮੇਰੀਆਂ ਧੀ ਜਿਹੜੀ ਹੈ ਕੋਈ ਕੁਝ ਨਾ ਕਵੇ। ਗੱਲ ਮੈਂ ਤੁਹਾਨੂੰ ਕੀ ਕਿਹਾ ਵਾ, ਮੈਨੂੰ ਤੇ ਇੱਕ ਗੱਲ ਮੈਂ ਇਹ ਰਾਜਾ ਸਾਹਿਬ, ਇਹ ਰਾਜਨ ਭਾਈ ਉੱਤੇ ਆਏ ਨੇ, ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਤੇਰਾ ਦਿਮਾਗ ਖਰਾਬ ਹੈ। ਤੁਸੀਂ ਗੱਲ ਹੈ ਕਿ ਦਿਮਾਗ ਠੀਕ ਹੈ, ਗੱਲ ਸੁਣੋ, ਮੈਂ ਇਹਦੀ ਗੱਲ ਮੈਂ ਲੱਗਿਆ ਤੁਸੀਂ ਆਪਸ ਦੇ ਵਿੱਚ ਗੱਲ ਸੁਣੋ। ਰਾਜਾ ਯਾਰ ਸੁਣੋ ਯਾਰ, ਗੱਲ ਮੁਕਾਓ ਯਾਰ। ਮੈਂ ਇਹਨਾਂ ਨੂੰ ਬਾਅਦ ਵਿੱਚ ਸ਼ਾਕਲ ਕਿਹਾ ਹੈ, ਇਹਨਾਂ ਨੇ ਪਹਿਲਾਂ ਮੈਨੂੰ ਯਾਰ ਗੱਲ ਸੁਣੋ, ਮੇਰੀ ਗੱਲ ਸੁਣੋ, ਮੈਂ ਰਾਜਨ ਭਾਈ ਗੱਲ ਛੱਡੋ ਯਾਰ, ਤੁਸੀਂ ਵੀ ਕਹੋਗੇ ਗੱਲ ਮੁਕਾਓ ਤੇ ਇਹ ਵੀ ਮੁਕਾਓ ਯਾਰ। ਮੈਂ ਮੇਰੀ ਗੱਲ ਸੁਣੋ, ਸੈਫੀ ਭਾਈ ਦੇ ਨਾਲ ਮੇਰਾ ਕੋਈ ਮਸਲਾ ਹੈ ਹੀ ਨਹੀਂ ਆ, ਮੇਰੀ ਇਹਨਾਂ ਦਾ ਕਦੀ ਕੋਈ ਮਸਲਾ ਹੋਇਆ ਹੀ ਨਹੀਂ ਆ, ਮੈਂ ਇਹਨਾਂ ਨੂੰ ਕਿਉਂ ਨਹੀਂ ਬਸ ਠੀਕ ਹੈ, ਜਿਹੜੀ ਕੋਈ ਗੱਲ ਹੋ ਗਈ ਇੱਕ ਦੂਜੇ ਨੂੰ ਮਾਫੀ ਦੇ ਮੈਨੂੰ ਜਿਹੜਾ ਬੰਦਾ ਗਾਲ ਕੱਢੇਗਾ ਨਾ, ਮੈਂ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਾਂਗਾ ਯਾਰ, ਮੈਂ ਕੱਢੀ ਜਾਵਾਂਗਾ, ਖੁਦਾ ਦੀ ਕਸਮ ਮੈਂ ਬਾਜ਼ ਨਹੀਂ ਆਣ ਲੱਗਾ, ਮੈਂ ਕੱਢੀ ਜਾਵਾਂਗਾ। ਸੈਫੀ ਭਾਈ ਉਹਦੇ ਨਾਲ ਕੀ ਹੋਣਾ, ਕੀ ਹੋਏਗਾ, ਜੋ ਮਰਜ਼ੀ ਹੋ ਜਾਵੇ, ਜਿਹੜਾ ਮੇਰੀ ਮਾਂ ਭੈਣ ਨੂੰ ਗਾਲ ਕੱਢੇਗਾ ਨਾ, ਭਾਵੇਂ ਉਹ ਅਹਿਮਦੀ ਹੈ ਤੇ ਭਾਵੇਂ ਗੈਰ ਅਹਿਮਦੀ ਹੈ, ਭਾਈ ਉਹ ਆਪਣੀ ਮਾਂ ਭੈਣ ਦਾ ਹਿਫਾਜ਼ਤ ਫਿਰ ਖੁਦ ਕਰੇਗਾ ਯਾਰ। ਇਹਨਾਂ ਨਾਲ ਤੇ ਜਾਂ ਤਾਂ ਤੁਹਾਨੂੰ ਕੋਈ ਸ਼ੈ ਹਾਸਲ ਹੋ ਜਾਣੀ ਆ, ਫਿਰ ਜਿੱਥੇ ਵੀ ਮੈਨੂੰ ਭਾਵੇਂ ਜੋ ਵੀ ਕਰਨਾ ਪਿਆ ਮੈਂ ਉੱਥੇ ਤੱਕ ਵੀ ਜਾਵਾਂਗਾ। ਮੈਂ ਤੈਨੂੰ ਫੇਰ ਕਹਿ ਰਿਹਾ, ਇਹ ਯਾਦ ਰੱਖਣ ਸਾਰੇ, ਮੇਰੀ ਮਾਂ ਭੈਣ ਨੂੰ ਕੋਈ ਗਾਲ ਕੱਢੇਗਾ, ਮੇਰੀ ਸੁਣੋ, ਮੈਂ ਨਹੀਂ ਛੱਡਣ ਲੱਗਾ। ਤੁਸੀਂ ਮੇਰੀ ਗੱਲ ਸੁਣੋ, ਚਲੋ ਉਹ ਗਾਲ ਤੇ ਤੁਹਾਨੂੰ ਇੱਕ ਫਰਦੇ ਵਾਹਦ ਨੇ ਕੱਢੀ ਨਾ, ਜਾਂ ਕਿਸੇ ਨੇ ਮਸਲਾ ਹੋਇਆ ਤੇ ਤੁਸੀਂ ਭਾਈ ਜਾਨ, ਮੈਂ ਤੁਹਾਨੂੰ ਦੱਸਾਂ, ਮੈਂ ਉੱਤੇ ਆਇਆ, ਅਠਵਾਲ ਭਾਈ ਨਾਲ ਗੱਲ ਕਰਨ ਲੱਗਾ। ਅੱਛਾ ਤੁਸੀਂ ਰੱਬੇ ਨੂੰ ਪੂਰੇ ਨੂੰ ਕਿਉਂ ਤਗੜਾ ਲਾਇਆ? ਅਠਵਾਲ ਭਾਈ ਜ਼ਿਆਦਤੀ ਹੋਈ ਏ। ਉਹ ਜਨਾਬ ਅੱਗੋਂ ਗੁੱਡੂ ਬੈਠਾ ਸੀ, ਉਹ ਮੈਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਗਿਆ ਯਾਰ। ਪਰ ਰੱਬੇ ਨੇ ਕੀ ਕਿਹਾ ਤੁਹਾਨੂੰ? ਰੱਬੇ ਨੇ ਮੈਂ ਕੀ ਕਿਹਾ? ਮੈਂ ਰੱਬੇ ਨੂੰ ਦੱਸੋ, ਮੈਂ ਕੀ ਕਿਹਾ ਰੱਬੇ ਨੂੰ ਦੱਸੋ? ਤੁਸੀਂ ਕਿਹਾ ਸਾਰੇ ਰੱਬੇ ਦੇ ਬੰਦੇ ਗਾਂਡੂ ਨੇ। ਕਿਹੜੇ ਰੱਬੇ ਦੇ ਬੰਦੇ ਗਾਂਡੂ ਬਣਾਉਂਦੇ ਤੁਸੀਂ ਆਖਿਆ? ਮੈਂ ਆਖਿਆ ਰੱਬੇ ਵਿੱਚ ਜਿਹੜੇ ਬਦਮਾਸ਼ ਨੇ ਮੈਂ ਜਾਣਦਾ ਸਾਰਿਆਂ ਨੂੰ। ਉੱਥੇ ਚਿਰੋਟ ਦਾ ਪੁਲ ਕ੍ਰਾਸ ਕਰਕੇ ਉੱਥੇ ਕਹਿ ਨਹੀਂ ਸਕਦੇ ਕਿ ਅਸੀਂ ਰੱਬਾ ਤੂੰ ਆਏ ਆ ਤੇ ਅਸੀਂ ਅਹਿਮਦੀ ਆ, ਤੇ ਇਧਰ ਲਾਲੀਆਂ ਵੜ ਕੇ ਨਹੀਂ ਕਹਿ ਸਕਦੇ। ਲਾਲੀਆਂ ਵੜ ਕੇ ਲਾਲੀਆਂ ਵੜ ਕੇ ਕੋਈ ਮੈਨੂੰ ਕਵੇ ਕਿ ਮੈਂ ਆਇਆ ਤੇ ਮੈਂ ਲੱਭਦਾ ਤਾਂ ਉੱਥੇ ਮੈਂ ਉਹਨੂੰ ਟੱਕਰ ਲਵਾਂਗਾ। ਸੈਫੀ ਭਾਈ ਅਲੀ ਅਕਬਰ ਬਦਮਾਸ਼ ਫਿਰਦਾ ਹੈ। ਮੈਂ ਕਿਹਾ ਕਿ ਜਿਹੜੇ ਮਹੱਲੇ ਵਿੱਚ ਰਹਿੰਦਾ ਹੈ ਨਾ, ਅਗਰ ਦੇਖੋ ਉਹਨੇ ਅਹਿਮਦੀਆਂ ਦੀਆਂ ਮਾਵਾਂ ਨੂੰ ਗਾਲ ਕੱਢੀ ਏ ਤੇ ਉਹਦੀ ਮਾਂ ਕਿਵੇਂ ਹਾਜ਼ਰ ਹੋ ਸਕਦੀ ਹੈ ਫਿਰ? ਯਾਰ ਗੱਲ ਇਹ ਨਹੀਂ ਕਿ ਉਹਨੇ ਕਿਹਾ ਨਹੀਂ ਕਿ ਤਸਵੀਰਾਂ ਲੈ ਕੇ ਫਿਰਦੇ ਨੇ ਅਹਿਮਦੀ ਆਪਣੀ ਮਾਵਾਂ ਦੀਆਂ, ਕਿਹਾ ਉਹਨੇ ਜਾਂ ਨਹੀਂ ਕਿਹਾ ਰਿਕਾਰਡਿੰਗ ਦੇ ਵਿੱਚ? ਗੱਲ ਹੁਣ ਤੁਹਾਡੇ ਮਾਮਲਾ, ਉਹਦੀ ਮਾਂ ਤਾਂ ਮਹੱਲੇ ਵਿੱਚ ਕੱਲੀ ਰਹਿੰਦੀ ਏ, ਉਹਦੀ ਮਾਂ ਤਾਂ ਕੱਲੀ ਰਹਿੰਦੀ ਏ ਤੇ ਮਹੱਲੇ ਨਾਲ ਪਤਾ ਨਹੀਂ ਕੀ ਚੱਲਦਾ ਹੋਏਗਾ, ਮੈਨੂੰ ਕੀ ਪਤਾ।
ਮੈਨੂੰ ਕੀ ਪਤਾ? ਹੁਣ ਮੈਂ ਤਾਂ ਕਿਸੇ ਦੀ ਮਾਂ ਦੇ ਬਾਰੇ ਨਹੀਂ ਕੋਈ ਗੱਲ ਕਰ ਨਹੀਂ ਤਾਂ ਉਹਨੇ ਕਿਉਂ ਕਿਹਾ ਅਹਿਮਦੀਆਂ ਦੀਆਂ ਮਾਵਾਂ ਨੂੰ? ਅਹਿਮਦੀਆਂ ਦੀ ਮਾਵਾਂ ਨੂੰ ਕਿਉਂ ਕਿਹਾ ਉਹਨੇ? ਉਹਨੂੰ ਪੁੱਛੋ ਨਾ ਜਾ ਕੇ, ਉਹਨੂੰ ਪੁੱਛੋ। ਤਾਂ ਉਹਦੀ ਮਾਂ ਤੇ ਕੱਲੀ ਰਹਿੰਦੀ ਹੈ, ਤਾਂ ਮਹੱਲੇ ਨਾਲ ਪਤਾ ਨਹੀਂ ਕੀ ਉੱਥੇ ਚੱਲਦਾ ਹੋਏਗਾ, ਸਾਨੂੰ ਕੀ ਪਤਾ ਯਾਰ। ਬਜ਼ੁਰਗ ਬੰਦੇ ਨੇ ਨਾ ਕਰੋ ਇੰਜ ਦੀ ਗੱਲ, ਖੁਦਾ ਦਾ ਨਾਂ ਜੇ, ਬਜ਼ੁਰਗ ਬੰਦੇ ਨੇ ਨਾ ਕਰੋ। ਨਹੀਂ ਤਾਂ ਇਹ ਦੂਜਿਆਂ ਦੀਆਂ ਮਾਵਾਂ ਬਜ਼ੁਰਗ ਨਹੀਂ ਹੁੰਦੀਆਂ, ਦੂਜੀਆਂ ਦੀਆਂ ਮਾਵਾਂ ਬਜ਼ੁਰਗ ਨਹੀਂ ਹੁੰਦੀਆਂ। ਆਪਣੀ ਮਾਂ ਬਜ਼ੁਰਗ ਹੈ, ਦੂਜੀਆਂ ਦੀਆਂ ਮਾਵਾਂ ਬਜ਼ੁਰਗ ਨਹੀਂ ਹੈਗੀਆਂ। ਜਦੋਂ ਗੱਲ ਨੂੰ ਨਿਬੇੜਨਾ ਹੋਵੇ ਨਾ, ਉਹ ਬਜ਼ੁਰਗ, ਉਹ ਜਿਹੜੀਆਂ ਬਜ਼ੁਰਗ, ਉਹ ਨਹੀਂ, ਉਹਨੇ ਸੋਚਿਆ ਨਹੀਂ ਪਹਿਲੋਂ ਕਿ ਮੈਂ ਕਿਸੇ ਦੀ ਮਾਂ ਨੂੰ ਕੁਝ ਕਵਾਂਗਾ ਤੇ ਮੇਰੀ ਮਾਂ ਵੀ ਤਾਂ ਹੈ ਨਾ, ਤੇ ਰਹਿੰਦੀ ਵੀ ਕੱਲੀ ਆ। ਉਹਨੂੰ ਪੁੱਛੋ ਤਾਂ ਸਹੀ, ਉਹਨੇ ਕਿਉਂ ਕਿਹਾ ਕਿ ਇਹ 3 ਅਹਿਮਦੀਆਂ ਦੀਆਂ ਮਾਵਾਂ ਐਵੇਂ ਦੀਆਂ ਤੇ ਤਸਵੀਰਾਂ ਲੈ ਕੇ ਫਿਰਦੇ ਨੇ? ਕਿਉਂ ਕਿਹਾ ਉਹਨੇ? ਤਾਂ ਉਹਦੀ ਮਾਂ ਤਾਂ ਕੱਲੀ ਰਹਿੰਦੀ ਹੈ ਉੱਥੇ। ਉਹ ਨਹੀਂ ਕੱਲੇ ਰਹਿੰਦੇ ਉੱਥੇ, ਖੁਦਾ ਦੇ ਬੰਦੇ, ਤੁਹਾਨੂੰ ਕਿੰਨੇ ਕਹਿਤਾ ਕੱਲੇ ਰਹਿੰਦੇ? ਕੱਲੀ ਸਾਨੂੰ ਬਸ ਫਿਰ ਸਮਝ ਜਾਓ ਨਾ, ਅਸੀਂ ਬੱਚੇ ਥੋੜੀ ਆ। ਉਹ ਨਹੀਂ ਕੱਲੇ ਰਹਿੰਦੇ ਹੈ ਤਾਂ ਉਹਦੀ ਮਾਂ ਹਾਜ਼ਰ ਹੈਗੀ ਹੈ, ਫਿਰ ਉਹ ਸਰਟੀਫਿਕੇਟ ਦਵੇ ਕਿ ਮੇਰੀ ਮਾਂ ਹਾਜ਼ਰ ਨੇ। ਮੇਰੀ ਮਾਂ ਨੇ ਕਦੀ ਕਿਸੇ ਨਾਲ ਅੱਖ ਮਟੱਕਾ ਨਹੀਂ ਕੀਤਾ, ਮੈਨੂੰ ਸਰਟੀਫਿਕੇਟ ਦਿਖਾ ਦੇਵੇ। ਸਹੀ ਗੱਲ ਨਹੀਂ ਜੇ ਹਾਫਿਜ਼ ਜਿਹੜਾ ਹੈ ਨਾ, ਉਹ ਮੰਨ ਲਓ ਗੱਲ, ਖੁਦਾ ਦੀ ਕਸਮੇ ਮੈਂ ਤੁਹਾਡੇ ਸਾਹਮਣੇ ਗੱਲ ਮੁਕਾਈ ਸੀਗੀ, ਡੌਗਰ ਭਾਈ ਦੇ ਸਾਹਮਣੇ ਗੱਲ ਮੁਕਾਈ ਸੀ। ਮੈਨੂੰ ਪਤਾ ਹੀ ਨਹੀਂ ਸੀਗਾ ਕਿਸੇ ਗੱਲ ਦਾ, ਅੱਲਾ ਦੀ ਕਸਮੇ ਬੱਟ ਨਾਲ ਕੀ ਗੱਲ ਹੋਈ ਹੈ, ਗਜਨੀ ਨਾਲ ਕੀ ਗੱਲ ਹੋਈ ਹੈ। ਇਹਨੇ ਬਹਿਰੀਨ ਨੂੰ ਬਿਠਾ ਕੇ ਮੈਨੂੰ ਗਾਲਾਂ ਕਢਵਾਈਆਂ ਮਾਵਾਂ ਪੈਰਾਂ ਦੀਆਂ। ਇਹਦੀ ਮੈਂ ਮਾਂ ਨੂੰ ਨਹੀਂ ਟੰਗਾਂਗਾ, ਇਹਦੀ ਮੈਂ ਧੀ ਨੂੰ ਵੀ ਟੰਗਾਂਗਾ, ਇਹਦੀ ਮੈਨੂੰ ਮੈਂ ਛੋਟੀ ਜੀ ਗੱਲ ਸੁਣੋਗੇ ਤੇ ਐਸਾ ਟੰਗਾਂਗਾ, ਯਾਦ ਕਰੇਗਾ ਕਿਸੇ ਨੇ ਟੰਗਿਆ ਹੈਗਾ। ਮੇਰੀ ਕਾਟੀਆਂ ਚਲਾਨ ਜੋ ਮਰਜ਼ੀ ਕਰਨ, ਮੇਰਾ ਕੋਈ ਤਾਲੁਕ ਨਹੀਂ ਕਿਸੇ ਦੇ ਨਾਲ। ਮੈਂ ਕੱਲਾ, ਨਾ ਮੈਂ ਮਨੋਜ ਟੂਟੂ ਨੂੰ ਜਾਣਦਾ, ਨਾ ਮੈਂ ਗਜਨੀ ਨੂੰ ਜਾਣਦਾ, ਨਾ ਮੈਂ ਇਮਰਾਨ ਕਾਲੂ ਨੂੰ ਜਾਣਦਾ, ਨਾ ਮੈਂ ਜੱਟ ਨੂੰ ਜਾਣਦਾ, ਨਾ ਮੈਂ ਮੁਬਸ਼ਰ ਨੂੰ ਜਾਣਦਾ। ਮੈਂ ਕੱਲਾ ਹੈਗਾ ਅਲੀ ਅਕਬਰ। ਤੇ ਤੇਰੀ ਮਾਂ ਨੂੰ ਮੈਂ ਨਾ ਚੰਗਾਂਗਾ, ਮੈਂ ਸਾਬਤ ਕਰਾਂਗਾ ਤੇਰੀ ਮਾਂ ਜ਼ਾਨੀ ਹੈ, ਜ਼ਾਨੀ ਔਰਤ ਹੈ, ਤੂੰ ਜ਼ਾਨੀ ਔਰਤ ਦਾ ਬੱਚਾ ਹੈ, ਤੇ ਤੂੰ ਇੱਕ ਗਾਂਡੂ ਹਾਫਿਜ਼ ਹੈ, ਤੂੰ ਗਾਂਡੂ ਪੁੰਡ ਮਰਵਾ ਕੇ ਤੂੰ ਹਾਫਿਜ਼ ਬਣਿਆ। ਤੂੰ ਏਡਾ ਵੱਡਾ ਗਾਂਡੂ ਹੈ, ਤੂੰ ਹਰਾਮੀ ਹੈ, ਤੂੰ ਹਰਾਮੀ, ਤੂੰ ਹਰਾਮੀ ਹੈ, ਬਹੁਤ ਵੱਡਾ ਹਰਾਮੀ ਹੈ। ਤੂੰ ਜਿਹੜੀ ਆਪਣੀ ਬੀਵੀ ਦੀਆਂ ਵੀ ਗੱਲਾਂ ਲੋਕਾਂ ਨੂੰ ਦੱਸਦਾ ਹੋਏਗਾ ਕੰਮ ਪਾ ਕੇ ਉਹਦੇ ਨਾਲ, ਕਿ ਮੈਂ ਜੀ ਬੀਵੀ ਦੀ ਲੈ ਕੇ ਆਇਆ ਅੱਜ, ਤੇ ਮੈਂ ਇਹ ਕੀਤਾ ਤੇ ਮੈਂ ਇਹ ਕੀਤਾ। ਤੇ ਤੂੰ ਆਪਣੇ ਪਿਓ ਦੀਆਂ ਵੀ ਦੱਸਦਾ ਹੋਏਗਾ ਕਿ ਤੇਰੀ ਮਾਂ ਨੂੰ ਕਿਵੇਂ ਠੋਕਦਾ ਸੀ ਤੇਰਾ ਪਿਓ, ਤੂੰ ਉਹ ਵੀ ਦੱਸਦਾ ਹੋਏਗਾ ਲੋਕਾਂ ਨੂੰ ਬਾਹਰ ਜਾ ਕੇ। ਤੂੰ ਏਡਾ ਵੱਡਾ ਗਾਂਡੂ ਹੈ ਤੂੰ ਇਹ ਬਈਦ ਹੀ ਨਹੀਂ ਹੈਗੀ ਕਿ ਤੂੰ ਗਾਂਡੂ ਨਾ ਹੋਵੇਂ। ਤੂੰ ਗਾਂਡੂ ਹਾਫਿਜ਼ ਹੈ, ਤੂੰ ਹਿਫਜ਼ ਕੀਤਾ ਗਾਂਡ ਮਰਵਾ ਕੇ। ਤੇ ਤੂੰ ਮਾਂ ਦੀਆਂ ਵੀ ਗੱਲਾਂ ਦੱਸਦਾ ਹੋਏਗਾ, ਆਪਣੀ ਧੀ ਦੀਆਂ ਵੀ ਦੱਸੇਗਾ ਤੂੰ ਕੱਲ ਨੂੰ ਲੋਕਾਂ ਨੂੰ ਕਿ ਮੇਰੀ ਧੀ ਐਵੇਂ ਕਰਵਾਉਂਦੀ। ਤੈਨੂੰ ਮੈਂ ਫੋਟੋ ਘੱਲਾਂਗਾ। ਗਾਂਡੂ ਦੇ ਆ ਬੱਚਿਆ, ਤੂੰ ਸਾਨੂੰ ਗਾਲਾਂ ਕੱਢੇ ਆ ਪੁੱਤਰਾ, ਸੂਰਨੀ ਦੇ ਆ ਬੱਚਿਆ, ਤੇਰੀ ਮੈਂ ਮਾਂ ਨੂੰ ਨਾ ਚੋਦ ਦਿੱਤਾ। ਉਹ ਗਸ਼ਤੀ ਜਿਹੜੀ ਉੱਥੇ ਬਿਠਾਈ ਹੋਈ ਹੈ ਤੂੰ, ਕੁੱਤੀ ਦੇ ਆ ਬੱਚਿਆ, ਸਾਹਮਣੇ ਆ ਕੇ ਗਾਲ ਕੱਢ, ਤੇਰੀ ਮੈਂ ਮਾਂ ਨੂੰ ਨਾ ਉੱਥੇ ਟੰਗਿਆ। ਮੈਂ ਕੱਲਾ, ਮੈਂ ਦੱਸਦਾ ਪਿਆ, ਫਿਰ ਕੋਈ 1122 ਨਹੀਂ, ਕੋਈ ਨਹੀਂ, ਕੋਈ ਕੁਛ ਨਹੀਂ। ਜਿਹੜਾ ਬੰਦਾ ਵੀ ਮੇਰੀ ਮਾਂ ਭੈਣ ਨੂੰ ਗਾਲ ਕੱਢੇਗਾ, ਮੈਂ ਉਹਨਾਂ ਦੀਆਂ ਮਾਵਾਂ ਭੈਣਾਂ ਟੰਗ ਦਿਆਂਗਾ। ਮੈਂ ਵੀ ਉਹਨਾਂ ਦਾ, ਮੈਂ ਨਹੀਂ ਛੱਡਣ ਲੱਗਾ, ਉਹ ਭਾਵੇਂ ਅਹਿਮਦੀ ਹੋਵੇ ਭਾਵੇਂ ਗੈਰ ਅਹਿਮਦੀ ਹੋਵੇ। ਤੂੰ ਦੱਸੇ ਮਾਂ ਤੇਰੀ ਜ਼ਾਨੀ, ਉਹ ਬਜ਼ੁਰਗੀ ਵਿੱਚ ਵੀ ਆ ਕੇ ਉਹਨੇ ਜ਼ਨਾ ਨਹੀਂ ਛੱਡਿਆ, ਕੁੱਤੇ ਦੇ ਆ ਪੁੱਤਰਾ। ਤੂੰ ਹਰਾਮੀਆ, ਤੂੰ ਆਪਣੀ ਬੀਵੀ ਦੀਆਂ ਗੱਲਾਂ ਦੱਸਦਾ ਹੈ ਲੋਕਾਂ ਨੂੰ ਬਾਹਰ ਜਾ ਕੇ, ਮੈਂ ਬੀਵੀ ਨੂੰ ਠੋਕਦਾ, ਅੱਜ ਮੈਂ ਠੋਕਣਾ, ਕੱਲ ਮੈਂ ਠੋਕਣਾ ਹੈ। ਕੁੱਤੇ ਦੇ ਆ ਪੁੱਤਰਾ, ਤੂੰ ਇੱਥੇ ਮੁਹੱਜ਼ਬ ਬਣ ਕੇ ਬੈਠਾ ਹੋਇਆ, ਧੀ ਦੀਆਂ ਗੱਲਾਂ ਦੱਸਦਾ ਲੋਕਾਂ ਨੂੰ। ਹੁਣ ਮਾਫੀਆ ਮੰਗ ਰਹੇ ਆ ਸਾਰਿਆਂ ਕੋਲ ਜਾ ਕੇ, ਹਬੀਬੁੱਲਾ ਮਾਫ ਕਰ ਦਿਓ, ਨਾਸਿਰ ਬੱਟ ਮਾਫ ਕਰ ਦਿਓ, ਬਰੀਨ ਮੇਰੀ ਬੁੰਡ ਲੈ ਲਾ ਪਰ ਮੇਰਾ ਸਾਥ ਦੇਈ। ਹੈ ਕੁੱਤੇ ਦੇ ਆ ਪੁੱਤਰਾ, ਸਾਰਿਆਂ ਨੂੰ ਗਾਲਾਂ ਕੱਢ ਕੇ ਮਾਫੀਆ ਮੰਗਦੇ ਸਾਰਿਆਂ ਕੋਲੋਂ। ਇਹੀ ਚਾਹੁੰਦੇ ਸਾਂ ਅਸੀਂ ਤੇਰੇ ਕੋਲ, ਮੈਂ ਇਹੀ ਚਾਹੁੰਦਾ ਸੀਗਾ ਕਿ ਤੂੰ ਲੋਕਾਂ ਦੀ ਇੱਜ਼ਤ ਕਰੇ, ਤੈਨੂੰ ਇੱਜ਼ਤ ਆਵੇ। ਤੂੰ ਮਾਂ ਦੀ ਤੇ ਇੱਜ਼ਤ ਨਹੀਂ ਕੀਤੀ, ਤੂੰ ਧੀ ਦੀ ਇੱਜ਼ਤ ਨਹੀਂ ਕੀਤੀ, ਤੂੰ ਬੀਵੀ ਦੀ ਇੱਜ਼ਤ ਨਹੀਂ ਕੀਤੀ, ਤੂੰ ਵੱਡੇ ਭਰਾ ਦੀ ਇੱਜ਼ਤ ਨਹੀਂ ਕੀਤੀ। ਤੂੰ ਖੁਦ ਕਹਿੰਦਾ ਨਾ ਮੈਂ ਵੱਡੇ ਭਰਾ ਦੀ ਨਹੀਂ ਸੁਣਦਾ, ਇਹ ਬਾਹਰ ਵਾਲੇ ਸੁਣਾ ਲੈਂਦੇ ਨੇ, ਉਹ ਘਰ ਵਾਲੇ ਚੁੱਪ ਕਰ ਜਾਂਦੇ ਨੇ, ਕੋਈ ਨਹੀਂ ਯਾਰ ਖੈਰ ਆ। ਬਾਹਰ ਵਾਲੇ ਨਾ ਬੁੰਡ ਪਾੜ ਦਿੰਦੇ ਨੇ, ਅਗਲੇ ਸੁਣਾ ਲੈਂਦੇ ਨੇ, ਉਹ ਮੂੰਹ ਖੋਲ ਕੇ ਅੰਦਰ ਤੁੰਨ ਦਿੰਦੇ ਨੇ, ਗਲੇ ਤੱਕ ਧੁੰਨੀ ਤੱਕ ਦੇ ਦਿੰਦੇ ਨੇ ਅਗਲੇ। ਹੁਣ ਗਿਆ ਹੀ ਨਾ ਧੁੰਨੀ ਤੱਕ, ਕੁੱਤੇ ਦੇ ਆ ਪੁੱਤਰਾ, ਮੈਂ ਤੇ ਲੱਗਾ ਰਵਾਂਗਾ, ਮੇਰਾ ਕੀ ਹੈ, ਮੈਨੂੰ ਕੀ ਹੈਗਾ, ਮੈਂ ਤੇਰੀ ਬੁੰਡ ਕਰੀ ਰੱਖਾਂਗਾ, ਤੇਰੀ ਤੇ ਤੇਰੇ ਘਰ ਵਾਲਿਆਂ ਦੀ। ਸੂਰ ਦੇ ਆ ਬਚਿਆ, ਸੂਰਾ ਹਾਫਿਜ਼ ਬਣਿਆ ਫਿਰਦਾ, ਕੁੱਤੇ ਦੇ ਆ ਪੁੱਤਰਾ, ਗਾਂਡੂਆ, ਲਾਂਤੀਆ, ਹਰਾਮੀਆਂ, ਗਾਲਾਂ ਕੱਢਦਾ ਲੋਕਾਂ ਨੂੰ ਬਹਿ ਕੇ ਇੱਥੇ, ਭੈਣ ਚੋਦਾ ਬਦਮਾਸ਼ ਵੱਡਿਆ। ਤੇਰੀ ਮੈਂ ਮਾਂ ਨੂੰ ਢੰਗਦੇ ਆਉਂਦਾ, ਬਜ਼ੁਰਗ ਵੱਡੀ ਜਿਹੜੀ ਬਜ਼ੁਰਗ ਨਹੀਂ ਹੈਗੀ ਹੈ, ਤੇਰੇ ਮੇਰਾ ਗਾਂਡੂ ਪੈਦਾ ਕਰਕੇ ਤੂੰ ਬਜ਼ੁਰਗ ਹਾਜਨ ਬਣੀ ਫਿਰਦੀ ਹੈ, ਕੁੱਤੇ ਦਾ ਪੁੱਤਰ। ਬੀਵੀ ਦੀਆਂ ਗੱਲਾਂ ਦੱਸਦਾ ਤੂੰ ਲੋਕਾਂ ਨੂੰ, ਕੁੱਤੇ ਦੇ ਆ ਪੁੱਤਰਾ, ਮੈਂ ਬੀਵੀ ਨੂੰ ਇਹ ਕੀਤਾ ਤੇ ਮੈਂ ਇਹ ਕੀਤਾ। ਉੱਥੇ ਬਹਿ ਕੇ ਕਹਿ ਰਿਹਾ, ਐਸਾ ਲਾਂਤੀਏ ਹਰਾਮਜ਼ਾਦਾ, ਉੱਥੇ ਬਹਿ ਕੇ ਕਹਿ ਰਿਹਾ ਮੈਂ ਮੁੰਡਿਆਂ ਦੀਆਂ ਗਾਂਡਾਂ ਮਾਰਦਾ ਰਿਹਾ ਹੈ, ਭੈਣ ਚੋਦਾ ਲੂਤੀਆ। ਤੇਰੀ ਉਹ ਵੀ ਰਿਕਾਰਡਿੰਗ ਹੈ ਮੇਰੇ ਕੋਲ,
ਜਦੋਂ ਤੂੰ ਕਿਹਾ ਕਿ ਮੈਂ ਮੁੰਡਿਆਂ ਦੀਆਂ ਗਾਂਡਾਂ ਮਾਰਦਾ ਰਿਹਾ, ਭੈਣ ਚੋਦਾ ਲੂਤੀਆ, ਤੇਰੇ ਵੰਗਰਿਆਂ ਨੂੰ ਤਾਂ ਅਸੀਂ ਬੁੰਡ ਫਾੜ ਕੇ ਉਹਨੂੰ ਟੰਗ ਦੇਈਦਾ ਹੈਗਾ, ਸਾਨੂੰ ਕਿਤੇ ਪਤਾ ਚੱਲ ਜਾਵੇ ਕਿ ਐਵੇਂ ਦਾ ਕੋਈ ਬੰਦਾ ਹੈਗਾ ਜਾਂ ਬੱਚਿਆਂ ਨਾਲ ਐਵੇਂ ਦੀਆਂ ਹਰਕਤਾਂ ਕਰਦਾ। ਤੂੰ ਹਾਫਜ਼ ਬਣਿਆ ਫਿਰਦਾ ਗਾਂਡੂਆ। ਇਹ ਚੂਤੀਆਂ ਨੇ ਜੇ ਤੇਰੇ ਕੋਲ ਬੰਦੇ ਨੇ, ਤੂੰ ਇਹਨਾਂ ਦੀਆਂ ਇਹ ਕਾਨੇ ਨੇ ਤੇਰੇ ਜਾਂ ਤੂੰ ਇਹਨਾਂ ਦਾ ਕਾਨਾ ਹੈ। ਜੀ अस्सलाम वालेकुम रहमतुल्लाह। ਵਾਲੇਕੁਮ ਸਲਾਮ। ਕੀ ਹੋਇਆ ਸੈਫੀ ਸਾਹਿਬ? ਮੈਨੂੰ ਲੱਗਦਾ ਪਿਆ ਕਿ ਮਾਹੌਲ ਗਰਮ ਹੋਇਆ ਸੀ। ਉਹ ਯਾਰ ਗਾਲਾਂ ਕੱਢ ਰਹੇ ਆਪਣੀ ਲਾਈਵ ਤੇ ਬਹਿ ਕੇ, ਭੈਣ ਚੋ ਸਾਲਾ ਗਾਲਾਂ ਕੱਢੀ ਜਾਂਦਾ, ਗਾਲਾਂ ਲਾਂਤੀ ਜਿਹੜਾ ਉਹ ਗਾਂਡੂ ਹਾਫਜ਼ ਹੈ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਤੁਸੀਂ ਉਹਨੂੰ ਅੱਜ ਹੀ ਵੇਖਿਆ ਗਾਲਾਂ ਕੱਢਦੇ? ਤੁਹਾਨੂੰ ਸੈਫੀ ਸਾਹਿਬ ਗੁੱਸਾ ਕਿਉਂ ਚੜਿਆ ਮੈਨੂੰ ਇਹ ਦੱਸੋ, ਜਾਂ ਕਹੋ ਕਿ ਉਹਨੇ ਅੱਜ ਗਾਲਾਂ ਕੱਢੀਆਂ ਨੇ ਤੇ ਫਿਰ ਗੁੱਸਾ ਚੜ ਗਿਆ? ਗੁੱਸਾ ਕੀ ਇੱਥੇ ਆਏ ਠਵਾਲ ਸਾਹਿਬ ਕੋਲ, ਅਹਿਮਦ ਜੱਟ ਮੋਅਜ਼ਜ਼ ਜਿਹੜਾ ਜਿਹਨੇ ਗਾਲਾਂ ਕੱਢੀਆਂ ਹਰਾਮੀ, ਉਹ ਆਇਆ ਇੱਥੇ। ਮੈਂ ਕਿਹਾ ਕਿ ਯਾਰ ਪਹਿਲੇ ਮੇਰੀ ਗੱਲ ਸੁਣੋ, ਪਹਿਲੇ ਮੇਰੀ ਗੱਲ ਸੁਣੋ। ਚਲੋ ਕਰ ਲੋ ਗੱਲ, ਕਰ ਲੋ ਗੱਲ, ਕਰ ਲੋ। ਅੱਛਾ ਅਹਿਮਦ ਆਇਆ, ਮੈਂ ਇੱਥੇ ਆਇਆ, ਮੇਰੇ ਪੈਰ ਵੇ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ, ਅਫਸੋਸ ਕਰਨ ਆਇਆ। ਤੁਹਾਡੇ ਨਾਲ ਉਹਨੇ ਜ਼ਿਆਦਤੀ ਕੀਤੀ ਹੈ, ਉਹਨੂੰ ਐਵੇਂ ਦੇ ਲਫ਼ਜ਼ ਨਹੀਂ ਕਹਿਣੇ ਚਾਹੀਦੇ ਸਨ, ਠੀਕ ਹੈ? ਸਾਡੀ ਹੋਈ ਤਾਰ ਪਾਈ ਅਲੀ ਅਕਬਰ ਨੇ ਨਾ, ਠੀਕ ਹੈ? ਅੱਛਾ ਅੱਛਾ। ਉੱਤੇ ਬੈਠਾ ਅਹਿਮਦ ਜੱਟ, ਉਹਦੇ ਨਾਲ ਇੱਕ ਆਈਡੀ ਬੈਠੀ ਹੋਈ ਮੇਰੀ ਜਾਨ ਦੇ ਨਾਮ ਤੋਂ, ਮੈਨੂੰ ਨਹੀਂ ਪਤਾ ਕੌਣ ਸੀਗਾ। ਮੈਂ ਕਿਹਾ ਉਹਨੇ ਬੜੀ ਹਰਾਮਜ਼ਦਗੀ ਕੀਤੀ ਹੈ, ਮੈਂ ਇੰਨੀ ਕੁ ਗੱਲ ਕੀਤੀ, ਉਹ ਮੇਰੀ ਜਾਨ, ਉਹਨੇ ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਾ ਸ਼ੁਰੂ ਕਰਤੀ। ਉਹ ਬਾਅਦ ਵਿੱਚ ਪਤਾ ਚੱਲਿਆ ਉਹ ਗੁੱਡੂ ਸੀਗਾ, ਉਹੀ ਗੁੱਡੂ ਉਹ ਜਿਹੜੇ ਪਹਿਲੋਂ ਵੀ ਅਹਿਮਦ ਜਮਸ਼ੇਦ ਬੱਟ ਨਾਲ ਮਿਲ ਕੇ, ਅਹਿਮਦ ਜੱਟ ਨਾਲ ਮਿਲ ਕੇ ਸਾਨੂੰ ਗਾਲਾਂ ਕੱਢੀਆਂ ਸਨ। ਉਹ ਇਨਾ ਕੱਢਦਾ ਰਿਹਾ। ਅੱਛਾ ਇਹ ਗੁੱਡੂ ਜਮਸ਼ੇਦ ਗੁੰਗਾ ਅਹਿਮਦ ਜੱਟ ਅਲੀ ਅਕਬਰ ਦੇ ਬਕੌਲ। ਅੱਛਾ ਇਹ ਮੇਰੀ ਜਾਨ ਆਈਡੀ ਵਾਲਾ ਗੁੱਡੂ ਏ? ਮੈਨੂੰ ਗਾਲਾਂ ਜਿਹੜਾ ਜਮਸ਼ੇਦ ਗੁੰਗਾ ਸੀ ਉਹ ਅਹਿਮਦ ਜੱਟ ਅਲੀ ਅਕਬਰ ਦੇ ਬਕੌਲ। ਅੱਛਾ ਉਹ ਜਨਾਬ ਚਲੋ ਉਹ ਤੇ ਠੀਕ ਹੈ। ਮੈਂ ਗੁੱਡੂ ਨੂੰ ਠੱਪੀਆਂ ਨੇ, ਸੈਫੀ ਨੇ ਗਾਲਾਂ ਕੱਢੀਆਂ, ਤਾਂ ਮੇਰੀ ਉਹ ਗੁੱਡੂ ਨੇ ਕਿਉਂ ਗਾਲਾਂ ਕੱਢੀਆਂ ਸੈਫੀ ਨੂੰ ਬਈ? ਗੁੱਡੂ ਕੌਣ ਹੈ? ਹੁਣ ਗੱਲ ਇਹ ਵੇ ਸੈਫੀ ਸਾਹਿਬ ਕਿ ਪਹਿਲੀ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ, ਕੁਛ ਬੰਦੇ ਹੁੰਦੇ ਨੇ ਉਹਨਾਂ ਦੀ ਮਾੜੀ ਮੋਟੀ ਇਹ ਕਹਿ ਲੋ ਕਿ ਪਿਛਵਾੜੇ ਤੇ ਮਾੜਾ ਮੋਟਾ ਨਮਕ ਜਾਂ ਮਿਰਚਾਂ ਲਾਣੀਆਂ ਪਾਈ ਜਾਂਦੀਆਂ ਨੇ, ਠੀਕ ਹੈ? ਤੇ ਉਹਨਾਂ ਨੂੰ ਉਹਨਾਂ ਦੀਆਂ ਫਿਰ ਦਿਹਾੜੀ ਬੈ ਗਈ। ਠੀਕ ਠਾਕ ਜੱਟ ਸਾਹਿਬ, ਤੁਸੀਂ ਸੁਣਾਓ? ਸਲਾਮ ਲਈ ਪਾਏ ਹੁੰਦੇ ਨੇ ਇੱਥੇ ਕੱਪ ਕਪਈਆ ਪਾਇਆ ਹੁੰਦਾ ਦਰੋਈ ਜੜੀ। ਜੱਟ ਸਾਹਿਬ ਜਦੋਂ ਗਾਲਾਂ ਪੈਣਗੀਆਂ ਤੇ ਅਸੀਂ ਤੇ ਖੱਪ ਪਾਇਆ ਪਾਣਾ। ਕਿੰਨੇ ਤੈਨੂੰ ਗਾਲਾਂ ਕੱਢ ਦਿੱਤੀਆਂ ਨੇ? ਗਾਲਾਂ ਕਿਉਂ ਖਾਣ ਵਾਲੇ ਕੰਮ ਅਲੀ ਅਕਬਰ ਨੇ ਕੱਢੀਆਂ ਨੇ, ਅਲੀ ਅਕਬਰ ਨੇ। ਤੇ ਉਹਨੂੰ ਤੂੰ ਹੀ ਭਾਂਦਾ ਰਿਹਾ ਇੱਥੇ, ਬੜਾ ਜੋੜ ਜੋੜ ਕੇ ਭਾਂਦਾ ਰਿਹਾ ਇੱਥੇ। ਤੇਰੀ ਕਾਲ ਇਹਦਾ ਮਤਲਬ ਜੱਟ ਸਾਹਿਬ ਜਿਹੜਾ ਕਿਸੇ ਕੋ ਬਹਿੰਦਾ ਰਵੇ ਤੇ ਉਹ ਬਾਅਦ ਚ ਜਾ ਕੇ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇ। ਹੁਣ ਤੁਸੀਂ ਵੀ ਤਾਂ ਬੈਠੇ ਜੇ, ਤੁਹਾਨੂੰ ਕੋਈ ਕੱਲ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇ, ਕਾਹਲ ਕੋ ਬੈਠਾ ਹੋਵੇ। ਅਸੀਂ ਪਾਗਲਾਂ ਤੈਨੂੰ ਗਾਲਾਂ ਕੱਢੀਏ? ਸਾਡਾ ਤੇ ਭਰਾ ਹੈ ਤੂੰ। ਨਹੀਂ ਤੇ ਉਹ ਮਤਲਬ ਕਿ ਕੱਲ ਅਸੀਂ ਬਰਾੜ ਲਾ ਕੇ ਬੈਠੇ ਆ ਤੇ ਉਹਨੇ ਅੱਜ ਗਾਲਾਂ ਕੱਢਦੀਆਂ ਸਾਨੂੰ। ਉਹਨੇ ਗਾਲਾਂ ਤੈਨੂੰ ਕੱਢੀਆਂ ਨੇ, ਤੇਰੇ ਗਾਲਾਂ ਖਾਣ ਵਾਲੇ ਕੰਮ ਸਨ। ਇੱਥੇ ਮੈਨੂੰ ਉਹਨੇ 50 ਵਾਰੀ ਥੱਲੇ ਲਾਇਆ ਕਾਲ ਤੇਰੀ ਤੋਂ, ਤੇ ਤੂੰ ਉਹਨੂੰ ਮੋਡਰੇਟਰ ਤੋਂ ਨਹੀਂ ਹਟਾਇਆ, ਤੂੰ ਮੋਡਰੇਟਰ ਬਣਾ ਕੇ ਰੱਖਿਆ ਸੀ। ਤੇ ਮੈਂ ਤੈਨੂੰ ਆਨਾ ਹੱਥ ਥੱਲੇ ਲਾਂਦਾ, ਮੈਨੂੰ ਤੇਰਾ ਕੰਮ ਸੀ ਹੋਰ ਹੀ ਉਹਨੂੰ ਡੱਕਣਾ ਕਿ ਸਾਡਾ ਭਰਾ ਇਹ ਸਾਡੇ ਹੱਕ ਚ ਹੁੰਦਾ, ਜਿੱਥੇ ਖਲੋਣਾ ਪਏ ਸਟੈਂਡ ਲੈਣਾ ਪਏ ਲੈਂਦਾ। ਤੇ ਤੂੰ ਮਾਮਾ ਲੱਗਣਾ ਮੇਰੀ ਬਰਾੜ ਦੇ ਉੱਤੋਂ ਬੰਦੇ ਨੂੰ ਥੱਲੇ ਲਾਉਣ ਦਾ? ਤੈਨੂੰ ਕਹਿਣਾ ਚਾਹੀਦਾ ਸੀ ਨਾ, ਤੂੰ ਅੱਜ ਸਿੱਧਾ ਨਹੀਂ ਕਿਹਾ। ਨਹੀਂ ਜੱਟ ਸਾਹਿਬ, ਜਦੋਂ ਸਾਨੂੰ ਪਤਾ ਲੱਗਦਾ ਅਸੀਂ ਉਦੋਂ ਹੀ ਕਹਿ ਦਿੰਦੇ ਹਾਂ। ਮੈਂ ਉਹਦੇ ਵੀ ਖਿਲਾਫ ਨਹੀਂ, ਜੇ ਤੇ ਉਹ ਅਹਿਮਦੀ ਹੈ ਤੇ ਮੈਂ ਉਹਦੇ ਵੀ ਖਿਲਾਫ ਨਹੀਂ ਹੈ। ਮੈਂ ਹਰ ਉਸ ਬੰਦੇ ਦੇ ਹੱਕ ਚ ਜਿਹੜਾ ਹਜ਼ਰਤ ਮਸੀਹ ਮੌਦ ਨੂੰ ਮੰਨਦਾ, ਹਜ਼ਰਤ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਦਾ, ਤੇ ਉਸ ਤੋਂ ਬਾਅਦ ਹਜ਼ਰਤ ਮਸੀਹ ਮੌਦ ਨੂੰ ਮੰਨਦਾ। ਲੇਕਿਨ ਮੁਨਾਫਕਤ ਨਹੀਂ ਹੋਣੀ ਚਾਹੀਦੀ। ਇੱਕ ਦੂਰੇ ਨਾਲ ਮੁਹੱਬਤ ਦਾ ਰਿਸ਼ਤਾ ਜ਼ਰੂਰ ਹੋਣਾ ਚਾਹੀਦਾ, ਮੁਨਾਫਕਤ ਬਿਲਕੁਲ ਨਹੀਂ ਹੋਣੀ ਚਾਹੀਦੀ। ਤੇ ਉਹ ਗਲਤ ਕਰਦਾ ਰਿਹਾ, ਜੇ ਉਹ ਗਲਤ ਇੱਕ ਬੰਦਾ ਕਰਦਾ ਤੇ ਉਹਨੂੰ ਰੋਕੋ, ਉੱਥੇ ਹੀ ਰੋਕੋ, ਫਿਰ ਉਹਨੂੰ ਪਤਾ ਤਾਂ ਮੌਕਾ ਨਹੀਂ ਮਿਲਦਾ। ਜੱਟ ਸਾਹਿਬ ਗੱਲ ਸੁਣ ਲਓ ਯਾਰ, ਮੇਰੀ ਵੀ ਗੱਲ ਸੁਣ ਲਓ। ਤੁਸੀਂ ਉਹ ਮੇਰੇ ਤੁਹਾਡਾ ਇਖਤਲਾਫ ਹੋ ਗਿਆ, ਤੁਸੀਂ ਮੈਨੂੰ ਕੋਈ ਮਾੜਾ ਚੰਗਾ ਕਹਿ ਲਿਆ, ਅਹਿਮਦੀ ਭਰਾ ਸੀ, ਹੋ ਗਈ ਗੱਲ। ਪਰ ਕਿਸੇ ਗੈਰ ਨੂੰ ਬਿਠਾ ਕੇ ਗਾਲਾਂ ਕਢਵਾਉਣੀਆਂ ਚਾਹੀਦੀਆਂ ਨੇ। ਅਹਿਲੇ ਤਸ਼ੀਹ ਨੂੰ ਲੈ ਕੇ, ਕਿਸੇ ਸੁੰਨੀ ਨੂੰ ਲੈ ਕੇ ਕੱਢੋ ਗਾਲਾਂ ਇਸ ਅਹਿਮਦੀ ਨੂੰ। ਨਹੀਂ ਕਢਾਉਣੀਆਂ ਚਾਹੀਦੀਆਂ, ਨਹੀਂ ਕਢਾਉਣੀਆਂ। ਕਿਉਂ ਕਢਾਉਣੀਆਂ ਚਾਹੀਦੀਆਂ ਨੇ? ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਫਿਰ ਤੂੰ ਯਾਰ ਕੀ ਬੰਦਾ ਗੱਲ ਕਰੇ ਯਾਰ, ਬਸ ਨਾ ਮੈਂ ਤਾਂ ਉਧਰ ਆਉਣਾ ਨਹੀਂ ਚਾਹੁੰਦਾ ਉਸ ਪਾਸੇ, ਠੀਕ ਹੈ? ਮੈਂ ਨਾ ਅਸਲ ਚ ਤੁਹਾਡੀ ਇਹ ਗੁਫ਼ਤਗੂ ਚੱਲਦੀ ਵੀ ਖਪਦੇ ਹੋਵੇ, ਮੈਂ ਕਿਹਾ ਯਾਰ ਕੀ ਰੋਜ਼ ਦੜੀ ਇੱਥੇ ਲੱਗਾ ਰਹਿੰਦਾ, ਤੇ ਮੈਂ ਉੱਤੇ ਆ ਗਿਆ। ਮੈਂ ਨਮਾਜ਼ ਪੜ੍ਹਨੀ ਯਾਰ, ਮੈਂ ਨਮਾਜ਼ ਪੜ੍ਹ ਲੈ ਯਾਰ, ਨਮਾਜ਼ ਪੜ੍ਹ ਲੈ। ਫਿਰ ਨਮਾਜ਼ ਪਹਿਲੋਂ ਨਮਾਜ਼ ਪੜ੍ਹ ਲੈਣੀ ਸੀਗੀ। ਮੈਂ ਪੜ੍ਹ ਲਾ, ਮੈਂ ਬਸ ਐਵੇਂ ਪੜ੍ਹ ਲੈ। ਹਾਂ ਜੀ ਟੂਟੂ ਸਾਹਿਬ, ਇਹ ਗੱਲ ਹੋਈ ਹੈ, ਮੈਂ ਸਿਰਫ ਇਹਨਾਂ ਨਾਲ ਇਜ਼ਹਾਰ ਕਰਨ ਆਇਆ ਸੀ ਹਮਦਰਦੀ। ਮੈਂ ਜੇ ਲਫ਼ਜ਼ ਲੈ ਆਈਏ ਤੇ ਮੈਨੂੰ ਗੁੱਡੂ ਜਿਹੜਾ ਮੇਰੀ ਜਾਨ ਦੀ ਆਈਡੀ ਤੋਂ ਬੈਠਾ ਸੀ, ਉਹਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਾ ਸ਼ੁਰੂ
ਫਿਰ ਮੈਨੂੰ ਕੋਈ ਕੱਢੇ ਗਾਲ ਮੈਂ ਤਾਂ ਬਰਦਾਸ਼ਤ ਨਹੀਂ ਕਰਦਾ, ਮੇਰੀ ਥੋੜੀ ਇਸ ਤਰ੍ਹਾਂ ਦੀ ਤਬੀਅਤ ਹੈ। ਸੁਣੋ, ਨਾਮ ਨਹੀਂ ਲਈਦਾ ਕਹੀਦਾ ਰੂੜੀ ਦਾ ਛਾਪਰ, ਠੀਕ ਹੈ, ਰੂੜੀ ਦਾ ਛਾਪਰ। ਇਹਨਾਂ ਨੂੰ ਛਾਪਰ ਕਹਿ ਕੇ ਬੁਲਾਇਆ ਕਰੋ, ਇਹਨਾਂ ਦਾ ਨਾਮ ਲੈਣ ਦੀ ਜ਼ਰੂਰਤ ਨਹੀਂ ਹੈ। ਫਲਾਣੇ ਦੀ ਜਾਨ ਤੇ ਉਹਦੀ ਜਾਨ ਤੇ ਢੀਂਗੜੇ ਦੀ ਜਾਨ ਤੇ ਮੇਰਾ ਜਾਨੀ ਤੇ ਤੇਰਾ ਜਾਨੀ ਤੇ ਫਲਾਣਾ ਚੌਧਰੀ ਤੇ ਫਲਾਣਾ, ਨਾ, ਇਹ ਸਾਰੇ ਨੇ ਛਾਪਰ। ਤੇ ਛਾਪਰ ਵੀ ਕਿਹੜੇ ਨੇ? ਗੰਦੇ ਛਾਪਰ ਨੇ, ਰੂੜੀ ਦੇ। ਕਿਉਂ ਰੂੜੀ ਦੇ ਛਾਪਰ ਨੇ? ਕਿਉਂਕਿ ਇਹ ਗੰਦ 'ਚ ਜਾ ਕੇ ਬਹਿੰਦੇ ਨੇ, ਠੀਕ ਹੈ। ਇਹ ਉਸ ਗੁਸਤਾਖ ਦੀ ਹਮਾਇਤ 'ਚ ਜਾ ਕੇ ਬਹਿੰਦੇ ਨੇ, ਉਸ ਹਰਾਮਜ਼ਾਦੇ ਦੀ ਜਿਹਦੇ ਉੱਤੇ ਫਤਵਾ ਹਜ਼ਰਤ ਮਸੀਹ ਮੌਦ अलैहिस्सलाम ਦਾ ਕਿ ਨਬੀ ਕਰੀਮ सल्लल्लाहु अलैहि वसल्लम ਦੀ ਹੱਤਿਆ ਕਰਨ ਵਾਲਾ ਬੰਦਾ ਹਰਾਮਜ਼ਾਦਾ ਨਹੀਂ ਤੋਰ ਕੇ ਆਇਆ, ਠੀਕ ਹੈ। ਇਹ ਉਹ ਬੰਦੇ ਦੀ ਜਾ ਕੇ ਹਮਾਇਤ 'ਚ ਬਹਿੰਦੇ ਨੇ, ਗੰਦੇ ਛਾਪਰ, ਗੂੰ ਦੇ ਭਰੇ ਛਾਪਰ। ਇਹਨਾਂ ਦੇ ਨਾਲ ਅਸੀਂ ਮੁਖਾਤਬ ਹੀ ਕਿਉਂ ਕਰਨਾ? ਦਫਾ ਹੁਣ, ਇਹਨਾਂ ਨੂੰ ਦਫਾ ਕਰ ਦਿਓ। ਇਹ ਆ ਕੇ ਗਾਲਾਂ ਵੀ ਕੱਢਣ, ਚੁੱਪ ਕਰਕੇ ਇਹਨਾਂ ਦੀ ਗਾਲਾਂ ਵੀ ਸੁਣ ਲਿਆ ਕਰੋ, ਠੀਕ ਹੈ। ਇਹਨਾਂ ਦੀ ਗਾਲਾਂ ਦਾ ਜਵਾਬ ਹੀ ਨਹੀਂ ਦੇਣ ਦੀ ਜ਼ਰੂਰਤ ਹੈ। ਉਹ ਅਹਿਮਦ ਜੱਜ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਮੇਰੇ ਨਾਲ ਕੋਈ ਕਹਿੰਦਾ ਕਿ ਤੂੰ ਇਹ ਲਿਖਿਆ ਸੀ, ਤੂੰ ਉਹ ਅਹਿਮਦ ਜੱਟ ਨਾਲ ਸਾਨੂੰ ਗੱਲ ਕਰਨ ਦੀ ਲੋੜ ਕਾਦੀ ਹੈ ਹੀ ਨਹੀਂ, ਐਵੇਂ ਫਜ਼ੂਲ। ਅੱਛਾ, ਮੈਂ ਕਿਹਾ ਕਿ ਮੈਂ ਐਵੇਂ ਦੀ ਕੋਈ ਗੱਲ ਨਹੀਂ, ਮੈਂ ਐਵੇਂ ਦੀ ਕੋਈ ਗੱਲ ਨਹੀਂ ਕੀਤੀ। ਤੂੰ ਜੱਟਾਂ ਦਾ ਪੁੱਤਰ ਹੈ, ਤੂੰ ਖੁਦ ਗਾਲਾਂ ਕੱਢਣ ਲੱਗਾ ਹੋਇਆ, ਤੂੰ ਵੀ ਸ਼ਾਤਮੀਅਤ ਕਰ ਰਿਹਾ ਹੈ। ਮੈਂ ਐਵੇਂ ਦੀ ਕੋਈ ਗੱਲ ਨਹੀਂ ਕੀਤੀ ਹੋਈ। ਫਿਰ ਮੁਬਸ਼ਰ ਨੇ ਕੀਤੀ, ਉਹਨੇ ਆਪਣਾ ਹੀ ਡਰਾਮਾ ਲਾਇਆ ਹੋਇਆ ਹੈ। ਉਹ ਸ਼ਾਤਮ ਨੂੰ ਐਸਾ ਕੋਈ ਲਾਨਤੀ ਜਾਟੇ ਹੋ, ਕੋਈ ਮੇਰੀ ਗੱਲ ਸੁਣੋ, ਫੇਰ ਤੁਸੀਂ ਉਹੀ ਕੰਮ ਕਰਦੇ ਹੋ ਪਏ। ਸੌਰੀ ਯਾਰ, ਉਹ ਆਪਣਾ ਬੁਗਜ਼ ਕੱਢਣ ਲੱਗਾ ਹੋਇਆ ਹੈ, ਪਰ ਬੁਗਜ਼ ਕੱਢਣ ਲੱਗਾ ਹੋਇਆ। ਇਹਨੂੰ ਮੇਰੀ ਗੱਲ ਸੁਣੋ, ਇਹਨਾਂ ਨੂੰ ਆਖੋ ਆਓ ਹਾਂ ਬਵੋ ਹਾਂ ਸਾਹਮਣੇ। ਦੂਜਾ ਇੱਕ ਹੋਰ ਗੱਲ ਹੈ, ਅਗਰ ਕੋਈ ਬੰਦਾ ਸੁਣਦਾ ਨਾ ਪਿਆ, ਠੀਕ ਹੈ, ਇਹ ਉੱਥੇ ਅੱਜ ਮੈਂ ਸੁਣਨ ਡਿਆ ਹਾਂ, ਮਹਿਮੂਦ ਸਾਹਿਬ ਤੇ ਨਾਲ 2-3 ਬੰਦੇ ਇਹ ਜੀ ਮਿਲ ਕੇ ਗੱਲ ਕਰ ਲੈਂਦੇ ਆ, ਜਿਹਨੇ ਵੀ ਆਪਣੀ ਮਾਂ ਦਾ ਦੁੱਧ ਪੀਤਾ ਨਾ, ਲਿਸਟ ਬਣਾ ਲਓ, ਜਿੰਨੇ ਜਣਿਆਂ ਵੀ ਆਉਣਾ ਜੇ ਨਾ, ਸਾਰੇ ਮੈਨੂੰ ਆਪਣੀ ਲਿਸਟ ਘੱਲ ਦਿਓ ਨਾ। ਉੱਥੇ ਅੱਜ ਇਕੱਠੇ ਕਰ ਲਓ ਕਿ ਫਲਾਂ ਨੇ ਮਿਲਣਾ ਹੈ, ਫਲਾਂ ਨੂੰ ਮਿਲਣਾ, ਜੇ ਸਾਰੇ ਮਿਲਣਾ, ਜੇ ਸਾਰੇ ਮੈਨੂੰ ਲਿਸਟ ਬਣਾ ਕੇ ਦਿਓ। ਬੰਦੇ ਇਕੱਠੇ ਕਰੋ ਆਪਣੇ, ਜਿਹੜੇ ਤੁਸੀਂ ਕਹਿੰਦੇ ਹੋ ਕਿ ਮਿਲ ਕੇ ਗੱਲ ਕਰਾਂਗੇ, ਫੇਰ ਇਹ ਉੱਚੀ ਗੱਲ ਨਹੀਂ ਕਰੇਗਾ। ਤੇ ਜੇ ਇਹੀ ਲਹਿਜਾ ਮੈਂ ਤੁਹਾਡੇ ਮੂੰਹ ਤੇ ਬਹਿ ਕੇ ਨਾਲ ਤਿਆਰ ਕਰਾਂ ਤੇ ਤਾਂ ਦੱਸਿਓ। ਤੁਹਾਡੇ ਮੂੰਹ ਤੇ ਬਹਿ ਕੇ ਤੁਸੀਂ ਦਿਓ ਮੈਨੂੰ ਦੱਸ, ਮੈਂ ਤੁਹਾਡੇ ਕੋਲ ਆਈ ਜਾਣਾ, ਤੁਹਾਡੇ ਮੂੰਹ ਤੇ ਆ ਕੇ ਗੱਲ ਕਰਾਂਗਾ। ਜੇ ਅਲਫਾਜ਼ਾਂ ਦੇ ਵਿੱਚ ਮਾਸਾ ਦੀ ਕਮੀ ਪੇਸ਼ੀ ਆਈ ਤੇ ਤਾਂ ਦੱਸਿਓ। ਗੱਲਾਂ ਮਾਰਦੇ ਉੱਤੇ ਬਹਿ ਕੇ ਗੱਲਾਂ ਕਰਨੀਆਂ ਤੋਂ ਗਈਆਂ ਨੇ, ਠੀਕ ਹੈ। ਸਾਡੇ ਸਾਹਮਣੇ ਆਏ, ਤੁਸੀਂ ਕੀ ਸਾਹਮਣੇ ਆ ਕੇ ਕਰਨਾ? ਸਾਹਮਣੇ ਆਏ, ਗੱਲ ਤੁਹਾਡੇ ਕੋਲ ਹੁੰਦੀ ਨਹੀਂ। 2 ਮਿੰਟ ਤੁਸੀਂ ਗੱਲ ਕਰਦੇ, ਤੁਹਾਡੇ ਮੂੰਹ ਤੋਂ ਗੰਦੀ ਗੱਲ ਹੁੰਦੀ ਹੈ। ਤੁਸੀਂ ਇੱਕ ਗੱਲ ਲਗਾਇਆ ਅੱਜ ਆਪਣਾ ਮੈਥੀ, ਉਹਨੂੰ ਆਖਿਆ 2 ਮਿੰਟ ਗੱਲ ਕਰ ਲੈ, ਉਹ ਦੂਜੇ ਸੈਕਿੰਡ ਦੇ ਵਿੱਚ ਚੁੱਪ ਕਰਕੇ ਬਹਿ ਗਿਆ ਸੀ। ਇਹ ਮੇਰੇ ਕੋਲ ਨਹੀਂ ਗੱਲ ਹੁੰਦੀ, ਉਹ ਗੱਲ ਤੁਹਾਡੇ ਕੋਲ ਹੈ ਹੀ ਕੋਈ ਨਹੀਂ। ਔਰ ਤੁਸੀਂ ਕੀ ਆਖਾਂ, ਮੈਂ ਉਹ ਲਫ਼ਜ਼ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਤੁਸੀਂ ਇੰਨੇ ਜੋਗੇ ਨਹੀਂ ਹੈ। ਤੁਸੀਂ ਸਿਰਫ ਜਿਹੜਾ ਕੰਮ ਕਰਨ ਜੋਗੇ ਹੋ ਨਾ, ਉਹ ਤੁਸੀਂ ਕਰ ਰਹੇ ਹੋ, ਉਹ ਕਰੋ, ਤੁਹਾਨੂੰ ਕੋਈ ਨਹੀਂ ਰੋਕ ਰਿਹਾ, ਕਰੋ। ਬਹਿ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਆਪਣੇ ਘਰ ਸਹੀ ਹੈ, ਉਹ ਕੱਢੀਆਂ ਜਾਂਦੀਆਂ ਨੇ, ਨਿਕਲਦੀਆਂ ਆਈਆਂ ਨੇ, ਇਹ ਤੁਸੀਂ ਕਰ ਸਕਦੇ ਹੋ। ਇਹਦੇ 'ਚ ਤੁਸੀਂ ਜਿੱਤ ਗਏ ਹੋ, ਇਹਦੇ 'ਚ ਤੁਸੀਂ ਉੱਤੇ ਹੋ। ਕੱਢੋ ਗਾਲਾਂ, ਹਰ ਰੋਜ਼ ਕੱਢਿਆ ਕਰੋ, ਠੀਕ ਹੈ। ਸਾਹਮਣੇ ਆ ਕੇ ਗੱਲ, ਤੁਸੀਂ ਇੱਥੇ ਬੈਠ ਕੇ ਸਾਹਮਣੇ ਗੱਲ ਕਰ ਸਕਦੇ, ਤੁਸੀਂ ਮੈਨੂੰ ਮਿਲਣ ਦੀ ਗੱਲਾਂ ਕਰਨ ਦੇ ਹੋ। ਜੇ ਹਿੰਮਤ ਹੈ ਨਾ ਕਿਸੇ ਕੋਲ, ਕਿਸੇ ਦੇ ਕੋਈ ਮਾਈ ਦਾ ਲਾ ਲੈਣਾ, ਉਹ ਆਪਣੇ ਇਕੱਠੇ ਕਰ ਲਓ ਬੰਦੇ, ਸਾਰੇ ਮਸ਼ਵਰੇ ਕਰਦੇ ਹੋਣ ਪਏ, ਉਹਨੂੰ ਕੈਨੇਡਾ ਵਾਲੇ ਨੂੰ ਵੀ ਸੱਦ ਲਓ, ਉਹਨੂੰ ਵੀ ਆਖੋ ਤੂੰ ਵੀ ਆਈ ਜਾ ਜਰਮਨੀ, ਠੀਕ ਹੈ। ਤੇ ਆ ਕੇ ਤੇ ਇੱਥੇ ਰਲ ਕੇ 5-7 ਬੰਦੇ ਇਕੱਠੇ ਹੋ ਜਿਓ, ਮੈਂ ਕੱਲਾ ਆਵਾਂਗਾ, ਕੱਲਾ ਆ ਕੇ ਅਗਰ ਜਿਹੜੇ ਅਲਫਾਜ਼ ਮੈਂ ਇੱਥੇ ਬਹਿ ਕੇ ਬੋਲੇ ਨੇ, ਇਹ ਅਲਫਾਜ਼ ਉੱਥੇ ਤੁਹਾਡੇ ਮੂੰਹ ਤੇ ਨਾ ਕਵਾਂ ਤੇ ਤਾਂ ਦੱਸਿਓ। ਤੁਹਾਡੇ ਸਾਰਿਆਂ ਦੀ ਮੈਂ 32 ਬਣ ਚੜਾ, ਯਕੀਨ ਮੰਨੋ। ਤੁਸੀਂ ਅੱਜ ਦੇ ਮੈਨੂੰ ਸੁਣ ਲੱਗੇ ਸੋ ਐਡੇ ਨਿਕਲੇ ਹੋਏ ਤੇ ਤੁਹਾਨੂੰ ਆਖਿਆ ਤੁਸੀਂ 2 ਮਿੰਟ ਗੱਲ ਨਹੀਂ ਕਰ ਸਕਦੇ, 2 ਮਿੰਟ। ਕੱਲ ਤੁਹਾਡਾ ਆਇਆ ਸਜੇ ਮੈਥੀ, ਉਹਨੂੰ ਆਖਿਆ ਸੀ 2 ਮਿੰਟ ਗੱਲ ਕਰ ਲੈ, ਤੇ ਤੀਜੇ ਸੈਕਿੰਡ ਦੇ ਉੱਤੇ ਬੈਗ ਝਿੱਗ ਨਿਕਲਿਆ ਜਿਹਦੇ ਮੂੰਹ ਚੋਂ। ਤੁਹਾਡੀ ਇੰਨੀ ਕੁ ਔਕਾਤ ਏ, ਤੁਸੀਂ ਇੰਨੇ ਕੁ ਜੋਗੇ ਹੋ। ਤੁਹਾਡੀ ਮੈਂ ਭੈਣਾ ਪੜਾੜੀ ਤਾਂ ਗੱਲ ਕਰਿਓ, ਐਡੇ ਤੁਸੀਂ ਪਾਟੇ ਖਾਂ ਬਣੇ ਹੋ। ਮਿਲਣਾ
ਐਡਰੈਸ ਲੱਭੋ, ਮਿਲਣਾ ਹੈ। ਉਹ ਮਿਲ ਲਓ, ਤੁਹਾਨੂੰ ਕਿਸੇ ਆਖਿਆ ਨਾ ਮਿਲੋ, ਆ ਕੇ ਇੱਥੇ ਸਾਹਮਣੇ ਬਹਿ ਕੇ ਗੱਲ ਤੇ ਕਰਕੇ ਵਿਖਾਓ ਪਹਿਲੋਂ। ਸਾਹਮਣੇ ਇੱਥੇ ਤੁਸੀਂ ਕਹ ਲਓ ਕਿ ਨਾਲ ਬਹਿ ਕੇ ਗੱਲ ਨਹੀਂ ਕਰ ਸਕਦੇ, ਮਿਲਣ ਦੀਆਂ ਗੱਲਾਂ ਕਰਨ ਦੇ ਹੋ। ਉਹ ਕੱਲ ਇੱਥੇ ਮਹਿਮੂਦ ਸਾਹਿਬ ਸਾਨੀ, ਉਹਨਾਂ ਨੂੰ ਅੱਧਾ ਘੰਟਾ ਲਾ ਕੇ ਸਮਝਾਇਆ, ਠੀਕ ਹੈ, ਉਹਨਾਂ ਨੇ ਸਾਰੀ ਗੱਲ ਉਹਨਾਂ ਨੂੰ ਪਿਆਰੇ ਭਾਈ ਕਰਕੇ ਸਾਰੀ ਗੱਲ ਸਮਝਾਈਏ। ਅੱਜ ਫੇਰ ਉਹਦੀ ਝੋਲੀ 'ਚ ਜਾ ਕੇ ਬੈਠੇ ਸਨ, ਠੀਕ ਹੈ, ਜਾ ਕੇ ਬੈਠੇ ਸਨ। ਉਹ ਆਂਦਾ ਤੂੰ ਜੋ ਕੀਤਾ ਠੀਕ ਕੀਤਾ, ਚੁਣ ਕੇ ਰੱਖ। ਬਿਲਕੁਲ ਸਹੀ ਕੀਤਾ ਹੈ। ਤੁਹਾਨੂੰ ਆਖਰਤ ਭੁੱਲ ਗਈ, ਜਿਹੜਾ ਬੰਦਾ ਉਹ ਮੁਮਿਨ ਨੂੰ ਗਾਲਾਂ ਕੱਢਣ ਦੀ, ਤੁਸੀਂ ਕਹਿੰਦੇ ਹੋ ਹੱਥ ਸਹੀ ਚੁਣ ਕੇ ਰੱਖ। ਉਹ ਇਸ ਬੰਦੇ ਦੀ ਮੇਰੇ ਕੋਲ ਰਿਕਾਰਡਿੰਗ ਹੈ, ਕਹਿੰਦਾ ਮੈਂ ਬੱਚਿਆਂ ਦੀ ਗਾਂਡ ਮਾਰਦਾ ਰਿਹਾ। ਐਸਾ ਹਰਾਮੀ ਬੰਦਾ ਹੈ ਯਾਰ। ਓਹੋ ਸੈਫੀ ਸਾਹਿਬ, ਇੰਜ ਦੀ ਗੱਲ ਆ। ਉਹ ਮੇਰੀ ਗੱਲ ਸੁਣੋ, ਇੰਜ ਦੀਆਂ ਗੱਲਾਂ ਕੋਈ ਲੋੜ ਨਹੀਂ ਹੈ, ਸਹੀ ਹੈ। ਇੰਜ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ। ਇਹ ਜਿਹੜੀ ਮੇਨ ਗੱਲ ਹੈ ਨਾ, ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹਦਾ ਹਰ ਇੱਕ ਬੰਦੇ ਗੈਰਤਮੰਦ ਅਹਿਮਦੀ ਮੁਸਲਮਾਨ ਨੂੰ ਇਸ ਚੀਜ਼ ਦੀ ਸ਼ਰਮ ਹਯਾ ਹੈ। ਉਹਨੂੰ ਇੱਕ ਕਹਿ ਲਓ ਕਿ ਅਫਸੋਸ ਹੈ ਜਿਨ੍ਹਾਂ ਕੰਮਾਂ ਤੇ, ਉਹਨਾਂ ਕੰਮਾਂ ਤੋਂ ਇਲਾਵਾ ਕੋਈ ਕੰਮ ਨਾ ਛੇੜੋ, ਠੀਕ ਹੈ, ਉਹੀ ਕੰਮ ਰੱਖੋ। ਲੋੜ ਹੀ ਨਹੀਂ ਹੈ ਦੂਜੀ ਗੱਲ ਕਰਨ ਦੀ। ਕਹਿਣ ਦਾ ਮਕਸਦ ਹੈ ਹਰ ਪਾਸੋਂ ਗੰਦਾ ਇਹ ਬੰਦਾ, ਇਹਦੇ ਅੰਦਰ ਕੋਈ ਇਨਸਾਨੀਅਤ ਨਹੀਂ ਇਸ ਬੰਦੇ ਦੇ ਅੰਦਰ। ਚਲੋ ਸਹੀ ਹੈ, ਪਾਸੋਂ ਗੰਦਾ ਹੈ। ਫਿਰ ਇੰਸ਼ਾਅੱਲਾ ਤਾਲਾ ਕਰ ਲਵਾਂਗਾ। ਠੀਕ ਹੈ, ਓਕੇ ਦਤਵਾਲ ਭਾਈ।